ठीक है जी। सो ਅੱਜ ਵਾਲੀ ਜੋ ਆਪਣੀ ਰੀਡਿੰਗ ਹੈ ਜੀ ਯਾਨੀ ਕਿ ਫੋਕਾ ਕਵੀਲ ਇਹ ਇੱਕ ਕੈਂਬਰੇਜ ਦੀ ਬੁੱਕ ਹੈ ਜੀ। ਇਹਦੇ ਵਿੱਚ ਇਹ ਰੀਡਿੰਗ ਆਪਾਂ ਪਿਕ ਕਿਉਂ ਕੀਤੀ ਆ ਤਾਂ ਉਹਦਾ ਜਿਹੜਾ ਪਹਿਲਾ ਰੀਜ਼ਨ ਇਹ ਆ ਕਿ ਇਹਦੇ ਵਿੱਚ ਆਪਾਂ ਅੱਜ ਇੱਕ ਡਾਇਗਰਾਮ ਕਰਨੀ ਆ। ਡਾਇਗਰਾਮ ਹਲੇ ਤੱਕ ਆਪਾਂ ਕੋਈ ਨਹੀਂ ਕੀਤੀ ਹੈਗੀ। ਸੋ ਆਪਾਂ ਡਾਇਗਰਾਮ ਇਹਦੇ ਵਿੱਚੋਂ ਆ ਜਿਹੜੀ ਤੁਹਾਨੂੰ ਦਿਖ ਰਹੀ ਹੈ ਸਕਰੀਨ ਤੇ ਇਹ ਡਾਇਗਰਾਮ ਕਰਾਂਗੇ। ਇਹਦੇ ਨਾਲ ਨਾਲ ਦੇਖਾਂਗੇ ਵੀ ਡਾਇਗਰਾਮ ਜੇ ਆ ਜੇ ਤਾਂ ਕਿਵੇਂ ਕਿਵੇਂ ਉਹਨਾਂ ਨੂੰ ਆਪਾਂ ਸੋਲਵ ਕਰਨਾ, ਸਟ੍ਰੈਟਜੀਜ਼ ਦੇਖਾਂਗੇ ਨਵੀਆਂ ਨਵੀਆਂ। 14 ਤੋਂ 19 ਤੱਕ ਇਹਦੇ ਵਿੱਚ ਟਰੂ ਫਾਲਸ ਨਾਟ ਗਿਵਨ ਆ ਤੇ ਗਾਂ ਜਾ ਕੇ ਆਪਣੇ ਕੋਲੇ 20 ਤੋਂ ਲੈ ਕੇ 26 ਤੱਕ ਇੱਕ ਡਾਇਗਰਾਮ ਹੈ। ਓਕੇ ਜੀ। ਤੇ ਆਪਣੇ ਪੈਸੇ ਦਾ ਜੋ ਨਾਮ ਆ ਉਹ ਹੈਗਾ ਜੀ ਫੋਕਾ ਕਵੀਲ। ਲੈਂਗੁਏਜ ਠੀਕ ਹੈ ਇਹਦੀ, ਬਾਲੀ ਸੌਖੀ ਵੀ ਨਹੀਂ ਕਹਿ ਸਕਦੇ ਆਪਾਂ ਤੇ ਬਾਲੀ ਜ਼ਿਆਦਾ ਟਫ ਲੈਵਲ ਦੀ ਵੀ ਨਹੀਂ ਕਹਿ ਸਕਦੇ, ਇੱਕ ਮੀਡੀਅਮ ਜਿਹੇ ਲੈਵਲ ਦੀ ਇੱਕ ਰੀਡਿੰਗ ਹੈ ਜੀ। ਸੋ ਓਕੇ ਜੀ, ਚੱਲਦੇ ਧਿਆਨ ਨਾਲ ਦੇਖਿਓ ਇਹਨੂੰ। ਸੋ ਜੇ ਤੁਸੀਂ ਮੰਨ ਕੇ ਲਓ ਡਾਇਗਰਾਮ ਕਰਨੀ ਹੋਵੇ, ਇੱਥੇ ਆਪਣੇ ਕੋਲ ਜਦੋਂ ਕੋਈ ਕੁਐਸਚਨ ਤੇ ਡਾਇਗਰਾਮ ਆਉਂਦੀ ਹੈ, ਜਦ ਆਪਣੀ ਉੱਥੇ ਚੁਆਇਸ ਹੁੰਦੀ ਹੈ, ਆਪਾਂ ਚਾਹੀਏ ਤਾਂ ਆਪਾਂ ਡਾਇਗਰਾਮ ਵੀ ਕਰ ਸਕਦੇ ਹਾਂ ਜੀ। ਹੁਣ ਡਾਇਗਰਾਮ ਕਰਨ ਦੇ ਲਈ ਹੁਣ ਦੇਖੋ ਆਪਣੇ ਕੋਲੇ ਜੋ ਪੈਸੇਜ ਆ, ਮੰਨ ਕੇ ਲਓ ਆ ਆਪਾਂ ਪੈਸੇਜ ਆਪਾਂ ਨੂੰ ਇੱਕ ਚੀਜ਼ ਦੀ ਗਾਰੰਟੀ ਇੱਥੇ ਹੈਗੀ ਆ, ਕਿਉਂਕਿ ਸਟਾਰਟਿੰਗ ਟਰੂ ਫਾਲਸ ਤੋਂ ਹੋ ਰਹੀ ਆ। ਇਹਦਾ ਮਤਲਬ 14ਵੇਂ ਨੰਬਰ ਵਾਲਾ ਅਕੋਰਡਿੰਗ ਟੂ ਮੈਪ ਰੀਡਿੰਗ ਸਟਾਰਟਿੰਗ ਦੇ ਵਿੱਚ ਹੋਊਗਾ ਜੀ। ਇਹਦਾ ਮਤਲਬ 14ਵਾਂ ਕੁਐਸਚਨ ਆਪਣੇ ਹੱਥ ਵਿੱਚ ਆ, 14ਵਾਂ ਹੱਥ ਵਿੱਚ ਆ ਗਿਆ ਤਾਂ ਸਮਝ ਲਓ ਬਾਕੀ 15ਵਾਂ 16ਵਾਂ 17ਵਾਂ 18ਵਾਂ ਸਾਰੇ ਆਪਣੇ ਹੱਥ ਵਿੱਚ ਆ। ਇਹਨਾਂ ਦੀ ਲੋਕੇਸ਼ਨ ਆਪਾਂ ਨੂੰ ਪਤਾ ਵਾ, ਇੱਥੇ ਇੱਕ ਹੁਣ ਬੈਨੀਫਿਟ ਹੋ ਗਿਆ ਜੀ। ਨੰਬਰ 2 ਤੇ ਜੇ ਆਪਾਂ ਦੇਖੀਏ ਆਪਣੇ ਕੋਲੇ ਜੀ ਪ੍ਰੋਪਰ ਨਾउन ਵੀ ਹੈਗੇ ਆ ਕਾਫੀ। ਪ੍ਰੋਪਰ ਨਾउन ਕਿਵੇਂ, ਜਿਵੇਂ ਫੋਰਟ ਸਾਈਲਡ, ਹਾਂਜੀ ਕੈਨਲ ਹੋ ਗਈ, ਜਿਵੇਂ ਯਾਨੀ ਕਿ ਯੂਨੀਅਨ ਕੈਨਲ ਹੋ ਗਿਆ। ਉਧਰੋਂ ਜਾ ਕੇ ਆਪਾਂ ਅੱਗੇ ਜਾ ਕੇ ਦੇਖੀਏ ਤਾਂ ਅੱਗੇ ਜੇ ਆਪਾਂ ਨੂੰ ਇੱਕ ਵਾਰੀ 14ਵਾਂ ਲੱਭ ਗਿਆ ਤਾਂ ਗਾਂ ਚੀਜ਼ ਉਹ ਤੁਰੀ ਜਾਣੀ ਹੈ। ਤੇ ਜੇ ਆਪਾਂ ਦੇਖੀਏ ਕਿ ਆਪਣੀ ਡਾਇਗਰਾਮ ਨੂੰ ਜੇ ਪਹਿਲਾਂ ਕਰਨਾ ਹੋਵੇ ਤਾਂ ਡਾਇਗਰਾਮ ਦਾ ਕੀ ਹੁੰਦਾ ਵਾ, ਡਾਇਗਰਾਮ ਕਈ ਵਾਰੀ ਦੇਣ ਨੂੰ ਤਾਂ ਇੱਕ ਸਿੰਗਲ ਪੈਰਾਗ੍ਰਾਫ ਦੇ ਵਿੱਚ ਹੀ ਦਿੱਤੀ ਪਈ ਹੁੰਦੀ ਹੈ ਜੀ। ਇਹ ਗੱਲ ਆਪਣੇ ਮਾਈਂਡ 'ਚ ਰੱਖਿਓ। ਕਈ ਵਾਰੀ ਜਿਹੜੀ ਡਾਇਗਰਾਮ ਹੁੰਦੀ ਹੈ ਉਹ ਇੱਕ ਸਿੰਗਲ ਪੈਰਾਗ੍ਰਾਫ ਦੇ ਵਿੱਚ ਹੀ ਸਾਰੀ ਦਿੱਤੀ ਪਈ ਹੁੰਦੀ। ਕਈ ਵਾਰੀ ਉਹ 2 ਪੈਰੇ ਵੀ ਚੱਕ ਲੈਂਦੇ ਆ ਛੋਟੇ ਛੋਟੇ, ਉਹਨਾਂ ਨੂੰ ਸਪਲਿਟ ਕਰਕੇ ਸਾਰੀ ਡਾਇਗਰਾਮ ਦੱਸ ਦਿੰਦੇ। ਜੇ ਤੁਸੀਂ ਡਾਇਗਰਾਮ ਪਹਿਲਾਂ ਕਰਨੀ ਆ ਤਾਂ ਧਿਆਨ ਨਾਲ ਦੇਖਿਓ, ਪਹਿਲੇ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਮੈਨੂੰ ਕੋਈ ਪ੍ਰੋਪਰ ਨਾउन ਮਿਲਿਆ ਵਾ। ਅੱਗੇ ਜਾ ਕੇ ਜੀ ਹਲੇ ਤੱਕ ਆ ਹਾਈਡ੍ਰੋਲਿਕ ਮੋਟਰ, ਯਾਨੀ ਕਿ ਜੇ ਤੁਸੀਂ 22ਵਾਂ ਕੁਐਸਚਨ ਕਰਨਾ ਤੇ ਉਦੋਂ ਵੀ ਤਕੜੀ ਜੀ 26ਵਾਂ ਸਭ ਤੋਂ। ਮੈਂ ਤੁਹਾਨੂੰ ਦੱਸਾਂ ਕਿ ਜੇ ਆਪਾਂ ਮੈਪ ਰੀਡਿੰਗ ਦੀ ਹੈਲਪ ਲਈਏ, ਮੈਪ ਰੀਡਿੰਗ ਦੀ ਹੈਲਪ ਨਾਲ ਮੈਂ ਤੁਹਾਨੂੰ ਇੱਥੇ ਕੋਈ ਦੱਸਣਾ ਚਾਹੁੰਦਾ। ਮੈਪ ਰੀਡਿੰਗ ਕੀ ਕਹਿੰਦੀ ਹੈ ਜੀ, ਤੁਹਾਡਾ 14ਵਾਂ ਕੁਐਸਚਨ ਹੋਣਾ ਚਾਹੀਦਾ ਵਾ ਸਭ ਤੋਂ ਸਟਾਰਟਿੰਗ ਦੇ ਉੱਪਰ ਤੇ ਤੁਹਾਡਾ 26ਵਾਂ ਕੁਐਸਚਨ ਹੋਣਾ ਚਾਹੀਦਾ ਵਾ ਸਭ ਤੋਂ ਲਾਸਟ ਵਾਲੇ ਪੈਸੇ। ਆਪਾਂ ਵੈਰੀਫਾਈ ਕਰਦੇ ਆ 14ਵੇਂ ਦੇ ਵਿੱਚ ਕੀ ਲਿਖਿਆ ਜੀ ਆਪਾਂ ਨੂੰ, ਫੋਰਟ ਸਾਈਕਲ ਕੈਨਲ ਤੇ ਯੂਨੀਅਨ ਕੈਨਲ। ਆਪਾਂ ਪੈਰੇ ਵਿੱਚ ਗਏ ਤਾਂ ਸਟਾਰਟਿੰਗ ਵਾਲੇ ਪੈਰੇ ਵਿੱਚ ਧਿਆਨ ਨਾਲ ਦੇਖਿਓ, ਨੀਚੇ ਲਿਖਿਆ ਵਾ ਫੋਰਟ ਸਾਈਕਲ ਤੇ ਯੂਨੀਅਨ ਕੈਨਲ। ਇਹਦਾ ਮਤਲਬ 14ਵਾਂ ਕੁਐਸਚਨ ਮੇਰੇ ਹੱਥ ਵਿੱਚ ਹੈ ਜੀ, ਤਾਂ ਗਾਂ ਉਹ ਸੀਰੀਜ਼ ਹੀ ਚੱਲੀ ਜਾਣੀ ਆ ਉਹਦੀ। ਤੇ ਜੇ ਮੈਂ ਜਾ ਕੇ ਆ ਦੇਖਾਂ ਜੀ ਡਾਇਗਰਾਮ ਦੇਖਾਂ ਤਾਂ ਇਹਦਾ 26ਵਾਂ ਹੈਗਾ ਜੀ 11 ਮੀਟਰ, ਉਹਦੇ ਵਿੱਚ ਇੱਕ ਕੀਵਰਡ ਪਿਆ ਜੀ 11 ਮੀਟਰ। ਤੇ ਜੇ ਮੈਂ ਜਾ ਕੇ 25ਵਾਂ ਦੇਖਾਂ ਤਾਂ 25ਵੇਂ ਵਿੱਚ ਰੋਮਨ ਵਰਡ ਲਿਖਿਆ ਜੀ, ਇੱਕ ਕੈਪੀਟਲ ਵਰਡ ਆ, ਰੋਮਨ ਦਾ ਕੋਈ ਸਿਨੋਨਿਮ ਨਹੀਂ ਹੋਣਾ ਇੱਥੇ, ਰੋਮਨ ਹੋ ਗਿਆ ਤੇ ਉਧਰੋਂ 11 ਮੀਟਰ। ਇਹ ਮੈਂ ਜਾ ਕੇ ਵੈਰੀਫਾਈ ਕਰਕੇ ਆਉਣਾ। ਉਮੀਦ ਆ ਕਿ ਸੈਕੰਡ ਪੇਜ ਤੇ ਹੋਣਗੇ, ਪਹਿਲੇ ਤੇ ਹੋਣ ਦੀ ਸੰਭਾਵਨਾ ਬੜੀ ਘੱਟ ਆ। ਜੇ ਮੈਂ ਇੱਥੋਂ ਦੇਖਾਂ ਜੀ ਤਾਂ ਧਿਆਨ ਨਾਲ ਦੇਖਿਓ, ਜੇ ਤੁਹਾਨੂੰ ਆ ਲਾਸਟ ਪੈਸੇਜ ਦਿਖ ਰਿਹਾ ਹੋਊਗਾ ਤਾਂ ਇੱਥੇ 11 ਮੀਟਰ ਪਿਆ ਜੀ ਤੇ ਇੱਥੇ ਆਪਣੇ ਕੋਲੇ ਰੋਮਨ ਆਪਣੇ ਕੋਲੇ ਆ ਪਏ ਆ ਜੀ। ਤੇ ਡਾਇਗਰਾਮ ਪਹਿਲੇ ਆ ਲਾਸਟ ਵਾਲੇ 4 ਪੈਰਿਆਂ ਦੇ ਵਿੱਚ ਹੋ ਸਕਦੀ ਹੈ। ਹੁਣ ਮੈਪ ਰੀਡਿੰਗ ਕੀ ਕਹਿੰਦੀ ਆ, ਮੈਪ ਰੀਡਿੰਗ ਇਹ ਆ ਕਿ ਦੂਸਰੇ ਪੇਜ ਤੇ ਡਾਇਗਰਾਮ ਆ ਤੇ ਪਹਿਲੇ ਪੇਜ ਤੇ ਹੈਗੇ ਆ ਜੀ ਟਰੂ ਫਾਲਸ ਨਾਟ ਗਿਵਨ। ਇਹ ਨਾਲ ਆਪਾਂ ਨੂੰ ਪੋਜ਼ਿਟਿਵਿਟੀ ਹੋ ਜਾਂਦੀ, ਆਪਣਾ ਟਾਈਮ ਸੇਵ ਹੋ ਜਾਂਦਾ, ਆਪਾਂ ਨੂੰ ਲੋਕੇਸ਼ਨ ਵੱਲੋਂ ਕੋਈ ਚਿੰਤਾ ਨਹੀਂ ਰਹਿੰਦੀ ਆਪਾਂ ਨੂੰ। ਹੁਣ ਤੁਹਾਡੀ ਮਰਜ਼ੀ ਤੁਸੀਂ ਕੀ ਕਰਨਾ ਜੀ। ਕਰਨ ਨੂੰ ਆਪਾਂ ਡਾਇਰੈਕਟਲੀ ਜਾ ਕੇ ਆਪਾਂ ਡਾਇਗਰਾਮ ਵੀ ਕਰ ਸਕਦੇ ਹਾਂ, ਕਿਉਂਕਿ ਆਪਾਂ ਨੂੰ ਰੋਮਨ ਵੀ ਟਾਰਗੇਟ ਵਰਡ ਹੋ ਗਿਆ, 11 ਮੀਟਰ ਵੀ ਟਾਰਗੇਟ ਹੋ ਗਿਆ। ਪਰ ਆਪਾਂ ਕੀ ਕਰਾਂਗੇ, ਆਪਾਂ ਇੱਥੇ ਸਭ ਤੋਂ ਪਹਿਲਾਂ ਚਲੋ ਕੀ ਕਰਦੇ ਹਾਂ, ਹਾਂਜੀ ਤਾਂ ਆਪਾਂ ਇੱਥੇ ਚਲੋ ਡਾਇਗਰਾਮ ਹੀ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ, ਠੀਕ ਹੈ ਨਾ ਜੀ। ਡਾਇਗਰਾਮ ਹੀ ਕਰਦੇ ਹਾਂ ਆਪਾਂ। ਤੇ ਡਾਇਗਰਾਮ ਇਦਾਂ ਨਹੀਂ ਕਿ ਆਪਾਂ ਪਹਿਲੇ ਤੋਂ ਲੱਭਣ ਲੱਗ ਜਾਾਂਗੇ। ਆਪਾਂ ਨੂੰ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ, ਜਿਹੜੀ ਚੀਜ਼ ਆਪਣੇ ਹੱਥ ਵਿੱਚ ਆ ਉਹ ਚੀਜ਼ ਨੂੰ ਹਮੇਸ਼ਾ ਪਹਿਲਾਂ ਫੋਲੋ ਕਰਿਆ ਕਰੋ। ਆਪਾਂ ਨੂੰ ਰੀਡਿੰਗ ਖੁਦ ਕਲੂ ਦੇ ਰਹੀ ਆ, ਕਿਹੜੇ ਧਿਆਨ ਰੱਖਿਓ। ਜੇ ਆਪਾਂ ਪਿੱਛੋਂ ਵੀ ਲੱਭਣ ਲੱਗੀਏ ਤਾਂ ਇਹਦੇ ਵਿੱਚ ਬੁਰਾਈ ਕੀ ਆ, ਆਪਾਂ ਬੈਕ ਚੱਲਦੇ ਆਵਾਂਗੇ ਜੇ ਸੀਕੁਐਂਸ ਵਿੱਚ ਹੋਏ ਤਾਂ, ਨਾਲੇ ਆਪਾਂ ਨੂੰ ਪਤਾ ਲੱਗਦਾ ਰਹੂਗਾ ਕੀ ਕਹਿੰਦੇ ਜੀ। ਹੁਣ ਇਹਦੇ ਵਿੱਚ ਹੁਣ ਦੇਖੋ ਬਲੈਂਕਸ ਕਰਨ ਤੋਂ ਪਹਿਲਾਂ ਹੀ ਆਪਾਂ ਇਹ ਪ੍ਰੈਡਿਕਸ਼ਨ ਕਰ ਲੈਂਦੇ ਆ ਕਿ ਆਨਸਰ ਕਿਹੜੇ ਹੋਣਗੇ। ਹੁਣ ਤੁਸੀਂ ਸੋਚ ਰਹੇ ਹੋ ਵੀ ਕੀ ਇਹ ਪੋਸੀਬਲ ਹੈਗਾ, ਬਿਲਕੁਲ ਹੈਗਾ। ਆਪਾਂ ਬਲੈਂਕਸ ਅੱਜ ਤੱਕ ਕੀਤੀਆਂ, ਆਪਾਂ ਪ੍ਰੈਡਿਕਸ਼ਨ ਪਹਿਲਾਂ ਹੀ ਕਰਦੇ ਆ ਨਾ। ਤਾਂ ਚਲੋ ਜੀ ਆਪਾਂ ਪ੍ਰੈਡਿਕਸ਼ਨ ਕਰਦੇ ਇਦਾਂ ਦੀ ਕਿ ਕੀ ਆਨਸਰ ਹੋ ਸਕਦੇ ਆ ਸਾਰਿਆਂ ਦੇ। ਚਲੋ ਜੀ
20ਵਾਂ ਕੁਐਸਚਨ ਦੇਖੋ ਜੀ ਧਿਆਨ ਨਾਲ। ਲੱਭੂਗਾ ਮੈਂ ਸਭ ਤੋਂ ਪਹਿਲਾਂ 25ਵਾਂ 26ਵਾਂ ਹੀ, ਕਿਉਂਕਿ ਇਹਨਾਂ ਦੇ ਜੋ ਕੀਵਰਡ ਆ ਉਹ ਟਾਰਗੇਟਡ ਕੀਤੇ ਪਏ ਆ ਮੇਰੇ ਉੱਧਰ। ਬਟ ਚਲੋ ਦੇਖਦੇ ਵੀ ਕਿਹੜਾ ਕਿਹੜਾ ਆਨਸਰ ਕਿਹੜੇ ਕਿਹੜੇ ਚ ਹੋ ਸਕਦਾ ਜੀ। ਤਾਂ ਧਿਆਨ ਨਾਲ ਦੇਖੋ ਜੀ, ਨੋਟ ਕਰ ਲਓ ਆਪਦੀ ਕਾਪੀ ਤੇ ਨਾਲ ਨਾਲ। ਇਹਨਾਂ ਨੇ ਸਟਾਰਟਿੰਗ 'ਚ ਹੀ ਲਿਖਿਆ ਪਿਆ ਅ ਪੇਅਰ ਆਫ, ਜਿੱਥੇ ਵੀ ਇਹ ਵਰਡ ਲਿਖਿਆ ਪਿਆ ਹੋਵੇ ਪੇਅਰ ਆਫ, ਜੋੜਾ ਹਮੇਸ਼ਾ ਪਲੂਰਲ ਚੀਜ਼ਾਂ ਦਾ ਹੀ ਹੁੰਦਾ ਜੀ, ਜੋੜਾ ਕਿਸੇ ਸਿੰਗੂਲਰ ਚੀਜ਼ ਦਾ ਨਹੀਂ ਹੁੰਦਾ। ਪੇਅਰ ਆਫ ਸ਼ੂਜ਼ ਹੁੰਦਾ ਵਾ, ਸ਼ੂ ਨਹੀਂ ਹੁੰਦਾ, ਠੀਕ ਹੈ ਜੀ। ਪੇਅਰ ਆਫ ਸ਼ੂਜ਼ ਹੁੰਦਾ ਵਾ। ਜਿੰਨੇ ਵੀ ਚੀਜ਼ਾਂ ਤੁਸੀਂ ਪੇਅਰ ਲਾਓਗੇ ਬਾਅਦ ਦੇ ਵਿੱਚ ਪਲੂਰਲ ਚੀਜ਼ਾਂ ਹੀ ਲਿਖੀਆਂ ਜਾਂਦੀਆਂ ਹੁੰਦੀਆਂ। ਯਾਨੀ ਕਿ 20ਵਾਂ ਆਨਸਰ ਕੀ ਆ ਆਪਣਾ, ਇੱਕ ਪਲੂਰਲ ਆਨਸਰ ਹੋਣਾ ਜਿਹਦੇ ਪਿੱਛੇ SES ਲੱਗੀ ਹੋਊਗੀ ਜੀ ਆਪਣੀ। 21ਵੇਂ ਤੇ ਕਹਿੰਦੇ ਅ ਡੈਸ਼ ਇਜ਼ ਟੇਕਨ ਆਊਟ, ਆ ਚੀਜ਼ ਬਾਹਰ ਕੱਢੀ ਜਾਂਦੀ ਹੈ, ਬਾਅਦ ਚੋਂ ਲੱਗਾ ਇਜ਼, ਇਹਦਾ ਮਤਲਬ ਆਨਸਰ ਕੀ ਹੈ ਜੀ ਇਹਦਾ 100% ਇਹਦਾ ਇੱਕ ਸਿੰਗੂਲਰ ਆਨਸਰ ਹੈ ਜੀ। 22ਵੇਂ ਤੇ ਜਾਂਦੇ ਆ ਜੀ, ਕਹਿੰਦੇ ਹਾਈਡ੍ਰੋਲਿਕ ਆ ਜਿਹੜਾ ਮੋਟਰ ਆ ਉਹ ਡਰਾਈਵਸ, ਚਲਾਉਣਾ ਸ਼ੁਰੂ ਕਰਦੀ ਹੈ। ਕਿਹਨੂੰ ਚਲਾਉਣਾ ਸ਼ੁਰੂ ਕਰਦੀ ਹੈ? ਇਹਨੂੰ। ਇਹਦੇ ਬਾਰੇ ਮੇਰੇ ਕੋਲੇ ਕੋਈ ਕਲੂ ਨਹੀਂ ਜੀ। ਸਿੰਗੂਲਰ ਚੀਜ਼ ਵੀ ਹੋ ਸਕਦੀ ਹੈ, ਪਲੂਰਲ ਵੀ ਹੋ ਸਕਦੀ, ਇਹਦੇ ਬਾਰੇ ਕੁਝ ਨਹੀਂ ਪਤਾ। 23ਵੇਂ ਵਿੱਚ ਗਿਆ, ਕਹਿੰਦੇ ਅਰੇਂਜ ਆਫ, ਜਿਵੇਂ ਹੀ ਆਪਣੇ ਕੋਲੇ ਅ ਪੇਅਰ ਆਫ ਹੁੰਦਾ ਉਸੇ ਤਰ੍ਹਾਂ ਹੀ ਆਪਣੇ ਕੋਲੇ ਰੇਂਜ ਆਫ ਹੁੰਦਾ ਵਾ, ਤੇ ਬਾਅਦ ਚੋਂ ਜਿਹੜਾ ਨਾਉਨ ਲੱਗਦਾ ਹੁੰਦਾ ਉਹ ਹਮੇਸ਼ਾ ਪਲੂਰਲ ਹੀ ਲੱਗਦਾ ਹੁੰਦਾ ਹੈ, ਵੀ ਨੋਟ ਕਰ ਲਓ ਜੀ। ਤੇ ਜਿਹੜਾ ਇਹਦੇ ਮੂਹਰੇ ਲਿਖਿਆ ਨਾ ਡਿਫਰੈਂਟ ਸਾਈਜ਼ਡ, ਇਹ ਇੱਕ ਐਡਜੈਕਟਿਵ ਆ ਜੀ ਬਣਿਆ ਤਨਿਆ। ਡਿਫਰੈਂਟ ਸਾਈਜ਼ਡ ਕੀ? ਡਿਫਰੈਂਟ ਸਾਈਜ਼ਡ ਉਹ ਚੀਜ਼ ਜਿਹੜੀ ਆਪਾਂ ਲੱਭ ਕੇ ਲਿਆਉਣੀ ਹੈ, ਇੱਕ ਪਲੂਰਲ ਨਾਉਨ ਆਉਣਾ ਇਹਦੇ ਵਿੱਚ ਜੀ। 24ਵਾਂ ਦੇਖਦੇ ਆ ਜੀ, 24ਵੇਂ ਚ ਕੀ ਕਹਿੰਦੇ ਜੀ ਉਹ। 24ਵੇਂ ਚ ਉਹਨਾਂ ਨੇ ਕਿਹਾ ਜੀ ਬੋਟ ਜਿਹੜੀ ਹੈਗੀ ਆ ਉਹ ਰੀਚ ਕਰਦੀ ਹੈ ਜੀ। ਰੀਚ ਕਿੱਥੇ ਕਰਦੀ ਹੈ ਜੀ? ਉਹ ਬੋਟ ਰੀਚ ਟੌਪ ਵੀਲ, ਟੌਪ ਵੀਲ ਤੇ ਜਾ ਵੜਿੰਦੀ ਆ। ਬਾਅਦ ਚੋਂ ਮੂਵ ਹੁੰਦੀ ਆ ਡਾਇਰੈਕਟਲੀ ਔਨ ਟੂ ਡੈਸ਼, ਇਹਦਾ ਕਲੂ ਕੀ ਆ? ਔਨ ਟੂ ਪ੍ਰੈਪੋਜੀਸ਼ਨ ਉੱਥੇ ਲੱਗੀ ਹੋ ਸਕਦੀ ਆ, ਔਨ ਹੋ ਸਕਦੀ ਉੱਥੇ ਲੱਗੀ ਜੀ। ਆ ਇਹਦਾ ਕਲੂ ਆ। ਸਿੰਗੂਲਰ ਆ ਕਿ ਪਲੂਰਲ ਆ ਇਹ ਵੀ ਆਪਾਂ ਇਹਦਾ ਪ੍ਰੈਡਿਕਟ ਨਹੀਂ ਕਰ ਸਕਦੇ, ਕਿਉਂਕਿ ਜਿੰਨਾ ਦਾ ਆਪਾਂ ਕਰ ਸਕਦੇ ਆ ਉਹਨਾਂ ਦਾ ਹੀ ਕਰਾਂਗੇ, ਧੱਕੇ ਨਾਲ ਨਹੀਂ ਕਿਸੇ ਦਾ ਕਰਾਂਗੇ। ਤੇ ਜੇ ਆਪਾਂ ਜਾ ਕੇ ਦੇਖੀਏ 25ਵਾਂ ਕੁਐਸਚਨ ਕੀ ਕਹਿੰਦੇ ਜੀ, ਕਹਿੰਦੇ ਬੋਟ ਆ ਜਿਹੜੀ ਉਹ ਟਰੈਵਲ ਕਰਦੀ ਆ ਟਨਲ ਦੇ ਥਰੂ, ਟਨਲ ਦੇ ਰਾਹੀਂ ਉਹ ਟਰੈਵਲ ਕਰਦੀ ਆ। ਬਨੀਥ ਦਾ ਮਤਲਬ ਅੰਡਰ, ਕਿਹੜੀ ਚੀਜ਼ ਦੇ ਨੀਚੋਂ ਦੀ? ਰੋਮਨ ਡੈਸ਼ ਦੇ ਨੀਚੋਂ ਦੀ। ਜਿੱਥੋਂ ਤੱਕ ਮੈਨੂੰ ਪਤਾ ਲੱਗਿਆ, ਮੈਨੂੰ ਤਾਂ ਪਤਾ ਲੱਗਿਆ ਵੀ ਰੋਮਨ ਤਾਂ ਇੱਕ ਐਡਜੈਕਟਿਵ ਆ, ਰੋਮਨ ਦੀ ਤਾਂ ਫਿਰ ਉਹ ਕੋਈ ਚੀਜ਼ ਆ। ਫੋਰ ਐਗਜ਼ਾਮਪਲ ਜੇ ਮੈਂ ਤੁਹਾਨੂੰ ਆਹ ਵਾਲੀ ਚੀਜ਼ ਲਿਖ ਦਵਾਂ, ਤੁਹਾਨੂੰ ਮੈਂ ਲਿਖਤਾ ਇੰਡੀਅਨ ਡੈਸ਼, ਹਲੋ ਇੰਡੀਅਨ ਡੈਸ਼, ਤੁਸੀਂ ਹੁਣ ਇੰਡੀਅਨ ਕੋਈ ਤਾਂ ਚੀਜ਼ ਹੋਊਗੀ ਨਾ, ਇੰਡੀਅਨ ਬਿਲਡਿੰਗ ਹੋ ਸਕਦੀ ਹੈ ਜੀ, ਇੰਡੀਅਨ ਉਹ ਕੋਈ ਵੀ, ਜਾਨੀ ਕਿ ਜਿਹੜੀ ਚੀਜ਼ ਇੰਡੀਅਨ ਹੈਗੀ ਆ, ਇਹਦਾ ਮਤਲਬ ਉਹ ਚੀਜ਼ ਰੋਮਨ ਦੀ ਡੈਸ਼ ਆ, ਕੋਈ ਰੋਮਨ ਡੈਸ਼। ਰੋਮਨ ਦੀ ਬਿਲਡਿੰਗ ਹੋ ਸਕਦੀ ਹੈ ਜੀ, ਰੋਮਨ ਦੀ ਟਨਲ ਹੋ ਸਕਦੀ, ਕੁਝ ਵੀ ਹੋ ਸਕਦਾ, ਐਨੀਥਿੰਗ। ਜਾਨੀ ਕਿ ਇੱਕ ਨਾਉਨ ਆਨਸਰ ਆਉਣਾ, ਰੋਮਨ ਉਹਨੂੰ ਜਾਨੀ ਕਿ ਮੋਡੀਫਾਈ ਕਰ ਰਿਹਾ, ਰੋਮਨ ਨੂੰ ਉਹ ਬਿਲੋਂਗ ਕਰਦੀ ਆ। 26ਵੇਂ ਚ ਕੀ ਕਹਿੰਦੇ ਜੀ, ਕਹਿੰਦੇ ਡੈਸ਼ ਰੇਜ਼। ਜਦੋਂ ਹੀ ਮੈਨੂੰ ਪਤਾ ਲੱਗੇ ਇਹ ਤਾਂ ਜੀ ਪ੍ਰੈਜ਼ੈਂਟ ਵਿੱਚ ਲਿਖਿਆ ਪਿਆ, ਤਾਂ ਫਸਟ ਫਾਰਮ ਲਿਖੀ ਪਈ ਆ, ਇਹਦਾ ਮਤਲਬ ਫਸਟ ਫਾਰਮ, ਇਹਦਾ ਮਤਲਬ ਇੱਥੇ ਸਬਜੈਕਟ ਮਿਸਿੰਗ ਹੈ ਜੀ, ਸਬਜੈਕਟ ਮਿਸਿੰਗ ਹੈ, ਬਾਅਦ ਚੋਂ ਸਿੱਧੀ ਵਰਬ ਲਿਖੀ ਪਈ ਹੈ। ਤੇ ਵਰਬ ਦੇ ਨਾਲ ਕੀ ਲੱਗਾ? ਨਾ ਹੀ ਤਾਂ ਐਸ ਲੱਗਾ ਤੇ ਨਾ ਹੀ ਲੱਗਾ ਜੀ ES। ਮਤਲਬ ਕੀ ਆ? ਮਤਲਬ ਕਿ ਜੀ ਸਬਜੈਕਟ ਨਾਲ SES ਲੱਗਾ ਹੋਊਗਾ। ਇਹ ਤਾਂ ਆਪਣਾ ਪ੍ਰੈਜ਼ੈਂਟ ਇੰਡੈਫੀਨਿਟ ਨਿਕਲ ਗਿਆ, ਸਟਾਰਟਿੰਗ ਤੋਂ ਹੀ ਸਬਜੈਕਟ ਨਾਲ ਫਸਟ ਫਾਰਮ ਨਾਲ S ਜਾਂ ES ਜੇ ਨਾ ਲੱਗੀ ਹੋਵੇ ਤਾਂ ਸਮਝ ਲਓ ਸਬਜੈਕਟ ਨਾਲ ਪੱਕਾ ਲੱਗੀ ਹੋ, ਤਾਂ ਇੱਕ ਪਲੂਰਲ ਚੀਜ਼ ਆਉਣੀ ਹੈ ਜੀ। ਇਹਨਾਂ ਸਾਰਿਆਂ ਦੀ ਪ੍ਰੈਡਿਕਸ਼ਨ ਕਰਤੀ ਜੀ ਮੈਂ। ਹੁਣ ਆਪਾਂ ਨੂੰ ਲੱਭਣੇ ਸੌਖੇ ਹੋ ਜਾਣਗੇ। ਹੁਣ ਆਪਾਂ ਕ੍ਰੋਸ ਚੈੱਕ ਕਰ ਸਕਦੇ ਹਾਂ ਜੇ ਕੋਈ ਗਲਤ ਵੀ ਲਾਤਾ ਤਾਂ। ਚਲੋ ਜਾ ਕੇ ਦੇਖ ਕੇ ਆਈਏ ਜੀ। ਆਪਾਂ ਚੱਲਦੇ ਸਭ ਤੋਂ ਪਹਿਲਾਂ 25ਵਾਂ 26ਵਾਂ, ਚਲੋ ਪਹਿਲਾਂ 25ਵਾਂ ਕਰਦੇ ਹਾਂ ਜੀ। ਬੋਟ ਟਰੈਵਲ ਕਰਦੀ ਹੁੰਦੀ ਸੀ ਟਨਲ ਦੇ ਰਾਹੀਂ, ਕਿਹਦੇ ਨੀਚੋਂ ਦੀ? ਰੋਮਨ ਡੈਸ਼ ਦੇ ਨੀਚੋਂ ਦੀ। ਜਾ ਕੇ ਦੇਖ ਕੇ ਉਹਨੇ ਕਿਹੜੀ ਚੀਜ਼ ਹੈ ਜਿਹੜੀ ਰੋਮਨ ਦੀ ਹੈ ਜੀ, ਜਾ ਕੇ ਦੇਖ ਕੇ ਉਹਨੇ ਵੀ ਕਿਹੜੀ ਚੀਜ਼ ਆ ਜਿਹੜੀ ਰੋਮਨ ਦੀ ਹੈ ਜੀ। ਲਾਸਟ ਪੈਰੇ ਉੱਪਰ ਆਪਾਂ ਚੱਲਾਂਗੇ ਜੀ ਜਿੱਥੋਂ ਆਪਾਂ ਨੂੰ ਇਹ ਦਿਖੀ ਸੀਗੀ ਚੀਜ਼। ਹਾਂਜੀ ਚਲੋ ਜੀ ਜਾ ਕੇ ਦੇਖਦੇ ਹਾਂ ਆਪਾਂ ਇਹਨੂੰ। ਤਾਂ ਐਂਡ ਵਾਲਾ ਪੈਰਾ ਆਪਣਾ ਜਿਹਦੇ ਵਿੱਚ ਰੋਮਨਸ ਲਿਖਿਆ ਪਿਆ ਜੀ, ਐਂਡ ਵਾਲਾ ਪੈਰਾ ਆਪਣਾ ਜੀ ਜਿਹਦੇ ਵਿੱਚ ਆਪਣਾ ਰੋਮਨਸ ਲਿਖਿਆ ਪਿਆ ਵਾ। ਕੀ ਕਹਿੰਦੇ ਜੀ, ਧਿਆਨ ਨਾਲ ਦੇਖਿਓ, ਪੜ੍ਹਨਾ ਸ਼ੁਰੂ ਕਰਦਾ ਜੀ। ਉਹ ਲਾਈਨ ਹੀ ਪੜੂੰਗਾ, ਆਹ ਵਾਲੀ ਜੀ, ਰੋਮਨਸ ਲਿਖਿਆ ਪਿਆ ਜੀ, ਆਹ ਚੀਜ਼ ਤੇ ਕੀ ਲਿਖਿਆ ਪਿਆ ਜੀ? ਰੋਮਨਸ। ਚਲੋ ਜਾ ਕੇ ਪੜ੍ਹਦੇ ਹਾਂ ਜੀ ਆਪਾਂ ਕਿੱਥੋਂ ਸ਼ੁਰੂ ਹੁੰਦਾ ਜੀ। ਓਕੇ, ਕਹਿੰਦੇ ਜੀ ਵੀਲ ਆ ਜਿਹੜਾ ਕੁਡ ਨਾਟ ਬੀ ਕੰਸਟਰਕਟਡ, ਉਹ ਕੰਸਟਰਕਟ ਨਹੀਂ ਕੀਤਾ ਜਾ ਸਕਦਾ ਸੀਗਾ, ਨਹੀਂ ਕੀਤਾ ਜਾ ਸਕਦਾ ਜੀ ਉਹ ਕੰਸਟਰਕਟਡ। ਟੂ ਐਲੀਵੇਟ ਬੋਟ, ਬੋਟ ਨੂੰ ਐਲੀਵੇਟ ਕਰਨ ਦੇ ਲਈ, ਯਾਨੀ ਕਿ 35 ਮੀਟਰ ਉੱਪਰ ਕਹਿੰਦੇ
डिफरेंस बिटवीन द टू कैनल्स, ਜਿਹੜੀਆਂ ਦੋ ਕੈਨਲ ਦੇ ਵਿੱਚ ਡਿਫਰੈਂਸ ਸੀਗਾ ਓਇੰਗ ਟੂ ਕਿਹਦੇ ਕਰਕੇ ਨਹੀਂ ਕੀਤਾ ਜਾ ਸਕਦਾ ਸੀ ਉਹ ਕੰਸਟਰਕਟ, ਬਿਕੋਜ਼ ਕਹਿੰਦੇ ਉੱਥੇ ਇੱਕ ਚੀਜ਼ ਪ੍ਰੈਜ਼ੈਂਟ ਸੀਗੀ। ਉਹ ਚੀਜ਼ ਸੀ ਕਿਹੜੀ? ਉਹ ਚੀਜ਼ ਹਿਸਟੋਰੀਕਲੀ ਕਾਫੀ ਇੰਪੋਰਟੈਂਟ ਸੀਗੀ, ਹਿਸਟੋਰੀਕਲੀ ਦੇ ਹਿਸਾਬ ਨਾਲੋਂ ਕਾਫੀ ਇੰਪੋਰਟੈਂਟ ਸੀਗੀ। ਸੀ ਕੀ ਜੀ? ਇਹ ਐਂਟੋਨੀ ਵਾਲ, ਇੱਕ ਵਾਲ ਸੀਗੀ ਜੀ, ਕਹਿੰਦੇ ਕੰਧ ਸੀਗੀ ਇੱਕ, ਵਿੱਚ ਕਿਹਦੇ ਲਈ ਲਾਇਆ ਜੀ? ਵਿੱਚ ਇਹਨਾਂ ਨੇ ਲਾਇਆ ਆਹ ਵਾਲੀ, ਆ ਦੋਨਾਂ ਚੀਜ਼ਾਂ ਲਈ, ਐਂਟੋਨੀ ਵਾਲ ਦੇ ਲਈ। ਇਹ ਕਹਿੰਦੇ ਕਿਹਦੇ ਦੁਆਰਾ ਬਣਾਇਆ ਗਿਆ ਸੀ? ਰੋਮਨਸ ਦੇ ਦੁਆਰਾ। ਯਾਨੀ ਕਿ ਕਿਹੜੀ ਚੀਜ਼ ਸੀ ਉਹ ਰੋਮਨਸ ਦੀ? ਉਹ ਐਂਟੋਨੀ ਵਾਲ ਸੀਗੀ ਜੀ। ਹੁਣ ਜਾ ਕੇ ਮੈਂ ਦੇਖਦਾ ਕਿ ਵਰਡ ਲਿਮਿਟ ਕਿੰਨੀ ਕਹੀ ਹੈ ਜੀ, ਜਿਹੜੀ ਚੀਜ਼ ਆਪਾਂ ਦੇਖਣੀ ਹੁੰਦੀ ਸਟਾਰਟਿੰਗ ਤੋਂ। ਇਹਨਾਂ ਨੇ ਕਿਹਾ ਜੀ ਮੈਨੂੰ 1 ਵਰਡ। ਹੁਣ ਜੀ ਜੇ ਇਹਨਾਂ ਨੇ ਮੈਨੂੰ 1 ਵਰਡ ਕਿਹਾ, ਧਿਆਨ ਨਾਲ ਦੇਖਿਓ, ਜਿਹੜਾ ਉੱਥੇ ਵਰਡ ਐਂਟਨੀ ਲਿਖਿਆ ਪਿਆ ਸੀ ਜੀ, ਉੱਥੇ ਮੇਨ ਉਹ ਥੋੜੀ ਬਣਾਇਆ ਰੋਮਨ ਨੇ, ਮੇਨ ਚੀਜ਼ ਤਾਂ ਵਾਲ ਬਣਾਈ ਹੈ ਜੀ, ਕੰਧ ਨੂੰ ਮੇਨ ਕਹਿ ਰਹੇ ਆ ਜੀ ਉਹ। ਇਹਦਾ ਮਤਲਬ ਉਹ ਕਿਹੜੀ ਚੀਜ਼ ਹੈ ਜਿਹੜੀ ਰੋਮਨ ਦੀ ਹੈਗੀ ਹੈ ਜੀ? ਉਹਦਾ ਨਾਮ ਹੈਗਾ ਜੀ ਵਾਲ, ਰੋਮਨ ਵਾਲ ਆਪਣਾ ਇਹਦਾ ਆਂਸਰ ਹੈਗਾ। 26ਵਾਂ ਦੇਖਦੇ ਹਾਂ, ਧਿਆਨ ਨਾਲ ਦੇਖਿਓ ਜੀ। ਕਹਿੰਦੇ ਡੈਸ਼ ਚੀਜ਼, ਡੈਸ਼ ਰੇਜ਼, ਆਹ ਵਾਲੀ ਚੀਜ਼, ਚੀਜ਼ ਨਹੀਂ ਕਹੂੰਗਾ ਬਲਕਿ ਚੀਜ਼ਾਂ ਕਹੂੰਗਾ। ਕਿਉਂ? ਕਿਉਂਕਿ ਮੈਨੂੰ ਪਤਾ ਕਿ ਪਲੂਰਲ ਆਂਸਰ ਆ। ਆਹ ਵਾਲੀਆਂ ਚੀਜ਼ਾਂ ਨਾ ਜਿਹੜੀਆਂ, ਇਹ ਬੋਟ ਨੂੰ ਰੇਜ਼ ਕਰ ਦਿੰਦੀਆਂ। ਰੇਜ਼ ਦਾ ਮਤਲਬ ਉੱਪਰ ਨੂੰ ਚੁੱਕ ਦਿੰਦੀਆਂ, 11 ਮੀਟਰ ਉੱਪਰ ਚੁੱਕ ਦਿੰਦੀਆਂ ਜੀ, ਟੂ ਲੈਵਲ ਆਫ ਯੂਨੀਅਨ ਕੈਨਲ, ਯੂਨੀਅਨ ਕੈਨਲ ਦੇ ਲੈਵਲ ਤੇ। ਕਿਹੜੀਆਂ ਚੀਜ਼ਾਂ ਵਾ ਜਿਹੜੀਆਂ ਬੋਟ ਨੂੰ 11 ਮੀਟਰ ਤਾਂ ਤੱਕ ਚੱਕਦੀਆਂ ਜੀ? ਉਹ ਆਪਾਂ ਜਾ ਕੇ ਦੇਖ ਕੇ ਉਹਨੇ 11 ਮੀਟਰ ਆਪਣਾ ਸਟਾਰਟਿੰਗ ਦੇ ਵਿੱਚ ਹੀ ਇੱਕ ਪਿਆ ਜੀ, ਸਟਾਰਟਿੰਗ 'ਚ ਹੀ ਕੀਵਰਡ ਹੈ। ਕਹਿੰਦੇ ਦ ਰਿਮੇਨਿੰਗ, ਬਾਕੀ ਬਚਿਆ ਹੋਇਆ ਜਿਹੜਾ 11 ਮੀਟਰ ਆ, ਆਫ ਲਿਫਟ ਨੀਡਡ। ਕਹਿੰਦੇ ਜੀ 11 ਮੀਟਰ ਤਾਂ ਉਹਨੂੰ ਹੋਰ ਚੱਕਣ ਦੀ ਲੋੜ ਪੈਂਦੀ ਆ। ਆਪਾਂ ਕੀ ਲੱਭਣ ਆਏ ਆ? ਕਿਹੜੀ ਚੀਜ਼ ਚੱਕਣ ਦਾ ਕੰਮ ਕਰਦੀ ਆ, ਤਾਂ ਕਿ ਇਹਨੂੰ ਯੂਨੀਅਨ ਕੈਨਲ ਤੱਕ ਲੈ ਕੇ ਜਾ ਸਕੇ। ਬਿਲਕੁਲ ਜੀ। ਤੇ ਇਹ ਜਿਹੜੀ ਚੀਜ਼ ਆ ਅਚੀਵ, ਇਹ ਪ੍ਰਾਪਤ ਕੀਤੀ ਜਾਂਦੀ ਹੈ ਕਿਹਨਾਂ ਦੇ ਦੁਆਰਾ ਪ੍ਰਾਪਤ ਕੀਤੀ ਜਾਂਦੀ ਆ? ਪੇਅਰ ਆਫ, ਪੇਅਰ ਕਿਹੜੀ ਚੀਜ਼ ਦੇ ਆ? ਲੌਕਸ। ਯਾਨੀ ਕਿ ਜੀ ਕਿਹੜੀ ਚੀਜ਼ 11 ਮੀਟਰ ਤਾਂ ਚੱਕ ਦਿੰਦੀ ਹੈ ਇਹਨੂੰ? ਲੌਕਸ ਇਹਨਾਂ ਨੂੰ 11 ਮੀਟਰ ਤਾਂ। ਅੱਛਾ, ਮੈਂ ਵੈਰੀਫਾਈ ਕਰਨ ਲੱਗਾ ਕਿ ਮੈਂ ਇੱਕ ਯਾਨੀ ਕਿ ਪਲੂਰਲ ਆਂਸਰ ਲੱਭਦਾ ਫਿਰਦਾ ਸੀਗਾ, ਤੇ ਇਹ ਪਲੂਰਲ ਹੀ ਆ, ਲੌਕਸ ਇੱਕ ਪਲੂਰਲ ਹੀ ਹੈ ਜੀ। ਮੀਨਸ ਦਾ ਮਤਲਬ ਕੀ? ਤੁਹਾਡੇ ਵਿੱਚੋਂ ਕਈ ਸਟੂਡੈਂਟ ਕਹਿਣਗੇ ਕਿ ਸਾਨੂੰ ਮੀਨਸ ਤਾਂ ਜਰੀਆ ਹੁੰਦਾ ਨਾ, ਮੀਨਸ ਤਾਂ ਵੇ ਦਾ ਸਿਨੋਨਿਮ ਹੈ ਜੀ। ਕਹਿੰਦੇ ਕਿਹੜੇ ਰਾਸਤੇ ਆ? ਪੇਅਰ ਹੁੰਦੇ ਰਾਸਤੇ ਆ। ਪੇਅਰ ਕਾਦੇ? ਪੇਅਰ ਹੈਗੇ ਆ ਲੌਕਸ ਦੇ ਜੀ। ਫਾਈਨਲ ਆਂਸਰ ਆਪਣਾ ਇਹਦਾ ਲੌਕ ਆਉਣਾ ਵਾ ਜੀ, ਲੌਕਸ। ਅੱਗੇ ਚੱਲਦੇ ਆ ਜੀ। ਅੱਛਾ, ਆਪਾਂ 26ਵਾਂ ਲੱਭਤਾ, ਆਪਾਂ 25ਵਾਂ ਲੱਭਤਾ, ਆਪਾਂ ਬੈਕ ਤੁਰੇ ਆਉਂਦੇ ਆ। ਚਲੋ ਜੀ, ਇਹ 'ਚ ਵੀ ਕੋਈ ਬੁਰਾਈ ਨਹੀਂ ਗੀ ਕਿ ਕਈ ਵਾਰੀ ਕੋਈ ਚੀਜ਼ ਜਾਨੀ ਕਿ ਸਿੱਧੇ ਹੋ ਕੇ ਨਹੀਂ ਮਿਲਦੀ ਤਾਂ ਉਹਨੂੰ ਥੋੜਾ ਪੁੱਠੇ ਹੋ ਕੇ ਵੀ ਆਪਾਂ ਜਾਨੀ ਕਿ ਕਰਦੇ ਆ। ਆਪਣੀ ਲਾਈਫ 'ਚ ਵੀ ਏਦਾਂ ਕਈ ਵਾਰੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਜੀ, ਤੇ ਇਹਦੇ ਵਿੱਚ ਕੋਈ ਬੁਰਾਈ ਨਹੀਂ, ਕਿਉਂਕਿ ਰੀਡਿੰਗ ਆਪਾਂ ਨੂੰ ਜਿਵੇਂ ਲਈ ਜਾਂਦੀ ਆ। ਮੇਨ ਚੀਜ਼ ਹੁੰਦੀ ਹੈ ਕਿ ਪੈਨਿਕ ਨਾ ਹੋਣਾ, ਬਸ ਜਿੰਨਾ ਚਿਰ ਪੈਨਿਕ ਨਹੀਂ ਹੁੰਦੇ ਸਾਰਾ ਕੁਝ ਸਹੀ ਹੈ ਜੀ, ਠੀਕ ਹੈ ਨਾ। ਜੇ ਮੈਂ ਚਾਹਾਂ ਤਾਂ ਇੱਕ ਬ੍ਰੇਕ ਵੀ ਲਾ ਸਕਦਾ, ਮੈਂ ਸਿੱਧਾ ਹਾਈਡ੍ਰੋਲਿਕ ਵਰਡ ਲੱਭ ਸਕਦਾ ਵਾਂ। ਆ ਵਿੱਚ ਵਾਲੇ ਸਾਰੇ ਇਹਦੇ ਸਕੰਜੇ ਦੇ ਫਸ ਜਾਣੇ ਆ ਜੇ ਸੀਕੁਐਂਸ ਦੇ ਵਿੱਚ ਹੋਏ ਤਾਂ, ਜੇ ਸੀਕੁਐਂਸ ਨਾ ਹੋਏ ਤਾਂ ਕੋਈ ਚੱਕਰ ਨਹੀਂ ਜੀ। ਹੁਣ ਮੈਂ ਕੀ ਲੱਭਣਾ ਵਾ? ਹੁਣ ਮੇਰੇ ਜਿਹੜੇ ਵਰਡ ਲੱਭਣ ਵਾਲੇ ਮੇਨ ਹੈਗੇ ਆ ਜੀ, ਦੇਖੋ ਮੈਂ ਚਾਹਾਂ ਤਾਂ ਹਾਈਡ੍ਰੋਲਿਕ ਮੋਟਰ ਵਰਡ ਵੀ ਲੱਭ ਕੇ ਆ ਸਕਦਾ ਜੀ। ਉਹ ਹੋਊਗਾ ਕੀ ਫਿਰ ਮੇਰਾ? ਉਹਦੇ ਵਿੱਚ ਮੈਂ ਇਹ ਜਾ ਕੇ ਲੱਭਣਾ ਕਿਹੜੀ ਹਾਈਡ੍ਰੋਲਿਕ ਮੋਟਰ ਆ, ਉਹ ਆਹ ਵਾਲੀ ਚੀਜ਼ ਨੂੰ ਡਰਾਈਵ ਕਰਦੀ ਆ। ਤੇ ਨਾਲੇ ਹਾਈਡ੍ਰੋਲਿਕ ਮੇਰਾ ਹੈ ਵੀ ਇੱਕ ਪ੍ਰੋਪਰ ਨਾਉਨ, ਇਹਦੇ ਨਾਲ ਕੋਈ ਹੇਰਾ ਫੇਰੀ ਵੀ ਨਹੀਂ ਰੀਡਿੰਗ ਕਰ ਸਕਦੀ। ਚਲੋ ਕਿਉਂ ਨਾ ਫਿਰ ਹਾਈਡ੍ਰੋਲਿਕ ਮੋਟਰ ਹੀ ਲੱਭੀ ਜਾਵੇ ਜੀ। ਚਲੋ ਜੀ, ਹਾਈਡ੍ਰੋਲਿਕ ਮੋਟਰ ਕੀਵਰਡ ਲੱਭਦੇ ਜਾ ਕੇ ਆਪਾਂ ਦੇਖਣਾ ਕਿ ਹਾਈਡ੍ਰੋਲਿਕ ਜਿਹੜੀ ਚੀਜ਼ ਹੁੰਦੀ ਆ ਉਹ ਕਿਹੜੀ ਚੀਜ਼ ਨੂੰ ਡਰਾਈਵ ਕਰਦੀ ਆ। ਹਾਈਡ੍ਰੋਲਿਕ ਮੋਟਰ ਗਾਂ ਕਿਹੜੀ ਚੀਜ਼ ਨੂੰ ਧੱਕਾ ਲਾਉਂਦੀ ਹੈ, ਕਿਹੜੀ ਚੀਜ਼ ਨੂੰ ਡਰਾਈਵ ਕਰਦੀ ਹੈ ਜੀ। ਚਲੋ ਜੀ, ਚੱਲਦੇ ਹਾਂ ਜੀ ਉਹਦੇ ਤੇ ਆਪਾਂ। ਹਾਈਡ੍ਰੋਲਿਕ ਆਪਣੇ ਪਿਛਲੇ ਪੇਜ ਤੇ ਚੱਲਦੇ ਹਾਂ ਜੀ। ਇੱਥੋਂ ਜਾ ਕੇ ਦੇਖਦੇ ਵੀ ਕੀ ਕਿਤੇ ਹਾਈਡ੍ਰੋਲਿਕ ਲਿਖਿਆ। ਓਕੇ ਜੀ, ਤਾਂ ਇੱਥੇ ਹਾਂਜੀ ਧਿਆਨ ਨਾਲ ਦੇਖਿਓ ਜੀ, ਇੱਥੇ ਹਾਈਡ੍ਰੋਲਿਕ, ਠੀਕ ਹੈ ਜੀ। ਤਾਂ ਆਪਾਂ ਨੂੰ ਇੱਥੇ ਕੀਵਰਡ ਮਿਲ ਰਹੇ ਆ ਜੀ, ਧਿਆਨ ਨਾਲ ਦੇਖਿਓ। ਆ ਆਪਾਂ ਨੂੰ ਹਾਈਡ੍ਰੋਲਿਕ ਕਲੈਂਪ ਲੱਭ ਰਿਹਾ ਜੀ। ਇੱਕ ਆਪਣਾ ਕੀਵਰਡ ਕੀ ਹੈ ਜੀ ਲੱਭਣ ਦਾ? ਆਪਣਾ ਹਾਈਡ੍ਰੋਲਿਕ ਮੋਟਰ ਆ। ਤੇ ਜੇ ਸਾਰਿਆਂ ਦਾ ਇੱਥੇ ਧਿਆਨ ਹੋਵੇ ਤਾਂ ਨੀਚੇ ਜਾ ਕੇ ਲਿਖਿਆ ਪਿਆ ਹਾਈਡ੍ਰੋਲਿਕ ਮੋਟਰ। ਧੱਕੇ ਨਾਲ ਕੋਈ ਆਂਸਰ ਨਹੀਂ ਲਾਉਣਾ ਜੀ। ਹਾਈਡ੍ਰੋਲਿਕ ਕਲੈਂਪ ਕੋਈ ਹੋਰ ਚੀਜ਼ ਆ, ਆਪਾਂ ਮੋਟਰ ਲੱਭਣ ਆਏ ਸੀਗੇ। ਹਾਈਡ੍ਰੋਲਿਕ ਮੋਟਰ ਆ ਪਿਆ ਜੀ। ਆਪਾਂ ਹੁਣ ਜਾ ਕੇ ਦੇਖਣਾ ਵੀ ਹਾਈਡ੍ਰੋਲਿਕ ਮੋਟਰ ਗਾਂ ਕਿਹਨੂੰ ਡਰਾਈਵ, ਦੇਖੋ ਡਰਾਈਵ ਦਾ ਮਤਲਬ ਕੀ ਹੁੰਦਾ? ਕਿਸੇ ਚੀਜ਼ ਨੂੰ ਚਲਾਉਣਾ, ਕਿਸੇ ਚੀਜ਼ ਨੂੰ ਡਰਾਈਵ ਕਰਨਾ, ਠੀਕ ਹੈ ਜੀ। ਤਾਂ ਜਾ ਕੇ ਦੇਖਦੇ ਹਾਂ ਜੀ, ਆਹ ਵਾਲੀ ਲਾਈਨ ਦੇਖਦੇ ਹਾਂ ਧਿਆਨ ਨਾਲ ਜੀ। ਕਹਿੰਦੇ ਜੀ ਇਨ ਦਾ ਸੈਂਟਰਲ ਮਸ਼ੀਨ ਰੂਮ, ਸੈਂਟਰਲ ਮਸ਼ੀਨ ਰੂਮ ਦੇ ਵਿੱਚ। ਇਹ ਰੀਡਿੰਗ ਨਾ ਸਾਰੇ ਵੈਸੇ
ਗ੍ਰਾਮੈਟੀਕਲ ਹਮੇਸ਼ਾ ਸਹੀ ਨਹੀਂ ਹੋਣੀ, ਇੱਥੇ ਕੌਮਾ ਲੱਗਣਾ ਸੀ ਜੇ ਮੈਂ ਤੁਹਾਨੂੰ ਕਹਿ ਦਵਾਂ ਤਾਂ, ਇੱਥੇ ਇੱਕ ਕੌਮਾ ਲੱਗਣਾ ਸੀ ਕਿਉਂਕਿ ਪ੍ਰੈਪੋਜੀਸ਼ਨ ਤੋਂ ਸਟਾਰਟ ਹੋਇਆ ਹੈ। ਪਰ ਰੀਡਿੰਗ ਦਾ ਇੰਨੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਕਈ ਵਾਰੀ ਨਹੀਂ ਗੌਰ ਰੱਖਦੇ। ਕਹਿੰਦੇ ਜੀ ਸੈਂਟਰਲ ਮਸ਼ੀਨ ਰੂਮ ਦੇ ਵਿੱਚ, ਇੱਥੇ ਇੱਕ ਪੌਜ਼ ਆ, ਕੀ ਹੈ ਜੀ ਇੱਥੇ, ਇੱਥੇ ਐਰੇ ਆਫ 10 ਹਾਈਡ੍ਰੋਲਿਕ ਮੋਟਰ, 10 ਹਾਈਡ੍ਰੋਲਿਕ ਮੋਟਰਾਂ ਜੀ, ਜਿਹੜੀਆਂ ਕੀ ਕਰਦੀਆਂ, ਬਿਗਿਨ ਸ਼ੁਰੂ ਕਰ ਦਿੰਦੀਆਂ, ਕੀ ਸ਼ੁਰੂ ਕਰ ਦਿੰਦੀਆਂ, ਰੋਟੇਟ ਘੁਮਾਉਣਾ ਸ਼ੁਰੂ ਕਰ ਦਿੰਦੀਆਂ। ਇਹਦਾ ਮਤਲਬ ਕੀ ਨਿਕਲਿਆ, ਕਿਸੇ ਚੀਜ਼ ਨੂੰ ਡਰਾਈਵ ਕਰਨਾ ਸ਼ੁਰੂ ਕਰ ਦਿੰਦੀਆਂ। ਚੀਜ਼ ਉਹ ਕੀ ਆ, ਸੈਂਟਰਲ ਐਕਸਲ। ਤੇ ਮੈਨੂੰ ਪਤਾ ਕਿ ਮੇਨ ਚੀਜ਼ ਕਿਹਨੂੰ ਘੁਮਾਉਂਦੀ ਆ, ਸੈਂਟਰਲ ਨੂੰ ਥੋੜੀ, ਸੈਂਟਰਲ ਦਾ ਮਤਲਬ ਤਾਂ ਹੁੰਦਾ ਸੈਂਟਰ ਹੁੰਦਾ ਵਾ, ਮੇਨ ਚੀਜ਼ ਐਕਸਲ ਆ ਜੀ। ਮੇਨ ਕਿਹੜੀ ਚੀਜ਼ ਨੂੰ ਘੁਮਾਉਣਾ ਸ਼ੁਰੂ ਕਰਦੀਆਂ, ਕਿਸੇ ਨਾਉਨ ਨੂੰ ਹੀ ਘੁਮਾਇਆ ਜਾ ਸਕਦਾ ਵਾ ਨਾ। ਆਹ ਤਾਂ ਇੱਕ ਐਡਜੈਕਟਿਵ ਆ, ਆਹ ਇੱਕ ਕੀ ਹੈ ਜੀ, ਆਹ ਇੱਕ ਨਾਉਨ ਆ ਜੀ। ਤਾਂ ਇਹ ਤੁਸੀਂ ਆਪਦੇ ਮਾਈਂਡ ਤੋਂ ਕੰਮ ਲੈਣਾ ਹੁੰਦਾ ਵਾ ਕਿ ਮੇਨ ਚੀਜ਼ ਐਕਸਲ ਆ ਜੀ ਉਹ। ਤਾਂ ਠੀਕ ਹੈ ਜੀ, ਇਹ ਆਪਣਾ ਸਿੱਧਾ ਹੋ ਗਿਆ ਲੌਕ, ਆਪਾਂ ਨੂੰ ਪਤਾ ਲੱਗ ਗਿਆ ਜੀ ਇਹਦਾ ਆਨਸਰ। ਤਾਂ ਆਪਾਂ ਰੈਂਡਮਲੀ ਇੱਕ ਪ੍ਰੋਪਰ ਨਾਉਨ ਤੋਂ ਜਾ ਕੇ ਪੜ੍ਹਿਆ ਹੈ ਜੀ। ਅੱਛਾ ਹੁਣ ਚਲੋ ਗਾਂਹ ਚੱਲ ਰਹੇ ਨੇ ਜੀ, ਆਪਾਂ ਗਾਂਹ ਦਿੱਤਾ ਨਹੀਂ, ਗਾਂਹ 23ਵਾਂ ਦਿੱਤਾ ਜੀ ਆਪਾਂ। ਹੁਣ ਜੇ ਤੁਸੀਂ ਇੱਥੋਂ ਇੱਕ ਚੀਜ਼ ਦੇਖੋ ਕਿ ਸਰ ਕੀ ਅਸੀਂ ਇਹਦੇ ਤੋਂ 20ਵਾਂ 21ਵਾਂ ਜੇ ਆਸੇ ਪਾਸੇ ਪਏ ਹੁਣ ਤਾਂ ਲੱਭ ਸਕਦੇ ਹਾਂ, ਬਿਲਕੁਲ ਬਿਲਕੁਲ ਲੱਭ ਸਕਦੇ ਹੋ। ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਇੱਥੇ ਇੱਕ ਕੀਵਰਡ ਹੋਰ ਪਿਆ ਆਪਣੇ ਕੋਲੇ, ਕਿਹੜਾ ਪਿਆ ਜੀ, ਹਾਂਜੀ ਕੈਨਲ, ਹਾਂਜੀ ਬੇਸਨ। ਆਪਾਂ ਹੁਣੀ ਆਹ ਲੱਭ ਕੇ ਆਂਦਾ 22ਵੇਂ ਨੰਬਰ ਵਾਲਾ, ਠੀਕ ਹੈ ਜੀ। ਤੇ ਆਪਣੇ 20ਵੇਂ ਦੇ ਵਿੱਚ ਕੀ ਕਹਿੰਦੇ ਜੀ, ਉਹ ਅ ਪੇਅਰ ਆਫ ਡੈਸ਼, ਆ ਕੋਈ ਪਲੂਰਲ ਚੀਜ਼ਾਂ ਨੇ, ਆਰ ਲਿਫਟਡ, ਇਹਨਾਂ ਨੂੰ ਤਾਂ ਚੱਕਿਆ ਜਾਂਦਾ ਵਾ ਜੀ। ਕਿਉਂ ਤਾਂ ਚੱਕਿਆ ਜਾਂਦਾ ਵਾ, ਇਨ ਆਰਡਰ ਟੂ ਸ਼ਟ ਆਊਟ ਵਾਟਰ ਫਰੋਮ ਕੈਨਲ ਬੇਸਲ। ਕਹਿੰਦੇ ਜੀ ਆਹ ਵਾਲੀਆਂ ਚੀਜ਼ਾਂ ਦਾ ਪੇਅਰ ਆ, ਇਹਨੂੰ ਆਪਾਂ ਕੀ ਕਰਦੇ ਆ ਜੀ, ਇਹਨਾਂ ਨੂੰ ਤਾਂ ਚੱਕਿਆ ਜਾਂਦਾ ਵਾ ਤਾਂ ਕਿਉਂਕਿ ਵਾਟਰ ਸ਼ਟ ਆਊਟ ਕੀਤਾ ਜਾਵੇ, ਕਿਹਦੇ ਤੋਂ, ਕੈਨਲ ਜਾਨੀ ਕਿ ਬੇਸਨ ਤੋਂ। ਕੈਨਲ ਬੇਸਨ ਆਪਣਾ ਇੱਕ ਇੱਥੇ ਟਾਰਗੇਟ ਵਰਡ ਹੋ ਸਕਦਾ ਜੀ। ਤਾਂ ਜਾ ਕੇ ਦੇਖਦੇ ਹਾਂ ਜੀ ਕੀ ਆਸੇ ਪਾਸੇ ਕੋਈ ਗੱਲ ਕੀਤੀ ਹੋਵੇ ਜੀ ਇਦਾਂ ਦੀ, ਜਾ ਕੇ ਦੇਖਦੇ ਹਾਂ ਜੀ ਉੱਥੋਂ ਆਪਾਂ ਕਿ ਆਸੇ ਪਾਸੇ ਜੇ ਕੋਈ ਗੱਲ ਕੀਤੀ ਹੋਵੇ ਤਾਂ ਉਸੇ ਦੀ ਆਪਾਂ ਜਾ ਕੇ, ਵੀਰ ਜੀ ਇੱਕ ਮਿੰਟ, ਹਾਂਜੀ। ਤਾਂ ਧਿਆਨ ਨਾਲ ਦੇਖਿਓ ਜੀ, ਕੈਨਲ ਬੇਸਲ ਕਿਹਾ ਉਹਨਾਂ ਨੇ ਆਪਾਂ ਨੂੰ, ਆ ਪਿਆ ਜੀ ਆਪਣਾ ਕੀਵਰਡ, ਧਿਆਨ ਨਾਲ ਦੇਖਿਓ ਸਾਰਿਆਂ ਨੇ ਜੀ, ਆ ਦਿਖ ਰਿਹਾ ਹੋਣਾ ਸਾਰਿਆਂ ਨੂੰ, ਕੈਨਲ ਬੇਸਲ ਆਪਣਾ ਇਹ ਵਰਡ ਪਿਆ ਜੀ। ਆਪਾਂ ਜਾ ਕੇ ਦੇਖਦੇ ਹਾਂ ਜੀ ਕਿ ਕਿਹੜੀਆਂ ਚੀਜ਼ਾਂ ਵਾ ਜੀ ਜਿਨ੍ਹਾਂ ਨੂੰ ਚੱਕਣ ਦੀ ਤਾਂ ਲੋੜ ਪੈਂਦੀ ਹੈ ਜੀ। ਇਹ ਸਾਰੇ ਨੂੰ ਆਪਾਂ ਧਿਆਨ ਨਾਲ ਪੜਾਂਗੇ ਜੀ, ਤੈਨੂੰ ਆਪਾਂ ਟ੍ਰਾਂਸਲੇਟ ਕਰਾਂਗੇ ਵੀ ਕਿਹੜੀਆਂ ਉਹ 2 ਚੀਜ਼ਾਂ ਵਾ ਜਿਨ੍ਹਾਂ ਨੂੰ ਚੱਕਣ ਦੀ ਆਪਾਂ ਨੂੰ ਲੋੜ ਪੈਂਦੀ ਹੈ ਜੀ। ਹਾਂਜੀ ਤਾਂ ਦੇਖਿਓ ਜੀ ਧਿਆਨ ਨਾਲ ਕੀ ਕਹਿੰਦੇ ਜੀ, ਕਹਿੰਦੇ ਜੀ 2 ਹਾਈਡ੍ਰੋਲਿਕ ਸਟੀਲ ਗੇਟਸ ਆ, 2 ਹਾਈਡ੍ਰੋਲਿਕ ਸਟੀਲ ਦੇ ਗੇਟ ਆ ਜਿਹੜੇ ਚੱਕੇ ਜਾਂਦੇ ਆ ਜੀ, ਤਾਂ ਆਰ ਰੇਜ਼ਡ। ਅੱਛਾ ਉਹਨਾਂ ਨੇ ਕਿਹਾ ਸੀ ਜੀ ਵਾਟਰ ਨੂੰ ਸ਼ਟ ਆਊਟ ਕਰਨ ਦੇ ਲਈ, ਤਾਂ ਇਹਨਾਂ ਨੇ ਕੀ ਕਿਹਾ ਜੀ, ਟੂ ਸੀਲ, ਸੀਲ ਕਰਨਾ ਹੁੰਦਾ ਕਿਹਨੂੰ ਜੀ, ਜਾਨੀ ਕਿ ਗੋਂਡੋਲਾ ਨੂੰ, ਕਿਹਦੇ ਤੋਂ, ਆਫ ਫਰੋਮ ਦਾ ਵਾਟਰ। ਅੱਛਾ ਜੀ ਆਪਣੀ ਇੱਥੇ ਲੋਕੇਸ਼ਨ ਡਿਟੋ ਮੈਚ ਹੋ ਗਈ ਤੇ ਆਹ ਵਾਲਾ ਗਾਂ ਜਾ ਕੇ ਕੀਵਰਡ ਵੀ ਲਿਖਿਆ ਪਿਆ। ਆਪਾਂ ਇੱਕ ਪਲੂਰਲ ਚੀਜ਼ਾਂ, ਕਿਹੜੀਆਂ ਚੀਜ਼ਾਂ ਵਾ ਜਿਨ੍ਹਾਂ ਨੂੰ ਤਾਂ ਚੱਕਿਆ ਜਾਂਦਾ, ਆਪਾਂ ਚੀਜ਼ਾਂ ਕਿਉਂ ਕਹਿ ਰਹੇ ਹਾਂ ਕਿਉਂਕਿ ਉਹਨਾਂ ਨੇ ਅ ਪੇਅਰ ਆਫ ਕਿਹਾ ਸੀਗਾ ਜੀ। ਤੇ ਇਹਦੇ ਵਿੱਚ ਜਾਨੀ ਕਿ ਪਲੂਰਲ ਵਰਡ ਕਿੰਨੇ ਕਿੰਨੇ ਆ ਜੀ, ਪਲੂਰਲ ਦੇ ਵਿੱਚ ਇੱਕ ਹੀ ਵਰਡ ਦਿਖਿਆ ਮੈਨੂੰ, ਉਹ ਕਿਹੜੇ ਆ ਜੀ, ਉਹ ਹੈਗੇ ਆ ਜੀ ਗੇਟਸ। ਇਹਦਾ ਮਤਲਬ ਗੇਟਸ ਤਾਂ ਚੱਕੇ ਜਾਂਦੇ ਆ ਜੀ, ਤੇ ਇਹਦਾ ਮਤਲਬ ਇਹਦਾ ਕੀ ਹੋ ਗਿਆ ਜੀ, ਪੇਅਰ ਆਫ ਗੇਟਸ ਆਪਣਾ ਜਿਹੜਾ ਉਹ ਆਪਣਾ ਆਨਸਰ ਆ ਗਿਆ। ਅੱਗੇ ਚੱਲਦੇ ਹਾਂ ਜੀ, ਧਿਆਨ ਨਾਲ ਦੇਖਿਓ, ਆਪਾਂ ਆਪਦੀ ਜੋ ਆਪਣੀ ਲੋਕੇਸ਼ਨ ਉਹ ਲੋਸਟ ਨਹੀਂ ਕਰਾਂਗੇ, ਆਸੇ ਪਾਸੇ ਹੋਰ ਚੀਜ਼ ਕੋਈ ਦੇਖਦੇ ਆ। ਅੱਛਾ ਇਹਨਾਂ ਨੇ ਕਿਹਾ ਇੱਕ ਸਿੰਗੂਲਰ ਚੀਜ਼ ਹੈ ਜੀ, ਕਹਿੰਦੇ ਇਹਨੂੰ ਨਾ ਕਹਿੰਦੇ ਬਾਹਰ ਕੱਢ ਲਿਆ ਜਾਂਦਾ ਵਾ, ਆ ਬਾਹਰ ਕੱਢ ਲਿਆ ਜਾਂਦਾ, ਇਹਦਾ ਕੋਈ ਉੱਥੇ ਸਰਨਮ ਹੋ ਸਕਦੇ ਆ ਜੀ, ਹੋ ਸਕਦਾ ਜੀ ਇਹਨੂੰ ਰਿਲੀਜ਼ ਕਰ ਦਿੱਤਾ ਜਾਂਦਾ, ਹੋ ਸਕਦਾ ਇਹਨੂੰ ਅਮਿਟ ਵਰਡ, ਕੋਈ ਵੈਸੇ ਇਹ ਵਰਡ ਯਾਨੀ ਕਿ ਗੈਸਸ ਦੇ ਲਈ ਯੂਜ਼ ਹੁੰਦਾ ਵਾ, ਹੋ ਸਕਦਾ ਜੀ ਉਹ ਕਹਿ ਰਹੇ ਆ ਜੀ, ਇਹਦੇ ਮੈਂ ਸਰਨਮ ਕਹਿ ਰਿਹਾ ਵਾਂ, ਰਿਲੀਜ਼ ਲਿਖਿਆ ਹੋ ਸਕਦਾ, ਅਮਿਟ ਲਿਖਿਆ ਹੋ ਸਕਦਾ ਵਾ, ਹੋਰ ਕੀ ਕਹਿ ਸਕਦੇ ਆ ਜੀ, ਕੋਈ ਗੋ ਨਾਲ ਆਊਟ ਵਗੈਰਾ ਲਾ ਕੇ ਇਦਾਂ ਦੀ ਕੋਈ ਫਰੇਜ਼ਰ ਵਰਬ ਉਹ ਡਿਵੈਲਪ ਕਰ ਸਕਦੇ ਆ ਜੀ, ਰਿਮੂਵ ਕਹਿ ਸਕਦੇ ਆ ਜੀ, ਉਹ ਕੋਈ ਤਾਂ ਇਦਾਂ ਦਾ ਵਰਡ ਹੋਊਗਾ ਨਾ ਜਿਹੜਾ ਬਾਹਰ ਕੱਢਣ ਲਈ ਯੂਜ਼ ਕੀਤਾ ਹੋਊ ਉਹਨਾਂ ਨੇ, ਕਿਉਂਕਿ ਟੇਕ ਆਊਟ ਨੂੰ ਟੇਕ ਆਊਟ ਸਿੱਧਾ ਲਿਖਣ ਦੀ ਪੋਸੀਬਿਲਿਟੀ ਬਹੁਤ ਘੱਟ ਆ। ਉਹ ਕਹਿੰਦੇ ਜੀ ਆਹ ਵਾਲੀ ਚੀਜ਼ ਜਿਹੜੀ ਬਾਹਰ ਕੱਢ ਲਈ, ਜਾਨੀ ਕਿ ਉਹ ਬਾਹਰ ਕੱਢਦੇ ਆ, ਕੌਮਾ ਲਾ ਕੇ ਲਿਖਿਆ ਜੀ ਅਨੇਬਲਿੰਗ। ਅਨੇਬਲਿੰਗ ਦਾ ਮਤਲਬ ਕੀ ਹੁੰਦਾ ਜੀ, ਏਬਲ ਬਣਾ ਦੇਣਾ, ਯੋਗ ਬਣਾ ਦਿੰਦੀ ਆ ਵੀਲ ਨੂੰ ਰੋਟੇਟ ਕਰਨ ਦੇ। ਅੱਛਾ ਇਹਦਾ ਮਤਲਬ ਇਹ ਹੈ ਕਿ ਜੇ ਇਹ ਚੀਜ਼ ਬਾਹਰ ਨਾ ਕੱਢੀਏ ਤਾਂ ਵੀਲ ਨੇ ਰੋਟੇਟ ਨਹੀਂ ਕਰਨਾ,
ਧਿਆਨ ਨਾਲ ਦੇਖੋ, ਤੁਹਾਡੇ ਸਾਹਮਣੇ ਆਪਾਂ ਨੂੰ ਰੀਡਿੰਗ ਖੁਦ ਕਹੀ ਜਾਂਦੀ ਹੈ। ਆਹ ਚੀਜ਼ ਹੈ ਜਿਹੜੀ ਬਾਹਰ ਕੱਢ ਦਿੱਤੀ ਜਾਂਦੀ ਹੈ। ਬਾਹਰ ਕੱਢਣ ਤੋਂ ਬਾਅਦ ਚੋਂ ਵੀਲ ਰੋਟੇਟ ਹੋਣ ਦੇ ਯੋਗ ਹੋ ਜਾਂਦਾ ਵਾ। ਹੁਣ ਆਪਾਂ ਜਾ ਕੇ ਉਹ ਚੀਜ਼ ਲੱਭਣੀ ਆ ਜਿਹੜੀ ਵੀਲ ਨੂੰ ਰੋਟੇਟ ਹੋਣ ਦੇ ਵਿੱਚ ਡਿੱਕਾ ਲਾ ਰਹੀ ਹੈ ਜੀ। ਧਿਆਨ ਨਾਲ ਦੇਖਿਓ, ਕਲੂ ਕੋਲੇ ਦੀ ਕੋਲੇ ਜਾ ਕੇ ਆਪਾਂ ਨੂੰ ਛੱਡਦੇ ਹੁੰਦੇ ਆ। ਮੈਂ ਤੁਹਾਨੂੰ ਇੱਕ ਦਿਨ ਸਾਰੇ ਸਟੂਡੈਂਟਾਂ ਨੂੰ ਕਿਹਾ ਸੀ, ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਤੁਹਾਨੂੰ ਕਿਹਾ ਸੀ ਰੀਡਿੰਗ ਦੇ ਕੁਐਸਚਨ ਦੇ ਵਿੱਚ ਹੀ ਆਨਸਰ ਛੁਪਿਆ ਹੋਇਆ ਹੁੰਦਾ ਵਾ। ਇਹ ਚੀਜ਼ ਜਿਹੜੇ ਬੱਚੇ ਨੂੰ ਯਾਦ ਆ ਉਹਦੇ ਵੈਸੇ ਹੀ ਹੁਣ ਸਹੀ ਹੋਣ ਲੱਗ ਜਾਂਦੇ ਹੋਣਗੇ ਡੇਲੀ ਬੇਸਿਸ ਤੇ। ਆਨਸਰ ਪਹਿਰੇ ਤੋਂ ਪਹਿਲਾਂ ਕਾਹਦੇ ਵਿੱਚ ਹੁੰਦਾ ਵਾ? ਕੁਐਸਚਨ ਦੇ ਵਿੱਚ ਹੁੰਦਾ ਜੀ। ਕੁਐਸਚਨਸ ਆਰ ਦਾ ਆਨਸਰਸ, ਹਮੇਸ਼ਾ ਯਾਦ ਰੱਖਿਓ ਜੀ। ਜਾ ਕੇ ਦੇਖਦੇ ਹਾਂ ਜੀ ਕਿਹੜੀ ਚੀਜ਼ ਹੈ ਜਿਹੜੀ ਬਾਹਰ ਕੱਢ ਦਿੱਤੀ ਜਾਂਦੀ ਹੈ ਜੀ। ਸਿੰਗੂਲਰ ਚੀਜ਼ ਆ ਉਹ। ਹੁਣ ਤੱਕ ਆਪਾਂ ਓਕੇ ਜੀ, ਧਿਆਨ ਨਾਲ ਦੇਖਿਓ ਜੀ ਇਹਨੂੰ ਸਾਰੇ ਨੂੰ। ਗੇਟਸ ਤੱਕ ਆਪਾਂ ਪੜ੍ਹਿਆ ਸੀ ਜੀ, ਇੱਥੋਂ ਤੱਕ ਆਪਾਂ ਪੜ੍ਹਿਆ ਸੀ ਨਾ। ਚਲੋ ਜਾ ਕੇ ਦੇਖਦੇ ਹਾਂ, ਇੱਥੋਂ ਤੱਕ ਆਪਣਾ ਹੋ ਗਿਆ ਸੀਗਾ ਜੀ। ਕਹਿੰਦੇ ਜਿਹੜਾ ਵਾਟਰ ਹੁੰਦਾ ਜੀ ਉਹ ਗੇਟਸ ਦੇ ਵਿੱਚ ਹੁੰਦਾ ਵਾ, ਤੇ ਫਿਰ ਵਾਟਰ ਨੂੰ ਕਹਿੰਦੇ ਪੰਪ ਆਊਟ ਕਰ ਦਿੰਦੇ ਆ ਜੀ। ਗਾਂ ਜਾ ਕਹਿੰਦੇ ਕਿ ਹਾਈਡ੍ਰੋਲਿਕ ਕਲੈਂਪ ਆ ਜਿਹੜੀ ਕਿ ਰੋਕਦੀ ਆ। ਮੈਂ ਕਿਹੜੀ ਚੀਜ਼ ਲੱਭਦਾ ਫਿਰਦਾ ਵਾਂ? ਜਿਹੜੀ ਕੋਈ ਚੀਜ਼ ਵੀਲ ਨੂੰ ਰੋਟੇਟ ਕਰਨ ਤੋਂ ਡਿੱਕਾ ਲਾਉਂਦੀ ਆ। ਅੱਛਾ, ਰੋਕਣ ਦਾ ਇੱਕ ਸਿਨੋਨਿਮ ਪਿਆ ਜੀ, ਇੱਕ ਪ੍ਰੀਵੈਂਟ। ਅੱਛਾ ਧਿਆਨ ਨਾਲ ਦੇਖਿਓ, ਪੜ੍ਹਦੇ ਆ। ਕਹਿੰਦੇ ਜਿਹੜਾ ਹਾਈਡ੍ਰੋਲਿਕ ਕਲੈਂਪ ਹੁੰਦਾ ਵਾ ਉਹਨਾਂ ਰੋਕਦਾ ਵਾ। ਕਿਹਨੂੰ ਰੋਕਦਾ ਵਾ? ਵੀਲ ਦੀਆਂ ਬਾਹਾਂ ਨੂੰ ਰੋਕਦਾ ਵਾ ਉਹ ਮੂਵ ਕਰਨ ਤੋਂ। 100% ਸ਼ੋਰ ਹੋ ਗਿਆ ਮੇਰਾ ਆਨਸਰ ਕਿਹੜਾ ਜੀ? ਕੀ ਆਨਸਰ? ਹਾਈਡ੍ਰੋਲਿਕ ਕਲੈਂਪ। ਤੇ ਮੇਨ ਦੇ ਵਿੱਚੋਂ ਇੱਕ ਚੂਜ਼ ਕਰਨਾ। ਮੇਨ ਚੀਜ਼ ਕਿਹੜੀ ਆ? ਮੇਨ ਚੀਜ਼ ਜੀ ਕਲੈਂਪ ਆਓ। ਕਲੈਂਪ ਇੱਕ ਏਦਾਂ ਦੀ ਚੀਜ਼ ਹੈ ਜਿਹੜੀ ਵੀਲ ਨੂੰ ਮੂਵ ਹੋਣ ਤੋਂ ਰੋਕਦਾ ਵਾ। ਅੱਗੇ ਜਾ ਕੇ ਲਿਖਿਆ ਪਿਆ ਜੀ, ਜਦੋਂ ਗੈਂਡੋਲਾ ਕਹਿੰਦੇ ਡੌਕ ਹੁੰਦਾ ਵਾ ਇਜ਼ ਰਿਮੂਵਡ। ਹੁਣ ਆ ਤੁਹਾਨੂੰ ਚੀਜ਼ ਮੰਨਣੀ ਪੈਣੀ। ਆਪਾਂ ਇਹ ਤੋਂ 2 ਦਿਨ ਪਹਿਲਾਂ ਇੱਕ ਕੰਪਲੈਕਸ ਸਟਰਕਚਰ ਕੀਤੀ ਸੀਗੀ, ਜਿਹਦੇ ਵਿੱਚ ਆਪਾਂ ਕਿਹਾ ਸੀਗਾ ਜੀ ਕਿ ਆ ਆਪਣਾ ਸਬਜੈਕਟ ਆ ਜੀ। ਮੈਂ ਤੁਹਾਨੂੰ ਉਹਦੇ ਵਿੱਚ ਕਿਹਾ ਸੀਗਾ ਜੀ ਕੋਈ ਵੀ ਸੈਂਟੈਂਸ ਸਟਾਰਟ ਹੁੰਦਾ ਸਬਜੈਕਟ ਦੇ ਨਾਲ। ਠੀਕ ਹੈ ਜੀ। ਜਦੋਂ ਹੀ ਮੈਂ ਪੜਿਆ ਇਹ ਹਾਈਡ੍ਰੋਲਿਕ ਕਲੈਂਪ, ਇਹ ਹਾਲੇ ਤੱਕ ਸਬਜੈਕਟ ਆ। ਇਹਦੇ ਗਾਂ ਹੀ ਆਪਾਂ ਨੂੰ ਵਰਬ ਆਉਣੀ ਚਾਹੀਦੀ ਸੀ, ਬਟ ਵਰਬ ਨਹੀਂ ਆਈ, ਬਲਕਿ ਇੱਕ ਰਿਲੇਟਿਵ ਪ੍ਰਨਾਉਨ ਆ ਗਿਆ। ਇਹਦਾ ਮਤਲਬ ਹਾਈਡ੍ਰੋਲਿਕ ਕਲੈਂਪ ਦੀ ਵਰਬ ਕਿਤੇ ਗਾਂ ਜਾ ਕੇ ਆ। ਜਿਹੜੀ ਆਹ ਪ੍ਰੀਵੈਂਟ ਵਰਬ ਆ ਇਹ ਕਹਿੰਦੀ ਸੀ, ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਨਾ, ਇਹ ਵਿੱਚ ਦੀ ਵਰਬ ਆ। ਇਹ ਆਪਣੇ ਹਾਈਡ੍ਰੋਲਿਕ ਕਲੈਂਪ ਦੀ ਨਹੀਂ ਗੀ, ਇਹ ਵਿੱਚ ਦੀ ਵਰਬ ਆ। ਇਹਦਾ ਮਤਲਬ ਇਹਨੂੰ ਮੈਂ ਕੱਟਦਾ ਜਾਣਾ ਜੀ ਹਾਲੇ ਤੱਕ ਪੂਰਾ। ਹਾਲੇ ਤੱਕ ਕੋਈ ਵਰਬ ਨਹੀਂ ਆਈ ਜੀ। ਵਾਈਲ ਮੂਵਿੰਗ ਦਾ, ਹਾਂਜੀ, ਗੋਂਡਾਲੋ ਇਜ਼ ਲੌਗਡ, ਆ ਚੀਜ਼ ਕਿਹਦੇ ਲਈ ਲਾਈ ਆ? ਗੋਂਡਾਲੋ ਲਈ ਲਾਈ ਆ। ਆ ਜਾ ਕੇ ਜਿਹੜਾ ਇਜ਼ ਰਿਮੂਵਡ ਲਾਇਆ ਵਾ ਇਹ ਕਿਹਦੇ ਲਈ ਲਾਇਆ ਜੀ? ਇਹ ਤਾਂ ਆਪਣੇ ਲਾਈ ਹਾਈਡ੍ਰੋਲਿਕ ਕਲੈਂਪ ਲਈ ਆ। ਇਦਾਂ ਕੰਪਲੈਕਸਿਟੀ ਨੂੰ ਪੜ੍ਹ ਸਕਦੇ ਹੋ ਤੁਸੀਂ। ਰਿਲੇਟਿਵ ਪ੍ਰਨਾਉਨ ਜਿਹੜਾ ਮੈਂ ਤੁਹਾਨੂੰ ਸਿਖਾਇਆ ਸੀਗਾ ਉਹਦੇ ਆਪਾਂ ਜਿਹੜੀ ਗ੍ਰਾਮਰ ਕੀਤੀ ਆ ਉਹ ਰੀਡਿੰਗ ਨੂੰ ਟਰਾਂਸਲੇਟ ਕਰਨ ਦੇ ਵਿੱਚ 100% ਯੋਗਦਾਨ ਪਾ ਰਹੀ ਆ। ਔਰ ਤੁਹਾਨੂੰ ਇਹ ਚੀਜ਼ਾਂ ਦੇਖਣੀਆਂ ਪੈਣੀਆਂ, ਟੱਕਰਾਂ ਜ਼ਰੂਰ ਆਪੇ ਮਾਰਨੀਆਂ ਪੈਣੀਆਂ ਤੁਹਾਨੂੰ। ਤਾਂ ਇਹ ਤਾਂ ਸਾਫ਼-ਸਾਫ਼ ਹੀ ਲਿਖਿਆ ਪਿਆ ਜੀ। ਇੰਗਲਿਸ਼ ਦੀ ਗ੍ਰਾਮਰ ਕੀ ਕਹਿੰਦੀ ਆ? ਕਹਿੰਦੇ ਤੁਸੀਂ ਰਿਲੇਟਿਵ ਪ੍ਰਨਾਉਨ ਨੂੰ ਚੱਕ ਸਕਦੇ ਹੋ, ਇਹ ਫਾਲਤੂ ਇਨਫੋਰਮੇਸ਼ਨ ਹੁੰਦੀ ਹੈ। ਆ ਲਓ ਜੀ, ਮੈਂ ਸਾਰਾ ਚੱਕਤਾ ਰਿਲੇਟਿਵ ਪ੍ਰਨਾਉਨ ਜਿੱਡਾ ਵੀ ਸੀਗਾ। ਸਿੱਧਾ ਲਿਖਿਆ ਪਿਆ ਜੀ। ਕੀ ਲਿਖਿਆ ਪਿਆ? ਹਾਈਡ੍ਰੋਲਿਕ ਕਲੈਂਪ ਇਜ਼ ਰਿਮੂਵਡ। ਆ ਮੇਰਾ ਆਨਸਰ ਆ ਗਿਆ ਜੀ, ਹਾਈਡ੍ਰੋਲਿਕ ਕਲੈਂਪ। ਇਹ ਚੀਜ਼ ਦਾ ਧਿਆਨ ਰੱਖਣਾ ਜੀ। ਬੜੇ ਸੌਖੇ ਹੋ ਜਾਂਦੇ ਆ ਜਦੋਂ ਤੁਹਾਡੀ ਅੰਡਰਸਟੈਂਡਿੰਗ ਲੈਵਲ ਗਰੋ ਕਰ ਜਾਵੇ, ਪਰ ਤੁਸੀਂ ਟੱਕਰਾਂ ਹੀ ਮਾਰੀ ਜਾਓਗੇ ਜੇ ਤੁਹਾਡਾ ਅੰਡਰਸਟੈਂਡਿੰਗ ਲੈਵਲ ਬਹੁਤ ਜ਼ਿਆਦਾ ਲੋ ਹੈ ਜੀ। ਅੱਗੇ ਜਾ ਕੇ ਦੇਖਦੇ ਹਾਂ ਜੀ। ਅੱਛਾ, ਇਹ ਵੀ ਹੋ ਗਿਆ ਆਪਣਾ 20ਵਾਂ ਹੋ ਗਿਆ, 21ਵਾਂ ਹੋ ਗਿਆ, 22ਵਾਂ ਹੋ ਗਿਆ, 25ਵਾਂ ਹੋ ਗਿਆ, 26ਵਾਂ ਹੋ ਗਿਆ। ਪਿੱਛੇ ਕੀ ਰਹਿ ਗਏ ਜੀ? ਪਿੱਛੇ ਸਿਰਫ 2 ਕੁਐਸਚਨ ਰਹਿ ਗਏ ਆਪਣੇ ਗਿਣਤੀ ਦੇ। ਚਲੋ ਜਾ ਕੇ ਦੇਖ ਲੈਂਦੇ ਆ ਜੀ ਆਪਾਂ। 25ਵਾਂ ਲੱਭਿਆ ਸੀ, 25वें ਤੋਂ ਉੱਪਰ ਕਿਤੇ ਜਾ ਕੇ 24ਵਾਂ ਹੋਊਗਾ ਜੀ। ਬੋਟ ਕਹਿੰਦੇ ਟੌਪ ਵੀਲ ਤੇ ਰੀਚ ਕਰ ਜਾਂਦੀ ਹੈ। ਬਾਅਦ ਦੇ ਵਿੱਚੋਂ ਇਹ ਡਾਇਰੈਕਟਲੀ ਮੂਵ ਕਿਹਦੇ ਤੇ ਹੁੰਦੀ ਆ? ਔਨ ਟੂ ਡੈਸ਼। ਜਾ ਕੇ ਦੇਖਦੇ ਹਾਂ ਜੀ। ਬੋਟ ਕਹਿੰਦੇ ਟੌਪ ਵੀਲ ਤੇ ਮੂਵ ਕਰ ਜਾਂਦੀ ਹੈ। ਜਾ ਕੇ ਦੇਖਦੇ ਹਾਂ ਜੀ। ਹਾਂਜੀ ਜੀ, ਤਾਂ ਧਿਆਨ ਨਾਲ ਜਾ ਕੇ ਦੇਖਿਓ ਜੀ। ਟੌਪ ਵੀਲ ਤੇ ਜੋ ਆਪਣੀ, ਅੱਛਾ ਇੱਥੇ ਟੌਪ ਮੈਨੂੰ ਆ ਦੇਖੋ ਜੀ। 25ਵਾਂ ਆਪਾਂ ਨੂੰ ਕਿੱਥੇ ਮਿਲਿਆ ਸੀ? ਨੈਚੁਰਲ ਜੀ ਗੱਲ ਆ, 11 ਮੀਟਰ ਦੀਆਂ ਗੱਲਾਂ ਹੋਈ ਜਾਂਦੀਆਂ ਸੀ ਉੱਥੇ ਜੀ। ਇਹਦਾ ਮਤਲਬ ਉੱਪਰ ਹੀ ਜਾਣਾ ਸਟਾਰਟ ਕਰ ਦਿੰਦੇ ਆ ਜੀ। ਕਿਤੇ ਟੌਪ ਵੀਲ ਆ ਲਿਖਿਆ ਜੀ ਆਪਣਾ ਦਾ ਟੌਪ। ਜਦੋਂ ਕਹਿੰਦੇ ਗੈਂਡੋਲਾ ਪਹੁੰਚਦੀ ਆ ਟੌਪ ਵੀਲ ਤੇ, ਤਾਂ ਜਿਹੜੀ ਬੋਟ ਆ ਇਹਦਾ ਮਤਲਬ ਕੀ ਆ? ਇਹ ਗੈਂਡੋਲਾ ਨੂੰ ਹੀ ਬੋਟ ਕਹਿ ਰਹੇ ਆ ਜੀ ਇਹ, ਕਿਉਂਕਿ ਗੈਂਡੋਲਾ ਹੀ ਕਹਿੰਦੇ ਟੌਪ ਵੀਲ ਤੇ ਪਹੁੰਚਿਆ। ਤੇ ਜਿਹੜਾ ਫਿਰ ਇਹ ਗੈਂਡੋਲਾ ਵਾ ਇਹ ਕਹਿੰਦੇ ਕੀ ਕਰਦਾ ਜੀ? ਹਾਂਜੀ, ਪਾਸ ਸਟ੍ਰੇਟ, ਸਿੱਧਾ ਹੀ ਜਾਈ ਜਾਂਦਾ। ਉਹਨਾਂ ਨੇ ਕੀ ਕਿਹਾ ਸੀ? ਮੂਵ ਕਰਦਾ। ਮੂਵ ਕਰਨ ਨੂੰ ਕੀ ਕਹਿੰਦੇ? ਕੋਈ ਚੀਜ਼ ਦਾ ਜਾਈ ਜਾਣਾ ਮੂਵ ਕਰਨਾ ਹੀ ਹੁੰਦਾ। ਅੱਛਾ, ਸਭ ਤੋਂ ਇੱਥੇ ਜਿਹੜੀ ਮਾਸਟਰ ਸਟ੍ਰੋਕ ਆ ਉਹ ਤਾਂ ਇਹ ਆ ਕਿ ਪ੍ਰੈਪੋਜੀਸ਼ਨ ਜੀ।
ਸਿੱਧੀ on to ਲਿਖੀ ਪਈ ਆ ਤੇ ਕਿਹੜੀ ਚੀਜ਼ ਦੇ ਉੱਪਰ ਜਾ ਵੜਦਾ ਜੀ ਆਪਣਾ ਅੱਗੇ ਆਨਸਰ ਜੋ ਲਿਖਿਆ ਪਿਆ ਜੀ ਉਹਦਾ ਨਾਮ ਹੈਗਾ ਜੀ ਐਕਡਕਟ। ਐਕੋਡਕਟ ਤੇ ਇਹ ਕੀ ਹੋ ਜਾਂਦਾ ਮੂਵ। ਇਹ ਐਕੋਡਕਟ ਆ ਜਿਹੜੀ ਇਹ ਸਿਚੁਏਟਡ ਆ ਇਹ 24 ਮੀਟਰ ਤਾਂ ਤੇ ਆ ਜੀ ਇਹ ਚੀਜ਼ ਯਾਨੀ ਕਿ ਇਹ ਇੱਕ ਨਾਉਨ ਹੀ ਹੈ ਨਾ ਪੱਕਾ ਤਾਂ ਹੋ ਗਿਆ ਨਾ ਆਪਾਂ ਨੂੰ ਕਿਹੜੀ ਚੀਜ਼ ਤੇ ਪਹੁੰਚਦੀ ਹੈ ਐਕੋਡਕਟ ਤੇ ਪਹੁੰਚ ਜਾਂਦੀ। ਐਕੋਡਕਟ ਕੀ ਆ 24 ਮੀਟਰ ਤਾਂ ਲੱਗਾ ਹੋਇਆ ਹੈ ਕੈਨਲ ਬੇਸਿਸ ਤੋਂ ਯਾਨੀ ਕਿ ਮੇਨ ਚੀਜ਼ ਕਿਹੜੀ ਹੈ ਜੀ ਜਿੱਥੇ ਆਪਣੀ ਬੋਟ ਪਹੁੰਚਦੀ ਆ ਪ੍ਰੈਪੋਜੀਸ਼ਨਾਂ ਤੇ ਆ ਆਪਣਾ ਆਨਸਰ ਦਾ ਛੱਡਣਾ ਪੈਣਾ ਕਿਉਂਕਿ 1 ਵਰਡ ਆ ਜੀ 2 ਵਰਡ ਨਹੀਂ ਜੇ 2 ਵਰਡ ਹੁੰਦੇ ਫਿਰ ਦਾ ਨਾਲ ਲਿਖ ਦਿੰਦੇ ਕੋਈ ਪ੍ਰੋਬਲਮ ਨਹੀਂ ਸੀ ਠੀਕ ਹੈ ਜੀ। ਤਾਂ ਧਿਆਨ ਨਾਲ ਜਾ ਕੇ ਲਾਸਟ ਦੇਖਦੇ ਜੀ ਆਪਣਾ ਕੀ ਕਹਿੰਦੇ ਲਾਸਟ ਵਿੱਚ ਲਾਸਟ ਦਾ ਤਾਂ ਆਪਣਾ ਕਲੂ ਪਹਿਲਾਂ ਹੀ ਪਤਾ ਜੀ ਆਪਾਂ ਨੂੰ ਅਰੇਂਜ ਆਫ ਇਹਦਾ ਮਤਲਬ ਆਨਸਰ ਇੱਕ ਪਲੂਰਲ ਆ ਜੀ range of different sized dash ਆਹ ਵਾਲੀਆਂ ਚੀਜ਼ਾਂ ਵਾ ਜੀ ਉਹ ਕਹਿੰਦੇ ਜਿਹੜੀਆਂ ਇੰਸ਼ੋਰ ਭਰੋਸਾ ਦਿਵਾਉਂਦੀਆਂ ਕਾਹਦਾ ਭਰੋਸਾ ਜੀ ਬੋਟ ਕੀਪਸ ਅਪਰਾਈਟ ਅੱਛਾ ਆਹ ਵਾਲੀਆਂ ਚੀਜ਼ਾਂ ਵਾ ਜਿਹੜੀਆਂ ਬੋਟ ਨੂੰ ਸਿੱਧਾ ਖੜਾ ਰੱਖਦੀਆਂ ਅਪਰਾਈਟ ਰੱਖਦੀਆਂ ਚਲੋ ਜਾ ਕੇ ਦੇਖੀਏ ਜੀ ਕਿਹੜੀਆਂ ਚੀਜ਼ਾਂ ਡਿਫਰੈਂਟ ਸਾਈਜ਼ ਦੀਆਂ ਹੈ ਉਹ ਪਲੂਰਲ ਦੇ ਵਿੱਚ ਆ ਜੀ ਜਿਹੜੀਆਂ ਬੋਟ ਨੂੰ ਸਿੱਧਾ ਖੜਾ ਰੱਖਦੀਆਂ ਜੀ ਚਲੋ ਜੀ ਜਾ ਕੇ ਦੇਖੀਏ ਜੀ ਕੋਈ ਚੀਜ਼ਾਂ ਤਾਂ ਇਦਾਂ ਦੀਆਂ ਹੋਣਗੀਆਂ ਨਾ ਜਿਹੜੀਆਂ ਸਿੱਧਾ ਖੜਾ ਰੱਖਦੀਆਂ ਜੀ ਹੁਣ ਚਲੋ ਜੀ ਜਾ ਕੇ ਦੇਖਦੇ ਜੀ ਆਪਾਂ ਓਕੇ ਹਾਂਜੀ ਜਿਹੜਾ ਸਿੱਧਾ ਖੜਾ ਰੱਖਦੀਆਂ ਜੀ ਕੀ ਕਹਿੰਦੇ ਜੀ ਆਪਾਂ ਇੱਥੋਂ ਪੜ੍ਹਦੇ ਹਾਂ ਜੀ ਧਿਆਨ ਨਾਲ ਇੰਸ਼ੋਰਿੰਗ ਕੀਵਰਡ ਜੋ ਉਹਨਾਂ ਨੂੰ ਸਿੱਧਾ ਖੜਾ ਰੱਖਣੀ ਉੱਪਰ ਜਾ ਕੇ ਦੇਖਦੇ ਹਾਂ ਜੀ 8 ਮੀਟਰ ਕੌਕਸ ਹੁੰਦੀਆਂ ਜੀ ਕਹਿੰਦੇ ਵੈਨ ਇੱਥੇ ਆਪਣੀ ਕੋਈ ਗੱਲ ਨਹੀਂ ਕੀਤੀ ਰੋਟੇਟ ਹੁੰਦਾ ਇੱਥੇ ਆਪਾਂ ਇੱਕ ਇੱਥੋਂ ਪੜ੍ਹਦੇ ਵਿੱਚ ਹੋ ਸਕਦਾ ਜੀ ਕਹਿੰਦੇ ਜੀ 8 ਮੀਟਰ ਵਾਈਡ ਕੌਂਕਸ ਹੁੰਦੇ ਆ ਜੋ orbit fixed inner cog of the same width connected by ਕਿਹਨਾਂ ਨਾਲ ਕਨੈਕਟ ਹੁੰਦੇ ਆ ਉਹ ਸਮਾਲਰ ਕੌਕਸ ਦੇ ਨਾਲ ਉਹ ਦੋ ਛੋਟੇ ਕੌਕਸ ਨਾਲ ਜੁੜੇ ਹੁੰਦੇ ਜਿਹੜੇ ਟਰੈਵਲਿੰਗ ਕਰਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆਊਟਰ ਕੌਕਸ ਦੇ ਵਿੱਚ ਸੋ ਇੰਸ਼ੋਰਿੰਗ ਤੇ ਉਹ ਭਰੋਸਾ ਦਿਵਾਉਂਦੇ ਆ ਕਾਹਦਾ ਭਰੋਸਾ ਦਿਵਾਉਂਦੇ ਆ ਜੀ ਕਿ ਜੋ ਗੈਂਡੋਲਾ ਦਾ ਮਤਲਬ ਜਿਹੜੀ ਉਹ ਬੋਟ ਕਹਿੰਦੇ ਹਮੇਸ਼ਾ ਕੀ ਹੋਵੇ ਰਮੇਨਸ ਲੈਵਲ ਉਹਦਾ ਲੈਵਲ ਹਮੇਸ਼ਾ ਸਹੀ ਰਵੇ ਲੈਵਲ ਦਾ ਮਤਲਬ ਕੀ ਜੀ ਕਿ ਉਹ ਖੜੀ ਰਵੇ ਪੂਰੀ ਉਹਦਾ ਲੈਵਲ ਹਿੱਲੇ ਨਾ ਅੱਛਾ ਕਿਹੜੀਆਂ ਚੀਜ਼ਾਂ ਭਰੋਸਾ ਦਿਵਾਉਂਦੀਆਂ ਜੀ ਇੱਥੇ ਧਿਆਨ ਨਾਲ ਜਾ ਕੇ ਦੇਖ ਕੇ ਆਉਨੇ ਇੱਕ ਵਾਰੀ ਆਪਾਂ ਆਪਦੇ ਕੁਐਸਚਨ ਤੇ ਬੈਕ ਜਾਵਾਂਗੇ ਕੁਐਸਚਨ ਆਪਣਾ ਕੀ ਕਹਿੰਦਾ ਸੀਗਾ ਜੀ ਤਾਂ ਆਪਣੇ ਕੁਐਸਚਨ ਨੇ ਆਪਾਂ ਨੂੰ ਕਿਹਾ ਸੀ ਜੀ ਹਾਂਜੀ ਆਪਣੇ ਕੁਐਸਚਨ ਨੇ ਕਿਹਾ ਸੀ ਜੀ ਕਿ ਆਹ ਵਾਲੀਆਂ ਚੀਜ਼ਾਂ ਵਾ ਜਿਹੜੀਆਂ ਭਰੋਸਾ ਦਿਵਾਉਂਦੀਆਂ ਧਿਆਨ ਨਾਲ ਦੇਖਿਓ ਉੱਥੇ ਉਹ ਵਰਡ ਲਾਇਆ ਪਿਆ ਇੰਸ਼ੋਰਸ ਆਹ ਚੀਜ਼ਾਂ ਜਿਹੜੀਆਂ ਭਰੋਸਾ ਦਿਵਾਉਂਦੀਆਂ ਇਹ ਨਾਲ ਬੋਟ ਅਪਰਾਈਟ ਖੜੀ ਰਹਿੰਦੀ ਆ ਉਹ ਗੱਲਾਂ ਇੱਥੇ ਕਰੀ ਜਾਂਦੇ ਆ ਜੀ ਕਾਹਦੀਆਂ ਗੱਲਾਂ ਕਰੀ ਜਾਂਦੇ ਆ ਧਿਆਨ ਨਾਲ ਦੇਖਿਓ ਉਹਨਾਂ ਨੇ ਆਪਾਂ ਨੂੰ ਕਿਹਾ ਜੀ ਕਿ 2 ਤਾਂ 8 ਮੀਟਰ ਦੀਆਂ ਕੌਗਸ ਹੁੰਦੀਆਂ ਵਾ ਇਹ ਅੱਗੋਂ ਕਹਿੰਦੇ ਸਮਾਲਰ ਕੌਗਸ ਦੇ ਨਾਲ ਜੁੜੀਆਂ ਹੁੰਦੀਆਂ ਇਹ ਸਮਾਲਰ ਕੌਕਸ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਕੀ ਕਰਦੇ ਆ ਟਰੈਵਲ ਕਰਦੇ ਆ ਤੇ ਭਰੋਸਾ ਦਿਵਾਉਂਦੇ ਆ ਕੌਣ ਭਰੋਸਾ ਦਿਵਾਉਂਦੇ ਆ ਜਿਹੜੇ ਸਮਾਲਰ ਕੌਕਸ ਆ ਜੀ ਭਰੋਸਾ ਕਦਾ ਦਿਵਾਉਂਦੇ ਆ ਇਹ ਬੋਟ ਨੂੰ ਲੈਵਲ ਦੇ ਵਿੱਚ ਰੱਖਦੇ ਆ ਇਹ ਹੀ ਉਹਨਾਂ ਨੂੰ ਸਿੱਧਾ ਖੜਾ ਰੱਖਦੇ ਇਹਦਾ ਮਤਲਬ ਜੀ ਤਾਂ ਚੀਜ਼ਾਂ ਕਿਹੜੀਆਂ ਉਹ ਕੌਕਸ ਚੈੱਕ ਕਰ ਲੈਣਾ ਕੀ ਇਹ ਪਲੂਰਲ ਹੈਗੇ ਆ ਬਿਲਕੁਲ ਜੀ ਇਹ ਪਲੂਰਲ ਹੈਗੇ ਆ ਜੇ ਆਪਾਂ ਉੱਪਰ ਜਾ ਕੇ ਵੀ ਦੇਖੀਏ ਨਾ ਤੇ ਉੱਪਰ ਵੀ ਕੌਕਸ ਹੀ ਲਿਖਿਆ ਵਾ ਪਰ ਉਹ ਵੱਡੇ ਕੌਕਸ ਆ ਦੋ ਇਹ ਸਮਾਲਰ ਕੌਕਸ ਆ ਜਿਹੜੇ ਭਰੋਸਾ ਦਿਵਾਉਂਦੇ ਆ ਉਹਨੂੰ ਲੈਵਲ 'ਚ ਰੱਖਣਾ ਲੈਵਲ ਦਾ ਮਤਲਬ ਉਹਨਾਂ ਨੇ ਕੀ ਕਹਿਤਾ ਜੀ ਉਹਨੂੰ ਉਧਰ ਉਹ ਕਹਿੰਦੇ ਜੀ ਸਿੱਧਾ ਖੜਾ ਰੱਖਣਾ ਤਾਂ ਇਹ ਆਪਣੇ ਜਿਹੜੇ ਸੀਗੇ ਜੀ ਧਿਆਨ ਨਾਲ ਦੇਖਿਓ ਆ ਆਪਣੀ ਸਾਰੀ ਡਾਇਗਰਾਮ ਸੋਲਵ ਹੋ ਗਈ ਜੀ ਹੁਣ ਤੱਕ ਕਿਵੇਂ ਸੋਲਵ ਕੀਤੀ ਇਹਨੂੰ ਸੋਲਵ ਕਰਨ ਦੇ ਲਈ ਕੋਈ ਜ਼ਰੂਰੀ ਨਹੀਂਗਾ ਕਿ ਤੁਸੀਂ 20ਵੇਂ ਕੁਐਸਚਨ ਤੋਂ ਲੱਭ ਜਾਓ ਜੀ ਜ਼ਰੂਰੀ ਇਹ ਹੈ ਕਿ ਤੁਸੀਂ ਆਪਣਾ ਟਾਈਮ ਸੇਵ ਕਰੋ ਮੈਂ ਇਹਨਾਂ ਨੂੰ ਟਾਰਗੇਟ ਕਿਉਂ ਕੀਤਾ ਕਿਉਂਕਿ ਮੈਨੂੰ ਪਤਾ ਕਿ ਮੈਨੂੰ ਜਲਦੀ ਲੱਭਣ ਵਾਲੇ ਸੀਗੇ ਫਾਈਨਲ ਦੇ ਵਿੱਚ ਉਹੀ ਬੱਚਾ ਰੀਡਿੰਗ ਦੇ ਵਿੱਚੋਂ ਬੈਂਡ ਲੈਂਦਾ ਵਾ ਜਿਹੜਾ ਰੀਡਿੰਗ ਨੂੰ ਸੌਖਾ ਬਣਾ ਲੈਂਦਾ ਵਾ ਇਹ ਗੱਲ ਮੈਂ ਦੂਜੀ ਵਾਰੀ ਰਿਪੀਟ ਕਰਦਾ ਬੱਚਾ ਉਹੀ ਬੈਂਡ ਲੈਂਦਾ ਜਿਹੜਾ ਰੀਡਿੰਗ ਨੂੰ ਸੌਖਾ ਬਣਾ ਲੈਂਦਾ ਵਾ ਇੱਕ ਬੱਚਾ ਹੁੰਦਾ ਜਿਹੜਾ 20ਵੇਂ ਕੁਐਸਚਨ ਤੋਂ ਲੱਗ ਜਾਂਦਾ ਤੇ ਉਹਨੂੰ ਕੁਝ ਨਹੀਂ ਪਤਾ ਕਿ ਮੇਰਾ 20ਵਾਂ ਕੁਐਸਚਨ ਹੈ ਕਿੱਥੇ ਤੁਸੀਂ ਮੈਨੂੰ ਖੁਦ ਦੱਸੋ ਕਿ ਜੇ ਤੁਸੀਂ ਆਹ ਵਾਲਾ ਵਰਡ ਚੱਕ ਲੈਂਦੇ ਤਾਂ ਮੈਂ ਇੱਕ ਮੈਥਮੈਟੀਸ਼ੀਅਨ ਨੰਬਰ ਕਿਉਂ ਚੱਕਿਆ ਤੁਹਾਨੂੰ ਪਤਾ ਕਿ ਲੈਂਗੁਏਜ ਦੇ ਵਿੱਚ ਅਲਫਾਬੈਟ ਅੱਖਾਂ ਦੇ ਵਿੱਚ ਲੇਟ ਜਾ ਕੇ ਵੱਜਣਗੇ ਉਦੋਂ ਪਹਿਲਾਂ ਮੈਥਮੈਟੀਕਲ ਡਿਜਿਟ ਜਾ ਕੇ ਵੱਜਦੀਆਂ ਤੇ ਮੈਥਮੈਟੀਕਲ ਡਿਜਿਟ ਦੇ ਨਾਲ ਹੀ ਕੋਈ ਇਦਾਂ ਦਾ ਕੋਈ ਕੰਟਰੀ ਜਾ ਕੇ ਵੱਜਦੀ ਆ ਰੋਮਨ ਚਾਈਨਾ ਇੰਡੀਅਨ ਇਦਾਂ ਦੇ ਵਰਡ ਅੱਖਾਂ ਨੂੰ ਜ਼ਿਆਦੇ
ਸਪੀਡ ਨਾਲ ਲੱਭਦੇ ਆ, ਤੇ ਫਿਰ ਤੁਸੀਂ ਇਹਨਾਂ ਤੇ ਰਿਸਕ ਕਿਉਂ ਲਓਗੇ? ਜੋ ਤੁਸੀਂ 25ਵਾਂ ਤੇ 26ਵਾਂ ਲੱਭ ਲਿਆ, ਫਿਰ ਤੁਸੀਂ ਬਾਕੀ ਲੱਭ ਲਿਓ ਜੀ ਇਹਨਾਂ ਨੂੰ। ਤਾਂ ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਹੈ। ਹੁਣ ਹਮੇਸ਼ਾ ਏਦਾਂ ਯਾਦ ਰੱਖਣਾ, ਸਿੱਧਾ ਕੋਈ ਵੀ ਕੁਐਸਚਨ ਨਾ ਬਲਾਈਂਡਲੀ ਨਹੀਂ ਕਰਨ ਲੱਗ ਜਾਣਾ। ਮੈਨੂੰ ਪਤਾ ਇਹਦੀ ਲੋਕੇਸ਼ਨ ਕਿੱਥੇ ਆ, ਉਹਦੇ ਬਾਵਜੂਦ ਵੀ ਮੈਂ ਇੱਥੇ ਯਾਨੀ ਕਿ 15 ਸੈਕਿੰਡ ਦੀ ਬ੍ਰੇਕ ਤਾਂ ਲੈ ਸਕਦਾ ਵਾ ਨਾ। 15 ਸੈਕਿੰਡ ਦੀ ਬ੍ਰੇਕ ਧਿਆਨ ਨਾਲ ਦੇਖਿਓ ਜੀ। ਅੱਛਾ, ਇਹ ਕੀ ਕਹਿੰਦੇ ਜੀ? ਅੱਛਾ, ਮੈਨੂੰ ਪਤਾ ਲੱਗ ਗਿਆ ਕਿ ਮੇਰੇ ਆ ਕੀਵਰਡ ਆ ਜੀ, ਇਹਨਾਂ ਨੂੰ ਰਾਉਂਡ ਕਰ ਲੈਣਾ। ਲਓ ਜੀ, ਅੱਗੇ ਜਾ ਕੇ ਕੀ ਕਿਹਾ ਜੀ ਉਹਨਾਂ ਨੇ? ਅੱਗੇ ਜਾ ਕੇ ਕਿਹਾ ਕੁਝ ਕੁ ਲੋਕ ਆਪੋਜ਼ਿਟ ਸੀਗੇ ਡਿਜ਼ਾਈਨ ਦੇ, ਠੀਕ ਹੈ ਜੀ, ਵੀਲ ਦੇ ਜਿਹੜੇ। ਅੱਗੇ ਕੀ ਕਹਿੰਦੇ ਜੀ? ਜਿਹੜਾ ਵੀਲ ਸੀ ਉਹ ਸ਼ੁਰੂ ਦੇ ਵਿੱਚ ਪੁੱਟ ਟੁਗੇਦਰ, ਉਹਨੂੰ ਇਕੱਠਾ ਕੀਤਾ ਗਿਆ ਸੀਗਾ ਉਸੇ ਲੋਕੇਸ਼ਨ ਤੇ ਜਿੱਥੇ ਦੇ ਕੰਪੋਨੈਂਟਸ ਨੂੰ ਮੈਨੂਫੈਕਚਰ ਕੀਤਾ ਗਿਆ ਸੀ। ਅੱਗੇ ਜਾ ਕੇ ਕੀ ਕਹਿੰਦੇ ਜੀ? ਜਿਹੜਾ ਫਾਲਕੌਕ ਵੀਲ ਆ, ਸਿਰਫ ਇਹ ਇੱਕ ਹੀ ਬੋਟ ਆ ਸਾਰੇ ਵਰਲਡ ਦੇ ਵਿੱਚ, ਠੀਕ ਹੈ ਜੀ, ਜਿਹਦੇ ਸਟੀਲ ਸੈਕਸ਼ਨ ਆ ਹੱਥਾਂ ਦੇ ਦੁਆਰਾ ਬਣਾਏ ਗਏ ਆ ਜੀ। ਅੱਗੇ ਜਾ ਕੇ ਦੇਖਦਾ ਜੀ, ਵੇਟ ਆ ਕਹਿੰਦੇ ਜਿਹਦਾ ਗੋਂਡਲਸ ਦਾ ਜਿਹੜਾ ਵੇਟ ਆ ਉਹ ਬਦਲਦਾ ਰਹਿੰਦਾ ਵਾ, ਕਿਹਦੇ ਰਾਹੀਂ? ਬੋਟ ਦੇ ਸਾਈਜ਼ ਦੇ ਰਾਹੀਂ। ਹਾਲੇ ਤੱਕ ਮੈਨੂੰ 25 ਸੈਕਿੰਡ ਹੋਏ ਹੋਣੇ ਆ ਸਾਰਾ ਕੁਝ ਕਰਦੇ ਨੂੰ, ਤੁਹਾਡੇ ਸਾਹਮਣੇ ਕਰੀ ਜਾਂਦਾ ਐਵੇਂ। ਫਾਈਨਲ 'ਚ ਵੀ ਤਾਂ 25 ਲੱਗਣਗੇ ਨਾ, 5 ਮਿੰਟ ਥੋੜੀ ਲੱਗ ਜਾਣਗੇ ਰਾਉਂਡ ਲਾਉਂਦੇ ਆ। ਕਹਿੰਦੇ ਜਿਹੜੀ ਕੰਸਟਰਕਸ਼ਨ ਸੀਗੀ ਫਾਲਕੌਕ ਵੀਲ ਦੀ, ਉਹਨਾਂ ਨੇ ਇੱਕ ਚੀਜ਼ ਆਪਣੇ ਧਿਆਨ 'ਚ ਰੱਖੀ। ਕਿਹੜੀ ਚੀਜ਼? ਉੱਥੇ ਕੋਈ ਏਸ਼ੀਐਂਟ ਮੋਨੂਮੈਂਟ ਬਣਿਆ ਸੀ। ਇੱਥੇ ਹੀ ਰੀਡਿੰਗ ਆ ਕੇ ਫਸ ਗਈ। ਹੁਣ ਇਹ ਚੀਜ਼ ਹੈਪਨ ਨਹੀਂ ਹੋਣੀ ਸੀਗੀ ਜੇ ਮੈਂ ਇਹ ਨਾਲ ਪੜ੍ਹਦਾ। ਜਦੋਂ ਮੈਨੂੰ ਪਤਾ ਲੱਗਿਆ ਕਿ ਏਸ਼ੀਐਂਟ ਮੋਨੂਮੈਂਟ ਕੋਈ ਪੁਰਾਣੀ ਬਣੀ ਹੋਈ ਚੀਜ਼, ਇੱਥੋਂ ਮੈਨੂੰ ਸ਼ੋਰ ਹੋ ਗਿਆ ਕਿ ਮੈਂ ਆਪਣੇ ਫਾਈਨਲ ਪੈਸੇਜ ਦੇ ਵਿੱਚ ਇੱਕ ਚੀਜ਼ ਦੇਖੀ ਸੀਗੀ, ਰੋਮਨ ਵਾਲ ਇੱਕ ਬੜੀ ਪੁਰਾਣੀ ਚੀਜ਼ ਸੀ। ਇਹਦਾ ਮਤਲਬ ਮੈਨੂੰ ਪਤਾ ਲੱਗ ਗਿਆ ਜੀ, ਕੀ ਪਤਾ ਲੱਗ ਗਿਆ? ਕਿ ਇਹ ਉਹ ਵਾਲੀ ਰੀਡਿੰਗ ਆ ਜਿਹਦੇ ਵਿੱਚ 14ਵਾਂ ਕੁਐਸਚਨ ਸ਼ੁਰੂ ਹੋਇਆ ਵਾ ਇੱਥੋਂ, ਤੇ ਟਰੂ ਫਾਲਸ ਜਾ ਕੇ ਮੁੱਕਨੇ ਕਿੱਥੇ ਆ? ਸਭ ਤੋਂ ਲਾਸਟ ਪੈਰੇ ਦੇ ਰੋਮਨ ਵਾਲ ਤੇ ਜਾ ਕੇ। ਇਹ ਮੈਂ ਨਹੀਂ ਕਹਿ ਰਿਹਾ, ਇਹ ਮੈਨੂੰ ਰੀਡਿੰਗ ਨਹੀਂ ਦੱਸਿਆ ਵਾ, ਜਸਟ ਮੇਰੀ ਹੋਲਡਿੰਗ ਪਾਵਰ ਤਾਜੀ ਸੀਗੀ ਜੀ। ਇਹਦਾ ਮਤਲਬ ਤੁਹਾਡੇ ਟਰੂ ਫਾਲਸ ਇਦਾਂ ਦੇ ਹੋਣ ਵਾਲੇ ਆ ਜੋ ਕਿ ਸਾਰੀ ਰੀਡਿੰਗ ਨੂੰ ਹੀ ਕਵਰ ਕਰਨਗੇ, ਸਾਰੇ ਪੈਸੇਜ ਨੂੰ ਕਵਰ ਕਰਨਗੇ ਜੀ। ਇਹ ਚੀਜ਼ਾਂ ਉਦੋਂ ਹੀ ਹੋ ਸਕਦੀਆਂ ਜੇ ਤੁਹਾਡੀਆਂ ਅੱਖਾਂ ਖੁੱਲੀਆਂ ਵਾ ਉੱਥੇ। ਕੋਈ ਨਾ ਜੀ, ਹੁਣ ਮੈਨੂੰ ਪਤਾ ਤਾਂ ਲੱਗ ਹੀ ਗਿਆ ਕਿ ਮੈਨੂੰ ਸਾਰੀ ਰੀਡਿੰਗ ਫਰੋਲਣੀ ਪੈ ਜਾਣੀ ਆ, ਸੋ ਕੋਈ ਨਾ ਜੀ, ਇਹਨੂੰ ਹੌਲੀ ਹੌਲੀ ਦੇਖਦੇ ਜੀ ਫਿਰ ਆਪਾਂ। ਤੇ ਕਿਉਂ ਨਾ ਫਿਰ ਇਹਨੂੰ, ਜਦੋਂ ਮੈਨੂੰ ਪਤਾ ਕਿ ਮੈਨੂੰ ਪੜ੍ਹਨਾ ਤਾਂ ਸਾਰਾ ਹੀ ਪੈਣਾ ਵਾ, ਤੇ ਕਿਉਂ ਨਾ ਚਲੋ ਫਿਰ ਜੇ ਸਟਾਰਟਿੰਗ ਤੋਂ ਲੱਗਣਾ ਤਾਂ ਸਟਾਰਟਿੰਗ 'ਚ ਲੱਗ ਜਾਓ ਜੀ। ਜਿਹੜੇ ਬੱਚੇ ਦੀ ਹੋਲਡਿੰਗ ਪਾਵਰ ਤੇਜ਼ ਆ ਉਹਨੂੰ 19 ਨੰਬਰ ਵਾਲਾ ਤਾਂ ਵੈਸੇ ਹੀ ਪਤਾ ਲੱਗ ਗਿਆ ਹੋਣਾ ਜੀ ਹੁਣ ਕੀ ਹੈ। ਚਲੋ ਕੋਈ ਨਾ, ਡੋਂਟ ਵਰੀ, ਆਪਾਂ ਘਬਰਾਉਣਾ ਨਹੀਂ। ਇੱਕ ਗੱਲ ਯਾਦ ਰੱਖਣੀ ਇੱਥੇ ਹਮੇਸ਼ਾ, ਜਦੋਂ ਤੁਸੀਂ ਜੇ 16ਵੇਂ 17ਵੇਂ ਤੇ ਪਲਜ ਗਏ, ਜੇ ਤੁਹਾਡੇ ਚੀਜ਼ਾਂ ਹੱਥੋਂ ਬਾਹਰ ਹੋ ਗਈਆਂ, ਤਾਂ ਚੁੱਪ ਕਰਕੇ 19ਵੇਂ ਨੰਬਰ ਵਾਲਾ ਜੋ ਕੁਐਸਚਨ ਆ ਉਹ ਜਾ ਕੇ ਲੱਭ ਲਿਓ ਉਹਨੂੰ, ਕਿਉਂਕਿ ਉਹ ਤੁਹਾਡੇ ਹੱਥ 'ਚ ਆ ਜੀ, ਠੀਕ ਹੈ ਨਾ। ਇੱਥੇ ਲਿਖ ਲਓ ਇਹਨੂੰ ਲਾਸਟ ਪੀ। ਲਾਸਟ ਪੀ ਦਾ ਮਤਲਬ ਕੀ ਹੁੰਦਾ? ਲਾਸਟ ਪੈਸੇਜ। ਚਲੋ ਜਾ ਕੇ ਦੇਖੀਏ, ਧਿਆਨ ਨਾਲ ਦੇਖਿਓ ਹੁਣ ਸਾਰਿਆਂ ਨੇ ਜੀ। ਇਹ ਟਰੂ ਫਾਲਸ ਜਿਹੜਾ ਇਹ ਟਰੂ ਫਾਲ ਦਾ ਲੈਵਲ ਆ ਜੀ, ਉਹ ਫਾਈਨਲ ਲੈਵਲ ਆ। ਧਿਆਨ ਨਾਲ ਦੇਖਿਓ, ਜਿਹੜੇ ਮੈਂ 14 ਤੋਂ 19 ਟਰੂ ਫਾਲਸ ਕਰਨ ਲੱਗਾ, ਤੁਹਾਨੂੰ ਡਿਟੋ ਟਰੂ ਫਾਲਸ ਫਾਈਨਲ ਦੇ ਵਿੱਚ ਆਉਣੇ ਆ ਜੀ, ਕਿਉਂਕਿ ਇੱਥੋਂ ਆਪਣੇ ਲੈਵਲ ਸ਼ੋ ਕਰਦੇ ਆ। ਸੌਖਾ ਨਹੀਂ ਹੁੰਦਾ ਲੈਵਲ, ਨਿੱਕੀਆਂ ਨਿੱਕੀਆਂ ਚੀਜ਼ਾਂ ਵਾ ਜੀ। ਧਿਆਨ ਨਾਲ ਦੇਖਿਓ, ਜਿਹੜਾ ਕਹਿੰਦੇ ਫਾਲਕੌਕ ਵੀਲ ਆ ਨਾ, ਹੈਜ਼ ਲਿੰਕਡ, ਇਹ ਲਿੰਕ ਕਰ ਚੁੱਕਾ ਵਾ। ਧਿਆਨ ਨਾਲ ਦੇਖਿਓ, ਕੰਮ ਡਨ ਹੋ ਗਿਆ ਵਾ। ਨਾਲ ਨਾਲ ਇਹ ਚੀਜ਼ਾਂ ਆਪਣੇ ਮਾਈਂਡ ਨੂੰ ਕਮਾਂਡ ਦੇਈ ਜਾਇਆ ਕਰੋ। ਫਾਲਕੌਕ ਵੀਲ ਨੇ ਇੱਕ ਕੰਮ ਡਨ ਕਰਤਾ ਜੀ, ਇਹ ਕਰ ਚੁੱਕਾ ਜੀ। ਕਹਿੰਦੇ ਕੀ ਕਰ ਚੁੱਕਾ ਜੀ? ਫੋਰਥ ਐਂਡ ਸਲਾਈਡ ਕੈਨਲ, ਜਿਹੜੀ ਆ ਇੱਕ ਪ੍ਰੋਪਰ ਪੂਰਾ ਨਾਮ ਆ ਜੀ, ਫੋਰਥ ਸਲਾਈਡ ਕੈਨਲ। ਕਹਿੰਦੇ ਜੀ ਫਾਲਕੌਕ ਵੀਲ ਨੇ ਫੋਰਥ ਸਲਾਈਡ ਕੈਨਲ ਨੂੰ ਲਿੰਕ ਕਰਤਾ ਵਾ। ਲਿੰਕ ਕਿਹਦੇ ਨਾਲ ਕਰਤਾ ਵਾ? ਯੂਨੀਅਨ ਕੈਨਲ ਦੇ ਨਾਲ। ਯੂਨੀਅਨ ਕੈਨਲ, ਦੋ ਕੈਨਲ ਆ ਜੀ। ਇਹ ਕੈਨਲ ਕਿਹੜੀਆਂ ਹੁੰਦੀਆਂ? ਸੁਰੰਗਾਂ ਵਗੈਰਾ ਜਿਹਨਾਂ ਆਪਾਂ ਨੂੰ ਕਹਿ ਰਹੇ ਨੇ। ਇਹਨਾਂ ਦੋਨਾਂ ਨੂੰ ਇਹਨੇ ਲਿੰਕ ਕਰਤਾ। ਕੀਤਾ ਕਿਵੇਂ ਆ ਜੀ? ਫਸਟ ਟਾਈਮ ਇਨ देयर ਹਿਸਟਰੀ। ਆ ਚੀਜ਼ਾਂ ਤੁਹਾਡਾ ਵਜੂਦ ਆ ਵਾਲਾ ਵਾ। ਸਾਰਾ ਕੁਐਸਚਨ ਮੈਚ ਹੋਇਆ ਨਾ, ਜੇ ਕੋਈ ਚੀਜ਼ ਨੇ ਕੁਐਸਚਨ ਨੂੰ ਹਿਲਾਉਣ ਦੀ ਹਿੰਮਤ ਰੱਖਦੇ ਆ ਤਾਂ ਉਹ ਐਂਡ ਵਾਲੀ ਆ ਵਰਡਿੰਗ ਰੱਖਦੀ ਹੈ ਜੀ ਬਸ। ਕਹਿੰਦੇ ਜੀ ਫਾਲਕੌਕ ਵੀਲ ਨੇ ਆਹ ਵਾਲੀ ਕੈਨਲ ਨੂੰ ਆਹ ਵਾਲੀ ਕੈਨਲ ਦੇ ਨਾਲ ਲਿੰਕ ਕਰਤਾ। ਹਿਸਟਰੀ ਵਿੱਚ ਪਹਿਲੀ ਵਾਰ ਕੀਤਾ ਇਹਨਾਂ ਦੋਨਾਂ ਨੂੰ। ਇਹਦਾ ਮਤਲਬ ਇਦੋਂ ਪਹਿਲਾਂ ਇਹ ਕੈਨਲਸ ਆਪਸ ਦੇ ਵਿੱਚ ਲਿੰਕ ਹੈ ਹੀ ਨਹੀਂ ਸੀਗੀਆਂ। ਜਿਹੜਾ ਬੱਚਾ ਇਸ ਤਰੀਕੇ ਨਾਲ ਟਰੂ ਫਾਲਸ ਪੜ੍ਹਨ ਲੱਗ ਗਿਆ, ਮੇਰੀ 100% ਗਰੰਟੀ ਹੈ ਜੇ ਉਹਦਾ ਗਲਤ ਹੋ ਜਾਵੇ ਤਾਂ। ਤੁਹਾਡੇ ਗਲਤ ਹੁੰਦੇ ਕਦੋਂ ਆ? ਤੁਸੀਂ
ਕੁਐਸਚਨ ਨੂੰ ਪੜ੍ਹਦੇ ਹੋ 70% ਅੱਧ ਪਚੱਦਾ ਜਿਹਨੂੰ ਆਪਾਂ ਜਾਨੀ ਕਿ ਪੰਜਾਬੀ ਚ ਕਹਿ ਦਿੰਦੇ ਆ ਜੀ, ਤਾਂ ਉਹ ਗਲਤ ਜਾਊਗਾ ਹੀ, ਕੋਈ ਚਾਂਸ ਹੀ ਹੈ ਨਹੀਂਗਾ ਵੀ ਉਹ ਗਲਤ ਨਾ ਜਾਵੇ। ਠੀਕ ਹੈ ਨਾ ਜੀ। ਤਾਂ ਧਿਆਨ ਨਾਲ ਦੇਖਿਓ ਜੀ, ਜਾ ਕੇ ਵੈਰੀਫਾਈ ਕਰਕੇ ਆਉਣਾ ਕਿ ਜਾਨੀ ਕਿ ਫੋਲਕਰਕ ਵੀਲ ਨੇ ਹਿਸਟਰੀ ਚ ਪਹਿਲੀ ਵਾਰੀ ਫੋਰਥ ਸਾਇਲਡ ਜੋ ਕੈਨਲ ਆ ਉਹਨੂੰ ਯੂਨੀਅਨ ਕੈਨਲ ਨਾਲ ਜੋੜਿਆ ਸੀਗਾ। ਚਲੋ ਜਾ ਕੇ ਦੇਖੀਏ ਜੀ, ਮੇਰਾ ਇਹ ਸਟਾਰਟਿੰਗ ਚ ਪਿਆ ਹੋਊਗਾ ਤਾਂ ਜਾ ਕੇ ਦੇਖਦੇ ਆਪਾਂ ਇਹਨੂੰ ਜੀ। ਚਲੋ ਜੀ, ਕੀ ਕਹਿੰਦੇ ਜੀ, ਧਿਆਨ ਨਾਲ ਦੇਖਿਓ ਤਾਂ ਆਪਾਂ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ ਜੀ ਲਾਸਟ ਜੇ ਤੋਂ। ਅੱਛਾ ਕੀ ਕਹਿੰਦੇ ਜੀ, ਇੱਥੇ ਵੀ ਪੜ੍ਹਨਾ ਪੈਣਾ ਜੀ। ਜਦੋਂ ਮੈਨੂੰ ਪਤਾ ਲੱਗਿਆ ਕਿ ਆ ਤਾਂ ਸੈਂਟੈਂਸ ਸੀ ਇੱਕ ਆ ਸਾਰਾ ਬਣਿਆ ਤੇ ਨਾ ਇੱਥੋਂ ਲੈ ਕੇ ਜੀ, ਫੋਲਕਰਕ ਵੀਲ ਸਕਾਟਲੈਂਡ ਦੇ ਵਿੱਚ ਪਹਿਲੀ ਵਾਰੀ ਵਰਲਡ ਦੇ ਵਿੱਚ ਇੱਕ ਰੋਟੇਟਿੰਗ ਬੋਟ ਸੀਗੀ। ਇੱਥੋਂ ਨਾ ਚੱਕ ਕੇ ਲਾ ਜਾਓ ਸਰ, ਵਰਲਡ ਦੀ ਪਹਿਲੀ ਅੱਗ ਇੱਥੇ ਗੱਲ ਹੋਈ ਜਾਂਦੀ। ਉਹ ਇਹਨਾਂ ਨੇ ਫੋਲਕਰਕ ਵੀਲ ਦੇ ਬਾਰੇ ਕਿਹਾ ਵਾ ਕਿ ਜਿਹੜਾ ਫੋਲਕਰਕ ਵੀਲ ਆ ਉਹ ਸਕਾਟਲੈਂਡ ਦੇ ਵਿੱਚ ਵਰਲਡ ਦਾ ਪਹਿਲਾ ਰੋਟੇਟਿੰਗ ਬੋਟ ਲੈਫਟ ਚੀਜ਼ ਆ, ਉਹ ਕਹਿੰਦੇ ਇਹ, ਨਾ ਕਿ ਇਹ ਚੀਜ਼ ਕਹੀ ਜਾਂਦੇ ਕਿ ਇਹਨੇ ਜਾਨੀ ਕਿ ਆਹਾ ਤੇ ਆਹਾ ਕੈਨਲ ਨੂੰ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਜੋੜਿਆ ਸੀਗਾ। ਤੁਹਾਨੂੰ ਰੀਡਿੰਗ ਤੋੜ ਕੇ ਉਹ ਵਰਡ ਲਿਖਦੀ ਆ ਉੱਪਰ ਨੀਚੇ, ਤਾਂ ਕਿ ਜਿਹੜੇ ਬੱਚੇ ਦੀ ਅੰਡਰਸਟੈਂਡਿੰਗ ਮਾੜੀ ਆ ਉਹ ਤਾਂ ਜਾ ਕੇ ਇਹਨੂੰ ਟਰੂ ਲਾਈ ਦੇਵੇ ਮਿੰਟੋ ਮਿੰਟੀ। ਸਮਝ ਲੱਗੀ ਜੀ? ਏਦਾਂ ਬਲਾਈਂਡਲੀ ਨਹੀਂ ਲਾਉਣਾ। ਫੋਲਕਰਕ ਵੀਲ ਦੁਨੀਆ ਦੇ ਵਿੱਚ ਪਹਿਲੀ ਬਣੀ ਵੀ ਚੀਜ਼ ਆ, ਪਰ ਇਹਨੇ ਇਹਨਾਂ ਦੋਨਾਂ ਨੂੰ ਪਹਿਲੀ ਵਾਰੀ ਜੋੜਿਆ, ਇਹਦੀ ਕਿਤੇ ਨਹੀਂ ਗੱਲ ਕੀਤੀ ਹਲੇ ਤੱਕ। ਚਲੋ ਜਾ ਕੇ ਦੇਖੀਏ। ਅੱਛਾ ਜੀ, ਕਹਿੰਦੇ 2002 ਚ ਓਪਨ ਹੋਇਆ ਸੀਗਾ ਜੀ। ਇਹ ਗੱਲਾਂ ਕਰੀ ਜਾਂਦੇ ਆ ਜੀ। ਲਿੰਕ ਇਹਨੇ ਲਿੰਕ ਕੀਤਾ ਸੀ ਜੀ ਕਿਹਨੂੰ ਜੀ, ਪ੍ਰੋਜੈਕਟ ਆ ਕੋਈ ਟੂ ਰੀਸਟੋਰ, ਦੁਬਾਰਾ ਰੀਸਟੋਰ ਕਰਨਾ ਸੀ ਉਹਨੂੰ ਸਕਾਟਲੈਂਡ, ਜਾਨੀ ਕਿ ਸਕਾਟਲੈਂਡ ਦੇ ਵਿੱਚ ਬਾਏ ਕੀ ਕੀਤਾ ਇਹਨੇ, ਰੀਕਨੈਕਟ ਕੀਤਾ ਜੀ ਇਹਨੇ, ਰੀਕਨੈਕਟ। ਅੱਛਾ ਦਾ ਮਤਲਬ ਕੀ ਹੁੰਦਾ ਜੀ? ਜਦੋਂ ਹੀ ਕਿਸੇ ਚੀਜ਼ ਦੇ ਮੂਹਰੇ ਰੀ ਲੱਗ ਜਾਵੇ, ਰੀਕਨੈਕਟ, ਉਹਦਾ ਮਤਲਬ ਕੀ ਹੁੰਦਾ? ਉਹਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਨੂੰ ਦੁਬਾਰਾ ਕਨੈਕਟ ਕਰਨਾ। ਅੱਛਾ, ਇਹ ਦੁਬਾਰਾ ਵਰਡ ਲਾਇਆ ਕਾਹਤੋਂ ਜਾਂਦਾ ਵਾ? ਇਹ ਤਾਂ ਉਦੋਂ ਹੀ ਲਾਇਆ ਜਾਊਗਾ ਨਾ ਜਦੋਂ ਉਹ ਚੀਜ਼ ਪਹਿਲਾਂ ਪਾਸਟ ਵਿੱਚ ਕਨੈਕਟ ਹੋ ਚੁੱਕੀ ਆ। ਲਾਈਫ ਵਿੱਚ ਪਹਿਲੀ ਵਾਰੀ ਚੀਜ਼ ਕਨੈਕਟ ਹੋਊਗੀ, ਜੇ ਉਹਨੂੰ ਦੁਬਾਰਾ ਕਨੈਕਟ ਕਰਨਾ ਫੇਰ ਹੀ ਉਹਦੇ ਲਈ ਰੀਕਨੈਕਟ ਲਾਉਂਗਾ ਨਾ। ਤਾਂ ਧਿਆਨ ਨਾਲ ਦੇਖਿਓ ਜੀ, ਕਹਿੰਦੇ ਜੀ ਇਹਨੇ ਸਕਾਟਲੈਂਡ ਦੇ ਅਕ੍ਰੋਸ, ਸਕਾਟਲੈਂਡ ਦੇ ਵਿੱਚ ਰੀਕਨੈਕਟ ਕੀਤਾ ਜੀ। ਕਿਹਨੂੰ ਰੀਕਨੈਕਟ ਕੀਤਾ ਜੀ? ਵਾਟਰਵੇਜ਼ ਨੂੰ। ਕਿਹੜੇ ਵਾਟਰਵੇਜ਼ ਆ ਉਹ? ਫੋਰਥ ਸਾਇਲਡ ਤੇ ਇਹਨੂੰ ਬੱਚੇ ਨੇ ਜਾ ਕੇ ਤੇ ਟਰੂ ਲਾ ਦੇਣਾ। ਮੈਂ ਤੁਹਾਨੂੰ ਪੁੱਛ ਰਿਹਾ ਕਿ ਕੁਐਸਚਨ ਕਹਿ ਰਿਹਾ ਸੀਗਾ ਜੀ ਕਿ ਇਹਨੇ ਹਿਸਟਰੀ ਵਿੱਚ ਪਹਿਲੀ ਵਾਰੀ ਇਹਨਾਂ ਦੋਨਾਂ ਕੈਨਲਸ ਨੂੰ ਕਨੈਕਟ ਕੀਤਾ ਵਾ। ਇਹਦਾ ਮਤਲਬ ਇਦੋਂ ਪਹਿਲਾਂ ਇਹ ਆਪਸ ਦੇ ਵਿੱਚ ਕਦੇ ਕਨੈਕਟ ਨਹੀਂ ਹੋਈਆਂ ਸੀ। ਮੈਂ ਤੁਹਾਨੂੰ ਦੱਸ ਦਵਾਂ, ਇੰਗਲਿਸ਼ ਸਮਾਰਟ ਆ, ਉਹ ਰੀਕਨੈਕਟ ਕਹਿ ਰਹੀ ਆ, ਇਹਨੇ ਰੀਕਨੈਕਟ ਕੀਤਾ ਵਾ। ਇਹਦਾ ਮਤਲਬ ਪੱਕਾ ਪਾਸਟ ਦੇ ਵਿੱਚ ਇਹ ਕਿਸੇ ਹੋਰ ਤਰੀਕੇ ਨਾਲ ਇੱਕ ਦੂਸਰੇ ਨਾਲ ਕਨੈਕਟ ਹੋਣਗੀਆਂ ਜੀ। ਕੁਐਸਚਨ ਝੂਠ ਮਾਰੀ ਜਾਂਦਾ, ਆਨਸਰ ਫਾਲਸ ਆ। ਅੱਗੇ ਜਾ ਕੇ ਇਹਨੂੰ ਵੈਰੀਫਾਈ ਕਰ ਲੈਣੇ ਮੜਾ, ਜੇ ਕਿਤੇ ਹੋਰ ਗੱਲ ਹੁੰਦੀ ਹੈ ਤਾਂ ਧਿਆਨ ਨਾਲ ਦੇਖਿਓ। ਵੈਸੇ ਇਹਦਾ ਆਨਸਰ ਤਾਂ 100% ਹੈ ਜੀ। ਵੈਸੇ ਮੇਜਰ ਚੈਲੰਜ ਧਿਆਨ ਨਾਲ ਦੇਖਿਓ ਜੀ, ਆ ਜਿਹੜੀ ਚੀਜ਼ ਹੈਗੀ ਆ 35 ਮੀਟਰ ਬਿਲੋ, ਜਿਹੜੀ ਕਹਿੰਦੇ ਆ ਫੋਰਥ ਸਾਇਲਡ ਕੈਨਲ ਆ ਨਾ, ਇਹ 35 ਮੀਟਰ ਥੱਲੇ ਆ, ਕਹਿੰਦੇ ਕਿਹਦੇ ਤੋਂ? ਯੂਨੀਅਨ ਕੈਨਲ ਤੋਂ। ਅੱਛਾ, ਇਹ ਇਹਨਾਂ ਵਿੱਚ ਫਾਸਲਾ ਜਾਨੀ ਕਿ 35 ਮੀਟਰ ਦਾ ਹਿਸਟੋਰੀਕਲੀ ਪਹਿਲਾਂ ਇਹ ਦੋਨੇ ਕੈਨਲਾਂ ਜਿਹੜੀਆਂ ਹੈਗੀਆਂ ਇਹ ਜੋੜੀਆਂ ਗਈਆਂ ਸੀਗੀਆਂ। ਇੱਥੋਂ ਵੀ ਇਹ ਫਾਲਸ ਹੋ ਗਿਆ ਜੀ। ਨੀਅਰ ਆਹਾ ਵਾਲੇ ਟਾਊਨ ਦੇ ਨੇੜੇ ਜੋੜੀਆਂ ਗਈਆਂ ਸੀ। ਫੋਲਕਰਕ ਵੀਲ ਨੇ ਨਹੀਂ ਜੋੜੀਆਂ, ਫੋਲਕਰਕ ਇੱਕ ਟਾਊਨ ਦਾ ਨਾਮ ਹੈ ਜੀ। ਉੱਥੇ ਜਦੋਂ ਵੀਲ ਬਣਾਇਆ ਉਹਦਾ ਨਾਮ ਰੱਖਤਾ ਫੋਲਕਰਕ ਵੀਲ। ਹਿਸਟਰੀ ਵਿੱਚ ਇਹ 11 ਲੋਕ ਦੀ ਹੈਲਪ ਨਾਲ ਜੋੜੀਆਂ ਗਈਆਂ ਵਾ। ਤਾਂ ਕੁਐਸਚਨ ਤਾਂ ਦੋਵਾਂ ਥਾਵਾਂ ਤੇ ਝੂਠਾ ਪੈ ਗਿਆ ਜੀ। ਕੁਐਸਚਨ ਕਹੀ ਜਾਂਦਾ ਫੋਲਕਰਕ ਵੀਲ ਹਿਸਟਰੀ ਦੇ ਵਿੱਚ ਇਹਨਾਂ ਨੂੰ ਪਹਿਲੀ ਵਾਰ ਜੋੜ ਰਿਹਾ। ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਦੋਨੇ ਕੈਨਲਸ ਤਾਂ ਪਹਿਲਾਂ ਹੀ ਜੁੜ ਚੁੱਕੀਆਂ ਜੀ। ਇਹਨੇ ਤਾਂ ਇਹਨੂੰ ਆ ਕੇ ਰੀਕਨੈਕਟ ਕੀਤਾ ਵਾ, ਨਾ ਕਿ ਹਿਸਟਰੀ ਚ ਪਹਿਲੀ ਵਾਰੀ ਇਹਨੇ ਇਹਨੂੰ ਲਿੰਕ ਕੀਤਾ। ਤਾਂ ਜੀ ਇਹ ਫਾਲਸ ਆ ਜੀ ਆਪਣਾ। ਅੱਗੇ ਜਾ ਕੇ ਕਹਿੰਦੇ देयर was some opposition। ਆਪੋਜੀਸ਼ਨ ਦਾ ਮਤਲਬ ਕੀ ਹੋਇਆ? ਮਤਭੇਦ, ਵਿਰੋਧ। ਕਿਹਦੇ ਨੂੰ ਲੈ ਕੇ ਵਿਰੋਧ ਸੀਗਾ? ਡਿਜ਼ਾਈਨ ਨੂੰ ਲੈ ਕੇ। ਕਿਹਦੇ ਡਿਜ਼ਾਈਨ ਨੂੰ ਲੈ ਕੇ? ਫੋਲਕਰਕ ਵੀਲ। ਕਦੋਂ? ਪਹਿਲਾਂ ਜੀ ਉਹ ਕਹਿੰਦੇ। ਅੱਛਾ ਕੀ ਕਹਿੰਦੇ ਜੀ? ਕਹਿੰਦੇ ਫੋਲਕਰਕ ਵੀਲ ਦੇ ਡਿਜ਼ਾਈਨ ਨੂੰ ਲੈ ਕੇ ਪਹਿਲਾਂ ਨਾ ਆਪੋਜੀਸ਼ਨ ਹੋ ਚੁੱਕੀ ਆ। ਮਤਲਬ ਕਿ ਮਤਭੇਦ ਜੇ ਹੋ ਚੁੱਕੇ ਆ, ਲੋਕੀ ਬਹਿਸਬਾਜ਼ੀ ਜੇ ਕਰ ਚੁੱਕੇ ਆ। ਮੈਂ ਉਹਨੂੰ ਮਿੰਟੋ ਮਿੰਟ ਹੀ ਜਾ ਕੇ ਸਕੈਨ ਕਰੂੰਗਾ, ਕਿਉਂਕਿ ਇੰਨਾ ਟਾਈਮ ਵੀ ਹੈ ਨਹੀਂ। ਬਾਅਦ ਚੋਂ ਟਾਈਮ ਹੋਈ ਜਾਂਦਾ ਤੁਹਾਡੇ ਵਿੱਚ, ਫਾਈਨਲ ਦੇ ਵਿੱਚ ਤੁਹਾਡੀ ਡਾਇਗਰਾਮ ਜੀ ਡਨ ਹੋ ਚੁੱਕੀ ਆ, ਇੰਨਾ ਟਾਈਮ ਤੁਹਾਡੇ ਕੋਲੇ ਹੈ ਨਹੀਂਗਾ।
ਤਾਂ ਜਾ ਕੇ ਉਹਨੂੰ ਮਿੰਟੋ ਮਿੰਟ ਸਕੈਨ ਕਰਾਂਗੇ ਕਿ ਡਿਜ਼ਾਈਨ ਨੂੰ ਲੈ ਕੇ ਕਿਤੇ ਬਹਿਸਬਾਜ਼ੀ ਹੋ ਚੁੱਕੀ ਹੈ ਜੀ। ਇੱਥੋਂ ਤੱਕ ਡਿਜ਼ਾਈਨ ਦੀ ਕੋਈ ਗੱਲ ਨਹੀਂ ਕੀਤੀ ਸੀਗੀ ਜੀ। ਅੱਗੇ ਜਾ ਕੇ ਦੇਖਦੇ ਹਾਂ ਜੀ। ਓਕੇ, ਸਟੈਪਡ ਜੰਪ ਕਰ ਕਰਕੇ ਮਿੰਟੋ ਮਿੰਟ ਹੀ ਪੜਿਆ ਕਰੋ। ਬ੍ਰੇਕਿੰਗ ਓਕੇ 1994 ਅਥਾਰਟੀ ਨੇ ਕੀ ਕੀਤਾ ਜੀ, ਲੈਂਡਮਾਰਕ ਵਿਚ ਵੁੱਡ ਨਾਟ ਬੀ ਫਿਟਿੰਗ, ਨਹੀਂ ਜੀ ਕਿਤੇ ਨਹੀਂ ਲਿਖਿਆ ਸਿੰਬਲ ਆਫ, ਕਿਤੇ ਗੱਲ ਨਹੀਂ ਕੀਤੀ ਜੀ। ਜਾ ਕੇ ਮੈਂ ਮਿੰਟੋ ਮਿੰਟ ਹੀ ਦੇਖਣਾ ਕਿ ਡਿਜ਼ਾਈਨ ਤੇ ਕੋਈ ਬਹਿਸ ਵਗੈਰਾ ਹੋਈ ਆ, ਅਪੋਜੀਸ਼ਨ ਕੰਸੈਪਟ ਆ ਜਿਹੜੇ ਐਗ ਤੋਂ ਓਕੇ ਜਾਇੰਟ eventual winner was a plan huge rotating become the Falkirk wheel। ਇੱਥੇ ਇੱਕ ਵਾਰੀ ਪੜ੍ਹ ਲੈਣਾ ਜੀ। ਆਈਡੀਆ ਤੇ ਗੱਲ ਕਰੀ ਜਾਂਦੇ, ਡਿਜ਼ਾਈਨ ਤੇ ਨਹੀਂ। ਆਈਡੀਆ ਹੋਰ ਚੀਜ਼ ਹੁੰਦਾ, ਡਿਜ਼ਾਈਨ ਹੋਰ ਚੀਜ਼ ਹੁੰਦਾ ਜੀ। ਠੀਕ ਹੈ ਜੀ। ਆਈਡੀਆ ਕਹਿੰਦੇ ਸਬਮਿਟ ਕੀਤਾ ਗਿਆ ਸੀ ਪ੍ਰੋਜੈਕਟ ਦੇ ਲਈ। ਇਹਦੇ ਵਿੱਚ ਕੰਸੈਪਟ ਸੀਗੇ ਕਿਵੇਂ ਕਿਵੇਂ ਸੀ, ਰੋਲਿੰਗ ਐਗ ਤੋਂ ਲੈ ਕੇ ਜਾਂਦੀ ਟਿਟਲਿੰਗ ਟੈਂਕਸ। ਕਈਆਂ ਲੋਕਾਂ ਨੇ ਕਿਹਾ ਇਹਨਾਂ ਵਿੱਚ ਐਗ ਆ ਜਿਹੜੇ ਆਪਾਂ ਉਹ ਗੱਲ ਕਿਹਦੀ ਕਰੀ ਜਾਂਦੇ, ਆਈਡੀਆਜ਼ ਦੀ। ਫॉर ਹਾਂ ਜਾਨੀ ਕਿ ਜਾਇੰਟ ਆਹ ਵਾਲੀ ਚੀਜ਼ ਸੀ। eventual winner ਕੌਣ ਸੀਗਾ ਜੀ, was a plan for huge rotating, rotate ਕੀਤਾ ਜੀ ਉਹਨਾਂ ਨੇ ਉਹਨਾਂ ਨੂੰ। ਓਕੇ ਜੀ, ਯੂਨੀਕ ਸ਼ੇਪ ਆ ਜਿਹੜੀ ਇਹਦੀ। ਅੱਛਾ ਜੀ, ਆਈਡੀਆਜ਼ ਦੇ ਬਾਰੇ ਜ਼ਰੂਰ ਗੱਲ ਕੀਤੀ ਹੈ ਜੀ, ਪਰ ਉਹਦੀ ਸ਼ੇਪ ਨੂੰ ਲੈ ਕੇ ਕਿਤੇ ਵੀ ਮਤਭੇਦ ਇੱਥੇ ਨਹੀਂ ਹੋਏ, ਅਪੋਜੀਸ਼ਨ ਹੋਈ ਨਹੀਂ। ਉਹਦੇ ਡਿਜ਼ਾਈਨ ਨੂੰ ਲੈ ਕੇ ਤਾਂ ਜੀ ਡਿਜ਼ਾਈਨ ਦੀ ਕੋਈ ਗੱਲ ਨਹੀਂ ਹੋਈ ਐਟ ਦਾ ਮੂਵਮੈਂਟ। ਹੁਣ ਇਹਦੇ ਪਿੱਛੇ ਨਹੀਂ ਪੈ ਜਾਣਾ। ਸਭ ਤੋਂ ਵੱਡੀ ਗਲਤੀ ਜਿਹੜੀ ਕਰੋਗੇ, ਚੁੱਪ ਕਰਕੇ ਇਹਨੂੰ ਕੀ ਲਾ ਦਿਓ, ਇੱਥੇ ਨੋਟ ਗਿਵਨ ਲਾ ਦਿਓ, ਕਿਉਂਕਿ ਡਿਜ਼ਾਈਨ ਤੇ ਕਿਤੇ ਵੀ ਮਤਭੇਦ ਨਹੀਂ ਹੋਇਆ। ਅੱਗੇ ਚੱਲਦੇ ਹਾਂ। ਫਾਲਕਰਕ ਵੀਲ ਆ ਜਿਹੜਾ ਵਾਸ ਇਨੀਸ਼ੀਅਲੀ ਪੁੱਟ ਟੂਗੇਦਰ। ਪੁੱਟ ਟੂਗੇਦਰ ਦਾ ਮਤਲਬ ਹੀ ਹੁੰਦਾ ਕਿਸੇ ਚੀਜ਼ ਨੂੰ ਇਕੱਠਾ ਕਰਨਾ। ਪੁੱਟ ਟੂਗੇਦਰ ਦਾ ਮਤਲਬ ਇਕੱਠਾ ਜੀ, ਕਿਸੇ ਚੀਜ਼ ਨੂੰ ਜੋੜਨਾ। ਮਤਲਬ ਕੀ ਕੱਢਿਆ ਮੈਂ ਇਹਦਾ, ਕਿਸੇ ਚੀਜ਼ ਨੂੰ ਜੋੜਨਾ। ਫਾਲਕਰਕ ਵੀਲ ਕਹਿੰਦੇ ਸ਼ੁਰੂ ਚ ਜੋੜਿਆ ਗਿਆ ਸੀ ਉਸ ਲੋਕੇਸ਼ਨ ਤੇ ਜਿੱਥੇ ਇਹਦੇ ਕੰਪੋਨੈਂਟ ਮੈਨੂਫੈਕਚਰ ਕੀਤੇ ਸੀ। ਅੱਛਾ, ਜਿੱਥੇ ਇਹਦੇ ਪਾਰਟਸ ਬਣਾਏ ਗਏ ਸੀਗੇ ਨਾ, ਮੰਨ ਕੇ ਚਲੋ ਫਾਲਕਰਕ ਵੀਲ ਦਾ ਉਹਨਾਂ ਨੇ ਕੋਈ ਚੀਜ਼ ਬਣਾਉਣੀ ਹੈ, ਬਣਾਈ ਜਾਂਦੇ, ਮੈਨੂਫੈਕਚਰ ਕਰੀ ਜਾਂਦੇ ਆ, ਇਹਨਾਂ ਨੂੰ ਜੋੜਿਆ ਵੀ ਉੱਥੇ ਹੀ ਸੀ, ਸੇਮ ਲੋਕੇਸ਼ਨ ਤੇ। ਯਾਨੀ ਕਿ ਜਿੱਥੇ ਜਿੱਥੇ ਇਹਦੇ ਪਾਰਟ ਬਣਾਏ, ਮੰਨ ਕੇ ਚਲੋ 4 ਪਾਰਟ ਆਏ ਦੇ, ਆਹ ਵਾਲੇ 4 ਪਾਰਟ, ਜਿੱਥੇ ਇਹਦੇ 4 ਪਾਰਟ ਬਣਾਏ ਤੇ 4 ਪਾਰਟ ਜੋੜ ਵੀ ਉੱਥੇ ਹੀ ਦਿੱਤੇ ਸੀ ਜੀ ਉਹਨਾਂ ਨੇ। ਮੰਨ ਕੇ ਚਲੋ ਫਾਲਕਰਕ ਵੀਲ ਦੀ ਡਿਜ਼ਾਈਨਿੰਗ ਆਹ ਵਾਲੀ ਹੈ, ਜੋੜ ਵੀ ਕਹਿੰਦੇ ਉੱਥੇ ਹੀ ਦਿੱਤੇ ਸੀ ਜਿੱਥੇ ਉਹਨਾਂ ਨੇ ਬਣਾਏ। ਚਲੋ ਜਾ ਕੇ ਵੈਰੀਫਾਈ ਕਰਕੇ ਆਉਂਦੇ ਜੀ। ਅੱਛਾ, ਆਪਣੇ ਕੋਈ ਇੱਥੇ ਲੋਕੇਸ਼ਨ ਕੀ ਆ ਆਪਣੀ, ਆਪਣੇ ਕੀਵਰਡ ਕੀ ਆ, ਬਿਲਕੁਲ ਮੈਨੂਫੈਕਚਰ। ਇਹਦੇ ਹੋ ਸਕਦੇ ਆ ਜੀ ਫਾਲਕਰਕ ਵੀਲ ਪੁੱਟ ਟੂਗੇਦਰ। ਕੰਪੋਨੈਂਟ ਸਭ ਤੋਂ ਵੱਡਾ ਜੀ ਇੱਥੇ ਕੀਵਰਡ। ਕੰਪੋਨੈਂਟ ਨੂੰ ਹੋਰ ਕੀ ਲਿਖ ਦੇਣਗੇ, ਜਾ ਕੇ ਦੇਖਦੇ ਆ। ਇਦਾਂ ਦੇ ਕੁਐਸਚਨਾਂ ਦੇ ਵਿੱਚ ਸਕੈਨਿੰਗ ਸਲੋ ਕਰੀ ਦੀ ਹੁੰਦੀ, ਧਿਆਨ ਨਾਲ ਦੇਖਿਓ। ਇਦਾਂ ਦੇ ਕੁਐਸਚਨਾਂ 'ਚ ਸਕੈਨਿੰਗ ਹੈ ਜਿਹੜੀ ਉਹ ਸਲੋ ਕਰੀ ਦੀ ਹੁੰਦੀ ਹੈ। ਕਿਉਂ ਕਹਿ ਰਹੇ ਆ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕੰਪੋਨੈਂਟਸ ਨੂੰ ਕੀ ਕਹਿ ਗਈ ਉਹ, ਸਮਝ ਗਏ ਨਾ। ਜੇ ਬਾਲੀ ਕਾਲੀ ਕਰੋਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਉਹ ਕੀ ਕਹਿ ਗਏ, ਕਿਉਂਕਿ ਆਪਣਾ ਲਾਸਟ ਕਿੱਥੋਂ ਮਿਲਿਆ ਸੀ, ਇੱਥੋਂ ਮਿਲਿਆ ਸੀਗਾ। ਤਾਂ ਆਪਾਂ ਨੂੰ ਇੱਥੋਂ ਦੇਖਣਾ ਪੈਣਾ ਜੀ ਕਿ ਕੋਈ ਪਾਰਟਸ ਵਗੈਰਾ ਦੀ ਗੱਲ ਜਦੋਂ ਪ੍ਰੋਜੈਕਟ ਕਹਿੰਦੇ ਲਾਂਚ ਕੀਤਾ ਗਿਆ 1994 ਚ, ਨਹੀਂ ਇਹਦੀ ਕੋਈ ਗੱਲ ਨਹੀਂ ਕੀਤੀ ਗਈ ਜੀ। ਲੈਂਡਮਾਰਕ ਓਕੇ, ਸਿੰਬਲ ਆਫ ਇਕਨੋਮਿਕ, ਨਹੀਂ ਜੀ ਇੱਥੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ। ਅੱਗੇ ਜਾ ਕੇ ਦੇਖਦੇ ਜੀ। ਆਈਡੀਆ, ਇਹਦੇ ਵਿੱਚ ਆਈਡੀਆ ਲਿਖਿਆ ਪਿਆ ਜੀ, ਯੂਨੀਕ ਸ਼ੇਪ ਦੀਆਂ ਗੱਲਾਂ ਕੀਤੀਆਂ ਪਈਆਂ ਜੀ। ਅੱਗੇ ਜਾਣਾ ਪੈਣਾ ਜੀ ਆਪਾਂ ਨੂੰ। ਅੱਗੇ ਜਾ ਕੇ ਦੇਖੀਏ ਜੀ, ਇਹਦੇ ਲਾਸਟ ਤੋਂ ਬਾਅਦ ਜਿਹੜੀ ਵਾਸਟ ਟਰਨਿੰਗ ਸੀਗੀ ਉਹਦੀ ਕਿਤੇ ਨਹੀਂ ਗੱਲ ਹੋਈ ਜੀ। ਓਕੇ, ਕਿਤੇ ਨਹੀਂ। ਵੇਰੀਅਸ ਪਾਰਟਸ, ਇੱਥੇ ਆ ਕੇ ਮੈਂ ਸਲੋ ਹੋ ਗਿਆ ਜੀ। ਕੰਸਟਰਕਟਡ, ਇੱਥੇ ਆ ਕੇ ਮੈਂ ਡਬਲ ਬਲੇਕ ਲਾ ਲਏ। ਕੰਪੋਨੈਂਟ ਦਾ ਸਿਨੋਨਿਮ ਜੀ ਪਾਰਟਸ, ਮੈਨੂਫੈਕਚਰਰ ਦਾ ਜੀ ਕੰਸਟਰਕਸ਼ਨ। ਨੋਟ ਕਰ ਲਓ ਜਿਹਨੂੰ ਨਹੀਂ ਪਤਾ। ਲੱਭਣ ਕੀ ਆਇਆ, ਕੀ ਇਹ ਜਿੱਥੇ ਮੈਨੂਫੈਕਚਰ ਹੋਇਆ ਸੀ ਉੱਥੇ ਇਹਨੂੰ ਜਾਨੀ ਕਿ ਪੁੱਟ ਟੂਗੇਦਰ ਕਰਤਾ ਸੀ, ਉੱਥੇ ਇਹਨੂੰ ਜੋੜਤਾ ਸੀ। ਚਲੋ ਪੜ੍ਹਦੇ ਹਾਂ ਜੀ। ਜਿਹੜੇ ਵੇਰੀਅਸ ਪਾਰਟਸ ਆ ਜੀ ਕਹਿੰਦੇ ਕਿਹਦੇ, ਫਾਲਕਰਕ ਵੀਲ ਦੇ, ਸਾਰੇ ਉਹ ਕਹਿੰਦੇ ਮੈਨੂਫੈਕਚਰ ਕੀਤੇ ਗਏ। ਅਸੈਂਬਲ ਦਾ ਮਤਲਬ ਹੁੰਦਾ ਇਕੱਠਾ ਕਰਨਾ। ਬੱਚੇ ਨੂੰ ਇਹਦਾ ਮਤਲਬ ਪਤਾ ਜੀ, ਇਹਦਾ ਮਤਲਬ ਇਕੱਠਾ ਕਰਨਾ, ਜੋੜਨਾ। ਕਹਿੰਦੇ ਜੀ ਫਾਲਕਰਕ ਵੀਲ ਨੂੰ ਮੈਨੂਫੈਕਚਰ ਕੀਤਾ ਗਿਆ ਤੇ ਅਸੈਂਬਲ ਕੀਤਾ ਗਿਆ। ਅੱਛਾ, ਹੁਣ ਇੱਥੋਂ ਜਾ ਕੇ ਮਿੰਟੋ ਮਿੰਟ ਹੀ ਤੁਹਾਡੇ ਵਿੱਚੋਂ ਕੋਈ ਜਾ ਕੇ ਟਰੂ ਲਾ ਦੇਣਗੇ। ਹਾਲੇ ਸਾਹ ਲਓ, ਹਾਲੇ ਮੈਂ ਵੈਰੀਫਾਈ ਕਰਨਾ ਸੇਮ ਜਗ੍ਹਾ ਤੇ, ਲੋਕੇਸ਼ਨ ਸੇਮ ਆ ਦੋਨਾਂ ਦੀ। ਚਲੋ ਜੀ, ਲਾਈਕ ਜਿਵੇਂ ਵਨ ਜਾਇੰਟ ਟੋਏ ਜਿਹੜਾ ਸੀਗਾ ਬਿਲਡਿੰਗ ਸੈੱਟ,
ਐਟ ਦਾ ਮਤਲਬ ਜਗ੍ਹਾ ਹੁੰਦੀ ਹੈ ਜੀ। ਕਿੱਥੇ ਕੀਤਾ ਗਿਆ ਹੈ? ਬਟਰਫਲਾਈ ਇੰਜੀਨੀਅਰਿੰਗ ਸਟੀਲ ਵਰਡ ਕਿੱਥੇ ਕੀਤਾ ਗਿਆ ਜੀ? ਇਹ ਆਹਾ ਵਾਲੀ ਜਗ੍ਹਾ ਦੇ ਵਿੱਚ, ਆਹਾ ਵਾਲੀ ਪਲੇਸ ਦੇ ਵਿੱਚ। ਤਾਂ ਧਿਆਨ ਨਾਲ ਦੇਖਿਓ, ਹੁਣੇ ਮੈਂ ਜਾ ਕੇ ਟਰੂ ਲਾਉਂਗਾ। ਕਿਉਂ? ਇਹਦੇ ਪਾਰਟਸ ਆ ਜਿਹੜੇ ਮੈਨੂਫੈਕਚਰ ਹੋਏ ਸੀ, ਇਕੱਠੇ ਕੀਤੇ ਗਏ ਸੀਗੇ। ਕਿੱਥੇ ਜੀ? ਉਹਨਾਂ ਦੀ ਕੋਈ ਸਟੀਲ ਵਰਕ ਸੀਗੀ, ਕਾਹਦੇ ਚ ਸੀ? ਆਹ ਵਾਲੀ ਸਿਟੀ ਸੁਟੀ ਦਾ ਕੋਈ ਇਹ ਨਾਮ ਹੋਊਗਾ ਜੀ, ਇੱਥੇ ਸੀਗੀ। ਇਹਦਾ ਮਤਲਬ ਇੱਥੇ ਦੋਨੇ ਕੰਮ ਇਕੱਠੇ ਹੀ ਹੋਏ। ਕਿਹੜੇ? ਕੰਸਟਰਕਸ਼ਨ ਦਾ ਵੀ, ਅਸੈਂਬਲ ਦਾ ਵੀ। ਇਹ ਜਗ੍ਹਾ ਸੀ ਕਿੱਥੋਂ? ਫਾਲਕਰਕ ਜਿਹੜਾ ਕੋਈ ਟਾਊਨ ਆ, ਉੱਥੋਂ 400 ਕਿਲੋਮੀਟਰ ਕੀ ਸੀ ਜੀ, ਇਹ ਦੂਰ ਸੀ। ਇਸ ਜਗ੍ਹਾ ਦੇ ਵਿੱਚ ਆ ਦੋ ਕੰਮ ਪਰਫਾਰਮ ਕੀਤੇ ਗਏ, ਬਣਾਏ ਵੀ ਇੱਥੇ, ਇਕੱਠੇ ਵੀ ਇੱਥੇ ਕੀਤੇ ਜੀ। ਤੇ ਲਾ ਜਾ ਕੇ ਇਹਨਾਂ ਨੇ ਇੱਥੇ ਦਿੱਤਾ ਹੋਊਗਾ ਜੀ। ਕੋਈ ਹੋ ਸਕਦੀ ਇਹਦੀ ਹਿਸਟਰੀ? ਲੱਗਿਆ ਪਤਾ ਜੀ? ਤੇ ਧਿਆਨ ਨਾਲ ਇਹ ਚੀਜ਼ ਦਾ ਆਪਦੇ ਮਾਈਂਡ ਦੇ ਵਿੱਚ ਰੱਖਣਾ। ਆਨਸਰ ਕੀ ਹੋ ਗਿਆ ਜੀ? ਆਨਸਰ ਹੋ ਗਿਆ ਜੀ ਇਹਦਾ ਟਰੂ। ਧਿਆਨ ਨਾਲ ਦੇਖਿਓ ਜੀ, ਆਨਸਰ ਜੋ ਇਹਦਾ ਹੈ, ਆਨਸਰ ਆਪਣਾ ਹੋ ਗਿਆ ਜੀ ਟਰੂ। ਕਿਉਂਕਿ ਦੇਖੋ ਆਹ ਦੋਨੇ ਕੰਮ ਕਾਹਦੇ ਚ ਹੋਏ ਆ? ਆਹ ਦੋਨੇ ਕੰਮ ਜੀ, ਆਹ ਵਾਲਾ ਤੇ ਆਹ ਵਾਲਾ ਕਾਹਦੇ ਚ ਹੋਏ? ਜਿਹੜਾ ਇੱਕ ਨਾਮ ਸੀ ਪ੍ਰੋਪਰ ਡੀ ਤੇ ਉਹਦਾ ਨਾਮ ਪੈਂਦਾ ਸੀ, ਤੈਨੂੰ ਆ ਕੇ ਕੀ ਲਾਤਾ ਜੀ? ਮੈਂ ਟਰੂ ਲਾਤਾ ਜੀ। ਧਿਆਨ ਨਾਲ ਦੇਖਿਓ ਜੀ, ਇਹਨੂੰ ਅੱਗੇ ਚੱਲਦੇ ਆ ਜੀ ਆਪਾਂ। ਫਾਲਕਰਕ ਵੀਲ ਆ ਜਿਹੜਾ, ਓਨਲੀ ਬੋਟ। ਤਾਂ ਧਿਆਨ ਨਾਲ ਦੇਖਿਓ, ਆਹ ਇੰਨਾ ਕੁ ਜ਼ਿਆਦਾ ਖਤਰਨਾਕ ਵਰਡ ਆ ਨਾ, ਜਿਹੜਾ ਸਾਰੀ ਗੇਮ ਨੂੰ ਚੇਂਜ ਕਰ ਦਿੰਦਾ ਜੀ। ਚਲੋ ਜੀ, ਧਿਆਨ ਨਾਲ ਦੇਖਿਓ ਜੀ ਇਹਨੂੰ, ਧਿਆਨ ਨਾਲ। ਕੀ ਕਹਿੰਦੇ ਜੀ? ਕਹਿੰਦੇ ਫਾਲਕਰਕ ਵੀਲ ਓਨਲੀ, ਸਿਰਫ ਇੱਕ ਵੀਲ ਆ, ਸਿਰਫ ਇੱਕ ਬੋਟ ਆ ਜੀ, ਇਕਲੌਤੀ ਬੋਟ ਆ, ਹੋਰ ਕੋਈ ਦੁਨੀਆ 'ਚ ਬੋਟ ਹੀ ਹੈ ਨਹੀਂ ਗੀ। ਫਾਲਕਰਕ ਵੀਲ ਇਕਲੌਤੀ ਬੋਟ ਆ ਵਰਲਡ ਦੇ ਵਿੱਚ, ਜਿਹਦੇ ਕਹਿੰਦੇ ਜਿਹੜੇ ਸਟੀਲ ਸੈਕਸ਼ਨ ਆ ਬੋਲਟਡ, ਉਹ ਬੋਲਟ ਕੀਤੇ ਗਏ ਆ ਹੱਥ ਦੇ ਨਾਲ। ਯਾਨੀ ਕਿ ਜਿਹੜੇ ਸਟੀਲ ਸੈਕਸ਼ਨ ਆ ਹੱਥ ਨਾਲ ਕੱਸੇ ਗਏ ਆ। ਬੋਲਟ ਦਾ ਮਤਲਬ ਕਿਸੇ ਚੀਜ਼ ਨੂੰ ਕੱਸਣਾ। ਚਲੋ ਜਾ ਕੇ ਦੇਖੀਏ ਕਿ ਇਹ ਵਰਲਡ ਵਿੱਚ ਇਕਲੌਤੀ ਬੋਟ ਆ ਜਿਹਦੇ ਸਟੀਲ ਸੈਕਸ਼ਨ ਆ। ਦੇਖੋ ਇੱਥੇ ਇੰਨੀ ਕੁ ਤਾਂ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਸਟੀਲ ਦਾ ਕੋਈ ਸਿਨੋਨਿਮ ਨਹੀਂ ਹੁੰਦਾ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਸਟੀਲ ਦਾ ਕੋਈ ਸਿਨੋਨਿਮ ਨਹੀਂ ਹੁੰਦਾ ਜੀ। ਐਂਡ ਵਾਲਾ ਕਿੱਥੋਂ ਮਿਲਿਆ ਆਪਾਂ ਨੂੰ? ਨੈਚੁਰਲ ਜੀ ਗੱਲ ਆ, ਐਂਡ ਵਾਲਾ ਆਪਾਂ ਨੂੰ ਕੁਐਸਚਨ ਮਿਲਿਆ ਸੀਗਾ ਜੀ ਇੱਥੋਂ, ਵੇਰੀਅਸ ਪਾਰਟ ਤੋਂ। ਚਲੋ ਜਾ ਕੇ ਦੇਖਦੇ ਹਾਂ ਜੀ ਫਿਰ ਇਹਦੇ ਆਸੇ ਪਾਸੇ ਆਪਾਂ ਨੂੰ ਕੋਈ ਸਟੀਲ ਵਗੈਰਾ ਕੋਈ ਏਦਾਂ ਦੀ ਕੋਈ ਚੀਜ਼ ਮਿਲ ਜੇ ਜੀ। ਇੱਥੋਂ ਆਪਣਾ ਆਖਿਰ ਵਾਲਾ ਲੱਭਿਆ ਸੀਗਾ ਜੀ। ਓਕੇ, ਡਿਸਮੈਂਟਲ ਟੂਗੇਦਰ। ਅੱਗੇ ਜਾ ਕੇ ਲਿਖਿਆ ਜੀ ਇਹਨਾਂ ਨੇ ਆਪਾਂ ਨੂੰ, ਓਕੇ, ਸਟਰਕਚਰ ਆ ਜਿਹੜੀ ਇਹਦੀ ਸਟੀਲ। ਆ ਆਪਣਾ ਕੀਵਰਡ ਆ ਗਿਆ ਜੀ। ਇੱਥੇ ਜਦੋਂ ਹੀ ਮੈਂ ਕੀਵਰਡ ਦੇਖਿਆ, ਧਿਆਨ ਨਾਲ ਦੇਖਿਓ, ਮੇਰੀ ਸਕੈਨਿੰਗ ਦੀ ਜਿਹੜੀ ਸਪੀਡ ਆ ਨਾ, ਉਹ ਤੁਹਾਡੀ ਫਾਈਨਲ 'ਚ ਜੋ ਹੋਣੀ ਚਾਹੀਦੀ ਹੈ। ਤੁਸੀਂ ਇੰਨੇ ਤੇਜ਼ ਵੀ ਨਾ ਹੋਵੋ, ਬਾਲੇ ਸਲੋ ਵੀ ਨਾ ਹੋਵੋ, ਇਦੋਂ ਮਾੜੇ ਤੇਜ਼ ਹੋ ਸਕਦੇ ਹੋ ਪ੍ਰੈਕਟਿਸ ਕਰਕੇ। ਠੀਕ ਹੈ ਜੀ, ਧਿਆਨ ਨਾਲ ਦੇਖਿਓ ਜੀ। ਇੱਥੋਂ ਪੜਨ ਲੱਗਾਂਗੇ ਕਿਉਂਕਿ ਲੋਕੇਸ਼ਨ ਇੱਥੋਂ ਆਪਣੀ ਲਾਈਨ ਸਟਾਰਟ ਹੁੰਦੀ ਹੈ, ਇੱਥੇ ਆਪਾਂ ਇਹਨੂੰ ਖਤਮ ਕਰ ਦਾਂਗੇ। ਇਦੋਂ ਗਾਂ ਵਧਾ ਲਵਾਂ ਕਿਉਂਕਿ ਇੱਥੇ ਲਿਖਿਆ ਹੈਂਡ ਟਾਈਟਨਡ, ਹੱਥਾਂ ਨਾਲ ਕੱਸੇ ਗਏ। ਇਹਦਾ ਮਤਲਬ ਜੀ ਇਹ ਸਾਰਾ ਹੀ ਪੜਨਾ ਪੈਣਾ ਮੈਨੂੰ ਜੇ ਮੈਂ ਚੰਗੀ ਤਰ੍ਹਾਂ ਆਨਸਰ ਲਾਉਣਾ। ਤਾਂ ਜਿਹੜਾ ਇਹ ਵੀਲ ਆ ਇਹਨੂੰ ਜ਼ਰੂਰਤ ਪਊਗੀ ਕਹਿੰਦੇ ਕਾਫੀ ਜ਼ਿਆਦਾ, ਕਾਦੀ ਜੀ? ਚੇਂਜਿੰਗ ਸਟ੍ਰੈਸ ਦੀ ਕਾਫੀ ਇਹਨੂੰ ਲੋੜ ਪਊਗੀ ਜਦੋਂ ਇਹ ਰੋਟੇਟ ਕਰਦਾ ਜੀ। ਉਹ ਕਹਿੰਦੇ ਇਹਦਾ ਜਿਹੜਾ ਜੇ ਆਪਾਂ ਸਟਰਕਚਰ ਬਣਾਉਣੀ ਆ ਤਾਂ ਆਪਾਂ ਨੂੰ ਜ਼ਿਆਦਾ ਰੋਬਸਟ ਦਾ ਮਤਲਬ ਇੱਕ ਦਿਨ ਦੱਸਿਆ ਸਟਰੋਂਗ, ਜ਼ਿਆਦਾ ਸਟਰੋਂਗ ਚੀਜ਼ ਦੀ ਲੋੜ ਪੈਣੀ ਹੈ। ਸਟੀਲ ਸੈਕਸ਼ਨ ਆ ਜਿਹੜੇ ਵਰ ਬੋਲਟਡ, ਉਹ ਕੱਸੇ ਗਏ ਸੀ। ਕਿਵੇਂ ਕੱਸੇ ਗਏ ਸੀਗੇ ਜੀ? rather than welded together, ਵੈਲਡਿੰਗ ਨਹੀਂ ਕੀਤੇ ਗਏ ਸੀ, ਬੋਲਟ ਕੀਤੇ ਗਏ ਸੀ। ਮੈਂ ਜਾ ਕੇ ਵੈਰੀਫਾਈ ਕਰਨਾ ਵਾ ਵੀ ਕੀ ਬੋਲਟ ਕਿਵੇਂ ਕੀਤੇ ਗਏ ਸੀਗੇ। ਕਹਿੰਦੇ 45,000 ਬੋਲਟ ਹੋਲਸ ਆ ਜਿਹੜੀਆਂ, ਉਹਨਾਂ ਨੂੰ ਮੈਚ ਕਰਾਇਆ ਗਿਆ ਕਿਹਨਾਂ ਨਾਲ? ਉਹਦੇ ਬੋਲਟ ਦੇ ਨਾਲ। ਤੇ ਬਾਅਦ ਚੋਂ ਹਰੇਕ ਬੋਲਟ ਕਿਵੇਂ ਕੀਤਾ ਗਿਆ? ਹੱਥੀ ਕੀਤਾ ਗਿਆ ਜੀ। ਅੱਛਾ ਜੀ, ਤਾਂ ਇਹ ਵੈਰੀਫਾਈ ਹੋ ਗਿਆ। ਜਿਹੜੀ ਇਹ ਵੀਲ ਆ ਜੀ, ਜਿਹੜੀ ਇਹ ਬੋਟ ਆ, ਇਹਦੇ ਵਿੱਚ ਜਿਹੜੇ ਸਟੀਲ ਸੈਕਸ਼ਨ ਆ ਉਹ ਹੱਥੀਂ ਕੱਸੇ ਗਏ ਆ। ਸਾਰਾ ਕੁਝ ਮੈਚ ਹੋ ਗਿਆ ਜੀ ਤੁਹਾਡਾ, ਬਟ ਇੱਕ ਚੀਜ਼ ਨੂੰ ਛੱਡ ਕੇ। ਕਹਿੰਦੇ ਜੀ ਦੁਨੀਆ ਦੇ ਵਿੱਚ ਇਕਲੌਤੀ ਬੋਟ ਆ ਤੇ ਉਹ ਰੀਡਿੰਗ ਇੱਥੇ ਖੁਦ ਹੀ ਫਸ ਗਈ। ਰੀਡਿੰਗ ਨੇ ਮੈਨੂੰ ਸਾਰਾ ਕੁਝ ਦੱਸਤਾ ਕਿ ਇਹ ਇੱਕ ਬੋਟ ਆ। ਠੀਕ ਹੈ ਜੀ, ਇਹਦੇ ਜਿਹੜੇ ਸਟੀਲ ਸੈਕਸ਼ਨ ਆ ਓਕੇ ਜੀ, ਇਹ ਹੱਥੀ ਕੱਸੇ ਗਏ ਆ ਜੀ, ਹੈਂਡ ਟਾਈਟਨਡ, ਬਿਲਕੁਲ ਜੀ, ਸਾਰਾ ਕੁਝ ਮੈਚ ਹੋ ਗਿਆ। ਪਰ ਇਹਨੇ ਕਿੱਥੇ ਦੱਸਿਆ ਕਿ ਦੁਨੀਆ ਦੀ ਇਕਲੌਤੀ ਬੋਟ ਆਈ? ਤਾਂ ਮੈਂ ਹੁਣ ਕੀ ਕਹੂੰਗਾ ਜੀ? ਮੈਂ ਕੁਐਸਚਨ ਨੂੰ ਇੱਕ ਹੀ ਚੀਜ਼ ਜਾ ਕੇ ਕਹੂੰਗਾ। ਕੀ ਕਹੂੰਗਾ?
ध्यान नाल देखियो नॉट गिवन लाउन दा तरीका। तो मैं क्वेश्चन नूं जाके कहूंगा जी कि जी ओके जी वो फॉलकर्क व्हील सॉरी कि जी वो फॉलकर्क व्हील हैगा बिल्कुल, वर्ल्ड दे विच हैगा बिल्कुल, स्टील सैक्शन हैगे आउण दे बिल्कुल, हत्थी कसे गए आ बिल्कुल, बट की वो इकलौता वा ये मैनू रीडिंग ने नहीं दस्सिया, ताकि इहदा मतलब फिर मैनू पता ही नहीं गा जी। तो मैं आके क्वेश्चन नूं इदां कह दूंगा जी इधर आके कि मैनू सारा कुछ पता वा बट मैनू तेरी आह वाली चीज नहीं पता, जिहदे करके मैं तेनू नॉट गिवन टिक कर लगा वा। ये चीज हमेशा याद रखे, ठीक है जी। नॉट गिवन लाउंदे नहीं हुंदे आपां, नॉट गिवन क्वेश्चन नूं आके कहने हुन्ने आपां कि तू नॉट गिवन आ, क्योंकि तेरी कही हुई हर गल सच होगी। आ चीज दे बारे तो पता ही नहीं लग्या मैनू उधर। हाँ जी जी, ते फॉल्स कदों कहने हुन्ने आ कि तेरी हर एक गल सच होगी बट तेरी आह गल कॉन्ट्राडिक्ट कर गई, उदों फॉल्स हुंदा। ਜਿਹੜਾ weight ਆ ਜੀ ਕਿਹਦਾ ਗੋਂਡਾਲਸ ਦਾ, ਉਹ ਕੀ ਕਰਦਾ ਜੀ ਵੈਰੀ ਕਰਦਾ। ਵੈਰੀ ਦਾ ਮਤਲਬ ਜੀ ਚੇਂਜ ਹੁੰਦਾ ਰਹਿੰਦਾ ਵਾ ਜੀ, ਕਿਹਦੇ ਅਕੋਰਡਿੰਗ ਸਾਈਜ਼ ਦੇ ਅਕੋਰਡਿੰਗ ਆਫ ਬੋਟ ਬੀਇੰਗ ਕੈਰੀਡ, ਜਿਹੜੀ ਚੀਜ਼ ਆਪਾਂ ਚੱਕੀ ਜਾ ਰਹੀ ਆ ਉਹਦੇ ਅਕੋਰਡਿੰਗ ਇਹਦਾ ਜਿਹੜਾ ਸਾਈਜ਼ ਆ ਉਹ ਚੇਂਜ ਹੁੰਦਾ ਰਹਿੰਦਾ। ਯਾਨੀ ਕਿ ਬੋਟ ਦੇ ਸਾਈਜ਼ ਦੇ ਅਕੋਰਡਿੰਗ ਗੋਂਡਲਸ ਦਾ ਜਿਹੜਾ ਸਾਈਜ਼ ਆ ਉਹ ਚੇਂਜ ਹੁੰਦਾ ਰਹਿੰਦਾ। ਚਲੋ ਜਾ ਕੇ ਦੇਖੀਏ ਜੀ ਕਿ ਚੇਂਜ ਹੁੰਦਾ ਜੀ। मैं पढ़न चलिया गोंडाल्स का जो साइज है जी वो चेंज हुंदा रहिंदा वा। अगे जाके देखते हैं जी गोंडाल्स की कोई गल हुई होवे बिल्कुल जी। अगले पैरे दे विच मैनूं एक कीवर्ड दे गया गोंडाल्स। चलो जाके पढ़िए जी ध्यान नाल देखियो। कहंदे जी जेडे दो डायमीट्रिकली अपोज्ड वाटर फिल्ड गोंडाल्स हुंदे आ, हरेक दी कैपेसिटी हुंदी इन्ने लीटर, आर फिटड ये फिट होए हुंदे आ बिटवीन एंड्स ऑफ आर्म्स। ते ये जेडे गोंडाल्स है जी ऑलवेज वेट द सेम, इन्हां दा जो वेट हुंदा वा जी ध्यान नाल देखियो, इन्हां दा जो वेट आ वो की है जी सेम हुंदा वा जी। तो मैं क्वेश्चन ते एक बारी जा वड़ां जी, ध्यान नाल देखियो जी। जे मैं क्वेश्चन ते जावां एक बारी तो क्वेश्चन मैनूं की कह रहा जी कि इहदा जेड़ा वेट आ जी, इहदा जेड़ा वेट आ वो वैरी करदा वा। तो उधर तो साफ साफ लिखिया पिया कि जी इहदा वेट सेम रहिंदा वा जी। इहदा मतलब ये इत्थे कॉन्ट्राडिक्ट कर गया। इहदा मतलब ये की हो गया जी, ये अपना फॉल्स हो गया जी। इधर ध्यान नाल देखियो ये अपना फॉल्स हो गया। टाइम घट होगा, हुण तुसीं वेरीफाई करोगे मिंटो मिंटी। दो क्वेश्चन रह गए, सीधा जाके रोमन वॉल ते जाओगे। क्यों? क्योंकि जी आपां आ चीज कित्थे लिखी पई सीगी। मोनूमेंट की हुंदा वा, मोनूमेंट हुंदा कोई ना कोई चीज बनी हुई, कोई ना कोई थिंग। एशियंट दा मतलब की हुंदा ओल्ड थिंग। ते पैरा कित्थे कह रहा सीगा रोमन वॉल। तां मैं उत्थे चलिया वां, वैसे तुक्का ला के नहीं चले, क्लू आ अपने कोले। कहंदे फॉलकर्क व्हील साइट आ, साइट दा मतलब इत्थे जगह नूं कह रहे आ जी, ये प्लेस नूं कह रहे। अपने माइंड च रख लियो जी ये चीज। कई बच्चे टास्क 2 दे विच लिखी जाणगे टू साइट एन एग्जांपल, इत्थे एस वाला नहीं हुंदा, इत्थे सी वाला साइट हुंदा वा जी। टू साइट एन एग्जांपल, दो वर्ड हुंदे आ जी साइट ते साइट। आ साइट दा मतलब एग्जांपल, आ साइट दा मतलब प्लेस। याद रखियो जी। ओके जी, तुहानू वो कही जाने कि साइट बड़ी स्पेशियस सीगी। स्पेशियस दा मतलब खुली डुली, साइट दा मतलब जगह। आ वाली साइट जगह वो कहंदे खुली डुली सी। ध्यान नाल देखियो लास्ट क्वेश्चन है जी। कहंदे जेडी फॉलकर्क व्हील साइट, अच्छा जेडे फॉलकर्क व्हील दी कंस्ट्रक्शन सीगी ना, द कंस्ट्रक्शन जेडी कहंदे कंस्ट्रक्शन सीगी कादी फॉलकर्क व्हील साइट दी, वो जगह दी टुक इनटू अकाउंट। टुक इनटू अकाउंट दा मतलब की हुंदा ध्यान विच रखना, किसी चीज नूं इंपोर्टेंस देनी, ध्यान च रखना, अपने ओनू इग्नोर ना करना, बल्कि उहदे ते गौर करना। कहंदे जी फॉलकर्क व्हील दी जगह ने ना गौर कीती, ध्यान च रखिया। सगों किहड़ी चीज ध्यान च रखी? कहंदे जी उत्थे कोई एक पुरानी जी चीज सीगी, एक नेड़े तेड़े जी, इन्हां ने ओनू ध्यान च रखिया। इदां ने मैनू इग्नोर करता ते कहता भी नहीं नहीं चलो आपां तां फॉलकर्क व्हील बनाउणा वा, छड्डो इहनू। इदां नहीं कीता कहंदे इन्हां ने। चलो जाके देखिए जी की इहने ध्यान च रखी सीगी जी वो चीज। सब तो लास्ट ते चलदे आ, आ अपनी लोकेशन है जी, की कहंदे जी इहदे
ਕਹਿੰਦੇ ਜੀ ਇਹਨੂੰ ਹੋਰ 11 ਨਹੀਂ ਆਪਾਂ ਇੰਨੀ ਗਾਂ ਇੱਥੋਂ ਨਹੀਂ ਪੜਨ ਲੱਗਾਂਗੇ, ਆਪਾਂ ਇੱਥੋਂ ਪੜਨ ਲੱਗ ਗਏ ਨੇ। ਆਲੋ ਜੀ, ਆਲੋ ਦਾ ਵੀਲ ਆ ਜਿਹੜੇ ਕਹਿੰਦੇ ਉਹ ਬਿਲਕੁਲ ਜੀ ਇੱਥੋਂ ਪੜਨਾ ਪੈਣਾ ਆਪਾਂ ਨੂੰ। ਵੀਲ ਆ ਜਿਹੜਾ ਉਹ ਕੰਸਟਰਕਟ ਨਹੀਂ ਕੀਤਾ ਜਾ ਸਕਦਾ ਸੀਗਾ, ਯਾਨੀ ਕਿ ਰੋਕ ਲੱਗ ਗਈ ਜੀ ਮੜੀ ਜੀ। ਕਿਉਂ? ਬੋਟ ਨੂੰ ਐਲੀਵੇਟ ਕਰਨ ਦੇ ਲਈ ਕੰਸਟਰਕਟ ਨਹੀਂ ਕੀਤਾ ਜਾ ਸਕਦਾ ਸੀ ਉਹ 35 ਮੀਟਰ ਓਵਰ ਦਾ ਫੁੱਲ 35 ਮੀਟਰ ਡਿਫਰੈਂਸ ਤੇ ਬਿਟਵੀਨ ਟੂ ਕੈਨਲਸ ਦੇ ਵਿਚਕਾਰ ਉਹ ਕੰਸਟਰਕਟ ਨਹੀਂ ਕੀਤਾ ਜਾ ਸਕਦਾ ਸੀਗਾ ਜੀ। ਕਿਉਂ? ਓਇੰਗ ਟੂ ਦਾ ਮਤਲਬ ਲਿਖ ਲਓ ਬਿਕੋਜ਼ ਆਫ, ਕਿਹਦੇ ਕਰਕੇ? ਕਿਉਂਕਿ ਉੱਥੇ ਇੱਕ ਪੁਰਾਣੀ ਚੀਜ਼ ਸੀ ਜੀ, ਇੱਕ ਵਾਲ ਸੀਗੀ ਜਿਹੜੀ ਉੱਥੋਂ ਦੇ ਰੋਮਨ ਲੋਕਾਂ ਨੇ ਬਣਾਈ ਸੀਗੀ। ਸੋ ਫਿਰ ਹੋਇਆ ਰਿਜ਼ਲਟ ਕੀ ਨਿਕਲਿਆ? ਬੋਟ ਨੇ ਫਿਰ ਟਰੈਵਲ ਦੇ ਥੱਲੋਂ ਦੀ ਟਰੈਵਲ ਕੀਤਾ ਜੀ, ਨਾ ਕਿ ਉਹਨਾਂ ਨੇ ਚੱਕਤੀ ਵਾਲ। ਉਹ ਜਿਹੜੀ ਵਾਲ ਸੀਗੀ ਉਹ ਉਹਨਾਂ ਨੇ ਢਾਈ ਨਹੀਂ, ਬਲਕਿ ਬੋਟ ਨੂੰ ਉਹਦੇ ਨੀਚਿਓਂ ਦੀ ਟਰੈਵਲ ਕਰਾਇਆ ਇੱਕ ਟਨਲ ਦੇ ਰਾਹੀਂ। ਦੇਖੋ ਆਹ ਵਾਲ ਆ ਜੀ, ਇਹਨਾਂ ਨੂੰ ਪਤਾ ਲੱਗ ਗਿਆ ਸੀ ਆ ਰੋਮਨ ਦੀ ਬਣਾਈ ਹੋਈ ਵਾਲ ਆ, ਆਹ ਵਾਲ ਸਾਰਿਆਂ ਨੂੰ ਦਿਖ ਰਹੀ ਆ। ਇਹਨਾਂ ਨੇ ਪਰ ਕੀ ਕੀਤਾ, ਆਏ ਥੱਲੋਂ ਦੀ ਸੁਰੰਗ ਪੱਟ ਕੇ ਲੈ ਗਏ, ਮੰਨ ਕੇ ਚਲੋ ਇੱਥੋਂ ਦੀ ਕਰਕੇ ਆਏ ਤੇ ਇੱਥੋਂ ਦੀ ਕਰਕੇ ਆਏ। ਵਾਲ ਨੂੰ ਅਹਿਮੀਅਤ ਦਿੱਤੀ ਇਹਨਾਂ ਨੇ ਜੀ। ਰੀਡਿੰਗ ਕਹਿ ਰਹੀ ਆ, ਇਹ ਰੀਡਿੰਗ ਕਹਿੰਦੀ ਬਈ ਜਿਹੜਾ ਵੀਲ ਆ ਉਹ ਬਣ ਹੀ ਨਹੀਂ ਸਕਦਾ ਸੀ, ਕਿਉਂਕਿ ਰਸਤੇ 'ਚ ਇੱਕ ਵਾਲ ਆ ਗਈ, ਉਹ ਰੋਮ ਦੀ ਬਣਾਈ ਹੋਈ ਸੀ। ਫਿਰ ਇਹਨਾਂ ਨੇ ਕੀ ਕੀਤਾ, ਬੋਟ ਨੂੰ ਥੱਲੋਂ ਦੀ ਲੈ ਕੇ ਗਏ। ਮਤਲਬ ਕਿ ਕੀ ਆ? ਮਤਲਬ ਕਿ ਵਾਲ ਨੂੰ ਧਿਆਨ ਦੇ ਵਿੱਚ ਰੱਖਿਆ ਵਾ ਇਹਨਾਂ ਨੇ ਜੀ, ਉਹਨੂੰ ਇਗਨੋਰ ਨਹੀਂ ਕੀਤਾ। ਤਾਂ ਇਹ ਕੀ ਹੋ ਗਿਆ ਜੀ? ਇਹ ਤੁਹਾਡਾ ਟਰੂ ਹੋ ਗਿਆ ਜੀ। ਇਹਦਾ ਮਤਲਬ ਜੋ ਲਾਸਟ ਵਾਲਾ ਹੈ ਜੀ ਉਹ ਆਪਣਾ ਟਰੂ ਹੋ ਗਿਆ ਜੀ। ਤੁਹਾਨੂੰ ਮੈਂ ਅਨਮਿਊਟ ਕਰੂੰਗਾ ਤਾਂ ਮੈਨੂੰ ਸਾਰਿਆਂ ਨੇ ਦੱਸ ਦਿਓ ਜੀ ਕੀ ਜੋ ਆਪਾਂ ਡਾਇਗਰਾਮ ਤੇ ਟਰੂ ਫਾਲਸ ਕੀਤੇ ਉਹ ਸਾਰਿਆਂ ਨੂੰ ਸਮਝ ਲੱਗ ਗਏ ਜੀ ਅੱਜ?